ਸਤਿ ਸ੍ਰੀ ਅਕਾਲ ਪਿਆਰਿਓ। ਮੇਰੇ ਪਾਮ ਨੂੰ ਧਿਆਨ ਨਾਲ ਦੇਖੋ, ਮੇਰੇ ਹੱਥ ਨੂੰ ਧਿਆਨ ਨਾਲ ਦੇਖੋ। ਜੇ ਮੈਂ ਤੁਹਾਨੂੰ ਕਹਾਂ that this is the ਤਿਬਤ ਏਰੀਆ ਐਂਡ ਜਿਹੜੀ ਬਾਕੀ 1 2 3 4 ਐਂਡ ਇਹਨੂੰ ਵੀ ਜੇ ਮੈਂ ਫਿੰਗਰ ਗਿਣਾ, these represent something। ਤੇ ਜੇ ਇਹ ਤਿੱਬਤ ਹੈ, ਇਹ ਹੋਏਗਾ ਲਦਾਖ, ਇਹ ਹੋਏਗਾ ਨੇਪਾਲ, ਇਹ ਹੋਏਗਾ ਸਿੱਕਮ, ਇਹ ਹੋਏਗਾ ਭੂਟਾਨ ਤੇ ਅਖੀਰ ਵਿੱਚ ਅਰੁਣਾਚਲ ਪ੍ਰਦੇਸ਼। ਇਹ ਥਿਉਰੀ ਨੂੰ ਆਪਾਂ 5 ਫਿੰਗਰਸ ਥਿਉਰੀ ਕਹਿੰਦੇ ਆ। ਤੇ ਇਹ ਜਿਹੜਾ ਪਾਮ ਹੈ ਨਾ, ਇਹ ਮੇਰਾ ਨਹੀਂ ਸੀ, ਇਹ ਦਾ ਫਾਊਂਡਿੰਗ ਫਾਦਰ ਆਫ ਚਾਈਨਾ ਮਾਓ ਜ਼ੇਡੁੰਗ ਦਾ ਪਾਮ ਸੀ। ਉਹਨਾਂ ਨੇ 5 ਫਿੰਗਰ ਥਿਉਰੀ ਪ੍ਰਪੋਜ਼ ਕੀਤੀ ਸੀ, ਜਿਹੜੇ ਮੈਂ ਹੁਣੀ ਤੁਹਾਨੂੰ ਸਮਝਾ ਕੇ ਹਟਿਆ। ਕਿਉਂ ਦੱਸੀ ਤੁਹਾਨੂੰ? ਬਿਕੋਜ਼ ਮਾਓ ਦੇ ਟਾਈਮ ਜਿਹੜਾ 1949 ਚ ਚਾਈਨਾ ਬਣਿਆ, 1947 ਚ ਇੰਡੀਆ ਬਣਿਆ, ਉਸ ਟਾਈਮ ਦੇ ਅਕੋਰਡਿੰਗ ਉਹ ਕਹਿੰਦੇ ਸੀ ਜਿਸ ਤਰ੍ਹਾਂ ਇਹ ਬਈ ਮੁੱਠੀ ਬਣ ਜਾਂਦੀ ਹੈ ਨਾ ਇੱਦਾਂ, ਉਸੇ ਤਰ੍ਹਾਂ ਚਾਈਨਾ ਬਣੇਗਾ। ਤਿੱਬਤ ਨੂੰ ਲੈ ਕੇ ਤੇ ਬਾਕੀ ਸਾਰੇ ਏਰੀਆ ਜਿਨ੍ਹਾਂ ਦਾ ਮੈਂ ਨਾਮ ਲਿੱਤਾ, that will be the actual ਚਾਈਨਾ। ਪਰ ਪਹਿਲਾਂ ਮੁੱਠੀ ਬੰਦ ਸੀ ਤੇ ਮੁੱਠੀ ਬੰਦ ਨਾਲ ਹੀ ਮੁੱਕਾ ਵੱਜਦਾ ਹੈ, ਮੁੱਠੀ ਬੰਦ ਨਾਲ ਹੀ ਲੜਾਈ ਹੁੰਦੀ ਹੈ। ਪਰ ਅੱਜ ਦੀ ਸਥਿਤੀ ਚੇਂਜ ਹੋ ਚੁੱਕੀ ਹੈ ਪਿਆਰਿਓ। ਕਿਸ ਤਰ੍ਹਾਂ? ਅੱਜ ਮੁੱਠੀ ਨਹੀਂ ਬਣਾਈ ਜਾ ਰਹੀ, ਅੱਜ ਕੀ ਕੀਤਾ ਜਾ ਰਿਹਾ ਹੈ? ਅੱਜ ਤੇ ਹੱਥ ਮਿਲਾਇਆ ਜਾ ਰਿਹਾ ਹੈ। ਬਹੁਤ ਹੀ ਇੱਕ ਵਧੀਆ, ਬਹੁਤ ਹੀ ਇੱਕ ਐਂਗੇਜਿੰਗ, ਬਹੁਤ ਹੀ ਇੱਕ ਪੋਜ਼ਿਟਿਵ ਨਿਊਜ਼ ਆਈ ਹੈ that disengagement at line of actual control between India and China ਹੋ ਚੁੱਕੀ ਹੈ। Now ਸਾਨੂੰ ਇਹ ਸਮਝਣਾ ਪਏਗਾ ਕਿ ਐਕਚੁਅਲੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਡਿਸਐਂਗੇਜਮੈਂਟ ਦੀ, ਉਹ ਹੋਈ ਕਿੱਥੇ, ਕਿਸ ਚੀਜ਼ ਤੋਂ ਡਿਸਐਂਗੇਜਮੈਂਟ ਹੋਈ ਹੈ, ਏਰੀਆ ਕਿਹੜਾ ਹੈ ਜਿੱਥੋਂ ਡਿਸਐਂਗੇਜਮੈਂਟ ਹੋਈ ਹੈ, ਤੇ ਕਿਹਦੀ ਡਿਸਐਂਗੇਜਮੈਂਟ ਹੋਈ ਹੈ? ਓਬਵੀਅਸਲੀ ਆਰਮੀ ਦੀ। ਬਟ ਪਹਿਲੀ ਗੱਲ ਇਹ ਹੈ, ਜਦੋਂ ਡਿਸਐਂਗੇਜਮੈਂਟ ਦੀ ਆਪਾਂ ਗੱਲ ਕਰ ਰਹੇ ਹਾਂ, what was the actual reason that ਸਾਨੂੰ ਅੱਜ ਡਿਸਐਂਗੇਜਮੈਂਟ ਕਰਨੀ ਪਈ? ਜੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਪਤਾ ਹੈ, if you know that what is the India China border dispute all about, ਬੰਦ ਕਰ ਦਿਓ ਵੀਡੀਓ, ਕੋਈ ਲੋੜ ਹੀ ਨਹੀਂ ਦੇਖਣ ਦੀ। ਪਰ ਜੇ ਤੁਹਾਨੂੰ ਇੰਟਰਸਟ ਹੈ ਕਿ ਜਿਹੜੀ ਪੂਰੀ ਖਬਰਾਂ ਵਿੱਚ ਆ ਰਿਹਾ ਹੈ ਕਿ ਡਿਸਐਂਗੇਜਮੈਂਟ ਹੋ ਗਈ ਹੈ, ਤੁਸੀਂ ਸੁਣਨਾ ਚਾਹੁੰਦੇ ਹੋ, ਤੁਸੀਂ ਸਿੱਖਣਾ ਚਾਹੁੰਦੇ ਹੋ that what it is all about, ਤੇ ਇਹਨੂੰ ਅਖੀਰ ਤੱਕ ਜ਼ਰੂਰ ਦੇਖੋ। ਸਭ ਤੋਂ ਪਹਿਲਾਂ ਡਿਸਐਂਗੇਜਮੈਂਟ ਜਿਹੜੀ ਹੋ ਰਹੀ ਹੈ, ਡਿਸਐਂਗੇਜਮੈਂਟ ਹੋ ਚੁੱਕੀ ਹੈ, ਜਿਹੜੇ ਆਪਣੇ ਫੋਰਨ ਸੈਕਟਰੀ ਨੇ ਉਹਨਾਂ ਨੇ ਰੈਕੋਗਨਾਈਜ਼ ਕੀਤਾ ਹੈ that disengagement is taking place। ਤੋਂ ਪਹਿਲੀ ਗੱਲ ਤੇ ਇਸੇ ਗੱਲ ਤੇ ਖੁਸ਼ ਹੋ ਜਾਓ। ਹੁਣ ਜਦੋਂ ਆਪਾਂ UPSC PCS ਦੀ ਤਿਆਰੀ ਕਰ ਰਹੇ ਹਾਂ ਨਾ, ਤੁਹਾਨੂੰ ਡਾਇਰੈਕਟਲੀ ਕਦੀ ਪੇਪਰ 'ਚ ਇਹ ਨਹੀਂ ਪੁੱਛਿਆ ਜਾਏਗਾ that disengagement ਕਿਹੜੀ ਏਰੀਆ 'ਚ ਹੋਈ ਹੈ, ਜਾਂ ਤੁਹਾਨੂੰ ਇਹ ਨਹੀਂ ਪੁੱਛਿਆ ਜਾਏਗਾ that disengagement ਜਿਹੜੀ ਹੈ ਕਿਉਂ ਹੋਈ ਹੈ। ਤੁਹਾਨੂੰ ਇੱਕ ਕੰਪਰੀਹੈਂਸਿਵ ਕੁਐਸਚਨ ਆਏਗਾ ਔਨ ਬਾਰਡਰ ਡਿਸਪਿਊਟ, ਤੁਹਾਨੂੰ ਕੰਪਰੀਹੈਂਸਿਵ ਕੁਐਸਚਨ ਆ ਸਕਦਾ ਹੈ ਔਨ ਇੰਡੀਆ ਚਾਈਨਾ ਰਿਲੇਸ਼ਨਸ, ਐਂਡ ਤੁਹਾਨੂੰ ਇੱਕ ਹੋਰ ਕੰਪਰੀਹੈਂਸਿਵ ਆ ਸਕਦਾ ਹੈ ਔਨ ਇੰਡੀਆ ਚਾਈਨਾ ਮੇ ਬੀ ਇਕਨੋਮਿਕ ਇਸ਼ੂਜ਼। ਆਰ ਯੂ ਰੈਡੀ ਫॉर दैट? ਠੀਕ ਹੈ, UPSC ਜਾਂ PCS ਕਦੀ ਵੀ ਡਾਇਰੈਕਟਲੀ ਨਿਊਜ਼ ਤੋਂ ਚੱਕ ਕੇ ਇੱਕਦਮ ਨਹੀਂ ਕੁਐਸਚਨ ਪੁੱਛ ਲੈਂਦੀ, ਉਹ ਤੇ ਸਾਰਿਆਂ ਨੇ ਪ੍ਰਿਪੇਅਰ ਕੀਤਾ ਹੋਏਗਾ। ਤੇ ਪਿਆਰਿਓ, ਜੇ ਤੁਸੀਂ ਐਕਚੁਅਲ 'ਚ ਤਿਆਰੀ ਕਰਨਾ ਚਾਹੁੰਦੇ ਹੋ ਤੇ ਇਹੀ ਵੀਡੀਓ ਤੁਹਾਡੇ ਲਈ ਆਪਾਂ ਲੈ ਕੇ ਆਏ ਹਾਂ, ਸੋ ਦੈਟ ਯੂ ਕੈਨ ਅੰਡਰਸਟੈਂਡ ਇਨ ਵੈਰੀ ਬਰੀਫ, ਇਨ ਅ ਨਟਸ਼ੈਲ, ਕਿ ਇੰਡੀਆ ਚਾਈਨਾ ਦਾ ਪੂਰਾ ਇਸ਼ੂ ਹੈ ਕੀ। ਠੀਕ ਹੈ ਜੀ, ਅੱਗੇ ਵਧੀਏ, ਇਜਾਜ਼ਤ ਹੈ? ਚਲੋ ਜੀ, ਲੈਟਸ ਸੀ ਆਪਾਂ ਕਿਹਦੀ ਗੱਲ ਕਰਾਂਗੇ ਅੱਜ। ਆਪਾਂ ਇੰਡੀਆ ਚਾਈਨਾ ਰਿਲੇਸ਼ਨਸ ਦੀ ਆਪਾਂ ਗੱਲ ਕਰਾਂਗੇ ਟੋਟਲੀ, ਦੈਟ ਵਾਟ ਇਜ਼ ਇੰਡੀਆ ਚਾਈਨਾ ਰਿਲੇਸ਼ਨਸ ਆਲ ਅਬਾਊਟ। ਨਾਓ ਆਪਾਂ ਇਸ ਵੀਡੀਓ ਨੂੰ ਜ਼ਿਆਦਾ ਵੱਡਾ ਨਹੀਂ ਰੱਖਾਂਗੇ, ਫੋਕਸ ਆਪਾਂ ਰੱਖਾਂਗੇ ਬਾਰਡਰ ਡਿਸਪਿਊਟ ਤੇ। ਠੀਕ ਹੈ ਜੀ। ਨਾਓ ਜਦੋਂ ਮੈਂ ਕਹਿ ਰਿਹਾ that ਆਪਾਂ ਬਾਰਡਰ ਡਿਸਪਿਊਟ ਤੇ ਫੋਕਸ ਰੱਖਾਂਗੇ, ਇਜ਼ ਦੈਟ ਦਾ ਓਨਲੀ ਇਸ਼ੂ ਬਿਟਵੀਨ ਇੰਡੀਆ ਐਂਡ ਚਾਈਨਾ? ਦੱਸੋ ਜੀ ਕਮੈਂਟ ਕਰਕੇ, ਡੂ ਯੂ ਥਿੰਕ that it is the only issue? ਨੋ। ਜੈਫ ਸਮਿਥ ਕਰਕੇ ਇੱਕ ਬਹੁਤ ਵੱਡੇ ਸਕਾਲਰ ਹੋਏ ਨੇ ਇੰਟਰਨੈਸ਼ਨਲ ਰਿਲੇਸ਼ਨਸ ਵਿੱਚ, ਦੇਰ ਆਰ ਮੈਨੀ ਸਕਾਲਰਸ। ਹੁਣ ਜੈਫ ਸਮਿਥ ਇੱਕ ਸਕਾਲਰ ਹੈ ਜਿਨ੍ਹਾਂ ਨੇ ਕਿਹਾ ਇੰਡੀਆ ਚਾਈਨਾ ਦਾ ਰਿਲੇਸ਼ਨ is based on 6 T's। 6 T's, ਇਹਦਾ ਮਤਲਬ 60 ਦੀ ਗੱਲ ਨਹੀਂ ਹੋ ਰਹੀ, 6 T's, T, ਠੀਕ ਹੈ ਜੀ, T for toy,
6 T's ਜਿਹੜੀ ਹੈਗੇ ਆ ਉਹ ਡਿਟਰਮਿਨ ਕਰਦੀ ਹੈ ਇੰਡੀਆ ਦਾ ਰਿਲੇਸ਼ਨ। ਸਭ ਤੋਂ ਪਹਿਲਾ ਟੀ ਕਿਹੜਾ ਹੈ ਜੀ? ਟੈਰੀਟਰੀ, ਜਿਹਦੀ ਆਪਾਂ ਇਸ ਪੂਰੀ ਵੀਡੀਓ 'ਚ ਗੱਲ ਕਰਾਂਗੇ। ਟੈਰੀਟਰੀ ਮੀਨਸ ਬਾਰਡਰ ਡਿਸਪਿਊਟ। ਸਭ ਤੋਂ ਵੱਡਾ ਮੁੱਦਾ ਜਿਹੜਾ ਐਕਚੁਅਲ 'ਚ ਨੰਬਰ 1 ਮੁੱਦਾ ਹੈ ਬਿਟਵੀਨ ਇੰਡੀਆ ਐਂਡ ਚਾਈਨਾ, that is ਟੈਰੀਟਰੀ ਬਾਰਡਰ ਡਿਸਪਿਊਟ। ਸੈਕੰਡ, ਲੈਟਸ ਸੀ ਵਾਟ ਇਜ਼ ਇਟ? ਤਿੱਬਤ। ਹੁਣ ਤੁਸੀਂ ਕਹੋਗੇ ਸਰ ਤਿੱਬਤ ਜਿਹੜਾ ਮੁੱਦਾ ਹੈ ਉਹ ਵੀ ਤਾਂ ਟੈਰੀਟੋਰੀਅਲ ਡਿਸਪਿਊਟ ਹੈ, ਇਹਨੂੰ ਤੁਸੀਂ ਅੱਡ ਕਿਉਂ ਕੀਤਾ? ਬਿਕੋਜ਼ ਦਿਸ ਇਜ਼ ਨਾਟ ਓਨਲੀ ਅ ਟੈਰੀਟੋਰੀਅਲ ਡਿਸਪਿਊਟ ਰਾਈਟ ਨਾਓ। ਤੁਹਾਨੂੰ ਪਤਾ ਹੈ ਨਾ ਦਲਾਈ ਲਾਮਾ ਬਾਰੇ ਸੁਣਿਆ ਤੁਸੀਂ, ਕੌਣ ਨੇ? ਹੁਣ ਬਹੁਤ ਬਜ਼ੁਰਗ ਵੀ ਹੋ ਗਏ ਨੇ, ਕੋਈ ਅੱਗੇ ਵੀ ਉਹਨਾਂ ਦਾ ਵੰਸ਼ਜ ਆਉਣ ਵਾਲਾ ਹੈ, ਠੀਕ ਹੈ ਨਾ? ਤੇ ਉਹ ਭੱਜ ਕੇ ਇੰਡੀਆ 'ਚ ਆ ਗਏ ਸੀ। ਕਿਉਂ ਆਏ ਸੀ? ਕੀ ਰੀਜ਼ਨ ਸੀ? ਤੇ ਇੰਡੀਆ ਨੇ ਉਹਨਾਂ ਨੂੰ ਕਿਉਂ ਅਸਾਈਲਮ ਦਿੱਤੀ? ਪੂਰਾ ਇਸ ਵੀਡੀਓ 'ਚ ਕਲੀਅਰ ਕਰਾਂਗਾ ਪਿਆਰਿਓ, ਦੇਖਦੇ ਰਹੋ। ਸੋ ਤਿੱਬਤ ਇਜ਼ ਅ ਡਿਫਰੈਂਟ ਇਸ਼ੂ। ਅੱਗੇ ਆ ਜਾਈਏ, ਥਰਡ ਟੀ ਕਿਆ ਹੈ? ਤਾਇਵਾਨ। ਤਾਇਵਾਨ ਇਜ਼ ਦ ਥਰਡ ਟੀ। ਹੁਣ ਤੁਸੀਂ ਪੁੱਛੋਗੇ ਤਾਇਵਾਨ ਇੰਡੀਆ ਚਾਈਨਾ ਦੇ ਵਿੱਚ ਕਿਸ ਤਰ੍ਹਾਂ ਇਸ਼ੂ ਬਣ ਸਕਦਾ ਹੈ? ਤੁਹਾਨੂੰ ਜ਼ਰੂਰ ਦੱਸਿਆ ਜਾਏਗਾ ਇਸ ਵੀਡੀਓ 'ਚ। ਨਹੀਂ, ਆਪਾਂ ਜਿਹੜੀ ਪੇਡ ਕਲਾਸ ਲਵਾਂਗੇ ਉਹਦੇ ਵਿੱਚ ਬਹੁਤ ਹੀ ਤਸ਼ੱਦਦ ਨਾਲ ਇਹਨੂੰ ਆਪਾਂ ਡਿਸਕਸ ਕਰਾਂਗੇ। ਅੱਜ ਦੀ ਵੀਡੀਓ ਥੋੜੀ ਆਪਾਂ ਛੋਟੀ ਰੱਖਾਂਗੇ, ਨਾਟ ਦੈਟ ਕੰਪਰੀਹੈਂਸਿਵ। ਟ੍ਰੇਡ, ਇਹ ਤਾਂ ਤੁਸੀਂ ਪਤਾ ਕਰ ਹੀ ਸਕਦੇ ਹੋ ਕਿ ਟ੍ਰੇਡ ਡੈਫਿਸਿਟ ਨਾਂ ਦਾ ਸ਼ਬਦ ਹੈ ਉਹ ਕਿਹਦੇ ਫੇਵਰ 'ਚ ਹੈ? ਜਿਹੜਾ ਟ੍ਰੇਡ ਡੈਫਿਸਿਟ ਹੈ ਅਸੀਂ ਫੇਸ ਕਰ ਰਹੇ ਹਾਂ, ਟ੍ਰੇਡ ਸਰਪਲਸ ਚਾਈਨਾ। ਮਤਲਬ ਕਿ ਬਹੁਤ ਹੀ ਸਰਲ ਸ਼ਬਦਾਂ 'ਚ ਅਸੀਂ ਚਾਈਨਾ ਤੋਂ ਨਾ ਗੁੱਡਸ ਬਹੁਤ ਜ਼ਿਆਦਾ ਮੰਗਾ ਰਹੇ ਹਾਂ, ਗੁੱਡਸ ਬਹੁਤ ਜ਼ਿਆਦਾ ਲੈ ਰਹੇ ਹਾਂ ਤੇ ਪੈਸੇ ਇਨ ਰਿਟਰਨ ਉਹਨਾਂ ਨੂੰ ਦੇ ਰਹੇ ਹਾਂ। ਉਹਨਾਂ ਦੀ ਇਕਨੋਮੀ ਆਪਾਂ ਚਮਕਾਈ ਜਾ ਰਹੇ ਹਾਂ, ਪਰ ਸਾਡੇ ਗੁੱਡਸ ਤਾਂ ਉਹ ਲੈਂਦੇ ਹੀ ਨਹੀਂ, ਸਾਡੇ ਗੁੱਡਸ ਨੂੰ ਐਕਸੈਪਟ ਹੀ ਨਹੀਂ ਕਰਦੇ। ਵਾਈ? ਇਹ ਮੁੱਦਾ ਹੈ ਟ੍ਰੇਡ ਦਾ, ਜੋ ਕਿ ਆਪਾਂ ਬਾਅਦ 'ਚ ਡਿਸਕਸ ਕਰਾਂਗੇ ਕਦੀ। ਦੈਨ ਇਜ਼ ਦਾ ਥਰਡ ਪਾਰਟੀ। ਥਰਡ ਪਾਰਟੀ ਕਿਹੜੀ ਹੈ ਜੀ? ਇੰਡੀਆ ਚਾਈਨਾ ਦੇ ਵਿੱਚ ਕਿਹੜੀ ਥਰਡ ਪਾਰਟੀ ਹੈ? ਤੁਸੀਂ ਨੇ ਕਥਨ ਸੁਣਿਆ ਹੋਣਾ, ਕਿਸੇ ਦੇ ਮੋਢੇ ਉੱਤੇ ਰੱਖ ਕੇ ਬੰਦੂਕ ਚਲਾਉਣਾ, ਠੀਕ ਹੈ? ਤੇ ਚਾਈਨਾ ਵੀ ਇਦਾਂ ਕਰਦਾ ਹੈ, ਕਿਸੇ ਥਰਡ ਪਾਰਟੀ ਦੇ ਮੋਢੇ ਉੱਤੇ ਬੰਦੂਕ ਰੱਖ ਕੇ ਚਲਾਉਂਦਾ ਹੈ। ਕੌਣ ਹੈ ਜੀ ਉਹ? ਪਾਕਿਸਤਾਨ। ਤੁਸੀਂ ਸੁਣਿਆ ਹੋਣਾ ਹੈ ਗਵਾਦਾਰ ਪੋਰਟ ਬਾਰੇ, ਤੁਸੀਂ ਸੁਣਿਆ ਹੋਣਾ ਹੈ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਸੀਪੈਕ ਬਾਰੇ। ਉਹ ਸਾਰੇ ਇਸ਼ੂਜ਼ ਇਹਦੇ ਵਿੱਚ ਕਵਰ ਹੁੰਦੇ ਨੇ, ਠੀਕ ਹੈ ਜੀ। ਨਾਓ ਮੂਵਿੰਗ ਔਨ, ਦ ਲਾਸਟ ਇਜ਼ ਥ੍ਰੈਟ ਪਰਸੈਪਸ਼ਨ। ਇਹ ਸਾਰਿਆਂ ਦਾ ਕੁੱਲ ਮਿਲਾ ਕੇ ਜਿਹੜਾ ਨਿਸ਼ਕਸ਼ ਨਿਕਲਦਾ ਹੈ ਨਾ, ਉਹ ਹੈ ਥ੍ਰੈਟ ਪਰਸੈਪਸ਼ਨ। ਕਿ ਇੰਡੀਆ ਨੂੰ ਕਿੰਨਾ ਕੁ ਡਰ ਹੈ ਚਾਈਨਾ ਤੋਂ, ਜਾਂ ਫਿਰ ਚਾਈਨਾ ਨੂੰ ਕਿੰਨਾ ਕੁ ਡਰ ਹੈ ਇੰਡੀਆ ਤੋਂ। ਤੇ ਉਹ ਥ੍ਰੈਟ ਜਿਹੜਾ ਹੁੰਦਾ ਨਾ ਹਮੇਸ਼ਾ ਪਰਸੈਪਸ਼ਨ ਤੇ ਹੁੰਦਾ। ਤਾਂ ਹੀ ਤਾਂ ਆਪਾਂ ਨਿਊਕਲੀਅਰ ਵੈਪਨ ਰੱਖੇ ਆ ਨਾ। ਸਾਨੂੰ ਪਤਾ ਹੈ ਅਸੀਂ ਕੀ ਪਾਲਿਸੀ ਕੀਤੀ ਹੈ, ਨੋ ਫਸਟ ਯੂਜ਼, ਬਿਕੋਜ਼ ਵੀ ਨੋ ਦੈਟ ਵੀ ਆਰ ਨਾਟ ਗੋਇੰਗ ਟੂ ਯੂਜ਼ ਦੈਟ ਫਸਟਲੀ। ਬਟ ਫਿਰ ਵੀ ਰੱਖੇ ਹੋਏ ਆ ਇੰਨੇ ਮਹਿੰਗੇ। ਕਿਉਂ ਬਈ? ਕਿਉਂ ਰੱਖੇ ਆ ਬਈ? ਪ੍ਰਭਾਵ ਪੈਂਦਾ ਹੈ, ਅਗਲੇ ਨੂੰ ਪਤਾ ਲੱਗਦਾ ਕਿ ਯਾਰ ਇਹਨੇ ਨਿਊਕਲੀਅਰ ਵੈਪਨ ਰੱਖੇ ਹੈ। ਤੇ ਮੋਦੀ ਜੀ ਨੇ ਤਾਂ ਕਿਹਾ ਸੀ, ਮੈਂ ਨਹੀਂ ਕਹਿ ਰਿਹਾ, ਮੋਦੀ ਜੀ ਕਹਿ ਰਹੇ ਸੇ कि भाई दिवाली पे जलाने के लिए थोड़ी रखे हैं हमने न्यूक्लियर वेपन्स। ये मेरी कहानी नहीं है, मेरे कथन नहीं है, मोदी जी आप कह रहे हैं। सो थ्रेट परसैप्शन मतलब परसैप्शन क्रिएट की है कि तुसी मेरे तो डरो या तुसी मैं तुहाडे तो डर रहा। ये किस तरह वर्क करती है, एक इंटरनेशनल रिलेशनस का बड़ा ही इंपॉर्टेंट कंसैप्ट हुंदा है। ठीक है प्यारेओ, दिस इज ऑल। पर अज दी वीडियो विच आपां सिर्फ टैरिटरी डिस्कस करांगे। जे तुसी चाहुंदे हो कि पूरे पेपर दी कॉम्प्रीहेंसिव कवरेज होवे, तुसी पेड क्लास वगैरह ज्वाइन कर सकते हो, ठीक है, क्योंकि यूट्यूब ते इतना पॉसिबल नहीं होंदा साडे तो। ठीक है जी, चलो जी नैक्सट आ जाओ। टैरिटरी बॉर्डर डिस्प्यूट शुरू करन लगे हैं जी। बॉर्डर डिस्प्यूट की आपां गल करांगे, इंडिया चाइना बॉर्डर डिस्प्यूट। ठीक है जी, चलो सब तो पहला यह देखिए दैट कि जिहड़ा हुण दा डिस्प्यूट है, हैज द बॉर्डर डिस्प्यूट हैज बीन रिजॉल्वड। पहला सवाल। दूसरा सवाल यह है जिहड़ा ये बॉर्डर डिस्प्यूट है, व्हाट इज दिस ऑल अबाउट? ये है की चीज? जे मैं बॉर्डर डिस्प्यूट की गल करांगा, इहदा असल मुद्दा है की? एंड लास्टली आपां मुद्दे बहुत गिना दिंने हैं, पर कोई सोल्यूशन भी है? UPSC एंड PCS आर मोर इंटरस्टेड इन द सॉल्यूशंस, बिकॉज बीइंग अ ब्यूरोक्रेट, जे तुसी ब्यूरोक्रेट बनोगे तुसी भी सॉल्यूशंस प्रोवाइड करने हैं। मुद्दे बारे नॉलेज ते हर किसी नूं आ जांदी है, पर सॉल्यूशन प्रोवाइड करना भी जरूरी है। सो आपां सॉल्यूशन भी देखांगे। ये पूरी वीडियो ये 3 क्वेश्चंस दे आले दुआले ही घूमेगी। कि पहली गल,
ਜਿਹੜਾ ਹੁਣ ਦਾ ਬਾਰਡਰ ਇਸ਼ੂ ਹੈ ਕਿ ਉਹ ਰਿਜ਼ੋਲਵ ਹੋ ਗਿਆ ਹੈ, ਕਿਉਂਕਿ ਮੈਂ ਬੜੇ ਸਟੂਡੈਂਟਸ ਨਾਲ ਗੱਲ ਕੀਤੀ, ਉਹਨਾਂ ਨੇ ਮੈਨੂੰ ਪੁੱਛਿਆ ਤੇ ਉਹਨਾਂ ਨੂੰ ਇਦਾਂ ਲੱਗ ਰਿਹਾ ਬਿਕੋਜ਼ ਨੌਲੇਜ ਨਹੀਂ ਹੈ ਪੂਰੀ, ਤੇ ਉਹਨਾਂ ਨੂੰ ਲੱਗ ਰਿਹਾ ਕਿ ਸਰ ਸ਼ਾਇਦ ਬਾਰਡਰ ਇਸ਼ੂ ਰਿਜ਼ੋਲਵ ਹੋ ਗਿਆ। ਠੀਕ ਹੈ, ਉਹ ਗੱਲ ਕਰਾਂਗੇ ਕੀ ਹੋਇਆ ਹੈ। ਸੈਕੰਡ, ਪੂਰੀ ਹਿਸਟਰੀ ਆਫ ਦਾ ਬਾਰਡਰ ਡਿਸਪਿਊਟ, ਜਿਹੜਾ ਵੀ ਬਾਰਡਰ ਡਿਸਪਿਊਟ ਹੈ ਹੋਇਆ ਕਿਉਂ, ਕਿੱਥੋਂ ਸ਼ੁਰੂ ਹੋਇਆ, ਫਰੋਮ ਦਾ ਟਾਈਮਸ ਆਫ ਨਹਿਰੂ ਟੂ ਦਾ ਟਾਈਮਸ ਆਫ ਮੋਦੀ, ਪੂਰੀ ਗੱਲ ਕਰਾਂਗੇ ਕੰਪਰੀਹੈਂਸਿਵਲੀ। ਉਸ ਤੋਂ ਬਾਅਦ ਲਾਸਟ ਵਿੱਚ ਕੋਈ ਜੇ ਸੋਲਿਊਸ਼ਨਸ ਹੈ ਤੇ ਕੀ ਹੋ ਸਕਦਾ ਹੈ ਉਹਦੀ ਵੀ ਗੱਲ ਕਰਾਂਗੇ। ਤੇ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਸੈਸ਼ਨ ਇੰਟਰਸਟਿੰਗ ਹੋਏਗਾ, ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਕੁਝ ਸਿੱਖਣ ਨੂੰ ਮਿਲੂਗਾ, ਵੀਡੀਓ ਕੰਟੀਨਿਊ ਕਰੋ, ਲਾਈਕ ਕਰ ਦਿਓ ਤੇ ਕਮੈਂਟ ਵੀ ਥੋੜਾ ਮਾੜਾ ਕਰਕੇ ਦੱਸ ਦਿਓ ਕਿ ਸਰ ਤੁਸੀਂ ਥੋੜਾ ਐਫਰਟ ਕਰ ਰਹੇ ਹੋ ਤੇ ਠੀਕ ਲੱਗ ਰਿਹਾ ਕਿ ਨਹੀਂ। ਠੀਕ ਹੈ, ਤੇ ਪਲੀਜ਼ ਸਾਥ ਦਿਓ। ਤੇ ਪਹਿਲੇ ਕੁਐਸਚਨ ਨੂੰ ਸ਼ੁਰੂ ਕਰਦੇ ਹਾਂ। ਕੀ ਹੈ ਜੀ, ਹੈਜ਼ ਦਾ ਬਾਰਡਰ ਇਸ਼ੂ ਬੀਨ ਰਿਜ਼ੋਲਵਡ। ਸਾਰੇ ਨਿਊਜ਼ਪੇਪਰਾਂ 'ਚ ਬੜਾ ਕੁਝ ਆ ਰਿਹਾ ਹੈ, ਜਿਹੜੇ ਆਪਣੇ ਨਿਊਜ਼ ਚੈਨल्स ਨੇ ਉਹਦੇ ਵਿੱਚ ਬੜਾ ਕੁਝ ਆ ਰਿਹਾ ਹੈ ਕਿ ਮੋਦੀ ਜੀ ਦਾ ਮਾਸਟਰ ਸਟ੍ਰੋਕ, ਮੋਦੀ ਜੀ ਨੇ ਰਿਜ਼ੋਲਵ ਕਰ ਦਿਆ ਡਿਸਪਿਊਟ, ਬਹੁਤ ਕੁਝ ਬੋਲਿਆ ਜਾ ਰਿਹਾ ਹੈ। ਕੀ ਅਸਲ 'ਚ ਇਹੋ ਜੀ ਗੱਲ ਹੈ? ਕੀ ਜਵਾਬ ਹੈ ਇਹਦਾ ਪਿਆਰਿਓ? ਕੀ ਅਸਲ 'ਚ ਇਹੋ ਜੀ ਗੱਲ ਹੈ? ਨੋ, ਅਸਲ 'ਚ ਇਹੋ ਜੀ ਗੱਲ ਨਹੀਂ ਹੈ। ਦ ਬਾਰਡਰ ਡਿਸਪਿਊਟ ਇਜ਼ ਫਾਰ ਫਰੋਮ ਬੀਇੰਗ ਰਿਜ਼ੋਲਵਡ, ਮਤਲਬ ਹਲੇ ਬਹੁਤ ਦੂਰ ਹੈ ਜੀ, ਬਾਰਡਰ ਡਿਸਪਿਊਟ ਸੋਲਵ ਨਹੀਂ ਹੋਇਆ ਹੈ। ਤੇ ਹੁਣ ਤੁਸੀਂ ਸਵਾਲ ਕਰੋਗੇ ਸਰ ਹੋਇਆ ਕੀ ਹੈ? ਪਹਿਲੀ ਸਲਾਈਡ ਜਿਹੜੀ ਮੈਂ ਤੁਹਾਨੂੰ ਦਿਖਾਈ ਸੀ ਉਸ ਤੇ ਫੋਕਸ ਕਰੋ। देयर वाज अ कीवर्ड जिस की लिखा सी डिसएंगेजमेंट। डिसएंगेजमेंट करंटली डिसएंगेजमेंट हुई है प्रीवियसली ऑन द 2020 लेवल्स। ਇਹਦਾ ਮਤਲਬ ਕੀ ਹੈ? 2020 ਕੀ ਹੋਇਆ ਸੀ? ਗਲਵਾਨ ਕਲੈਸ਼ਸ, ਜਿਹਦੇ ਵਿੱਚ ਸਾਡੀ ਫੌਜ ਦੇ 20 ਸੋਲਜਰਸ ਮਾਰਟਰਡ, ਸ਼ਹੀਦ ਹੋਏ ਸੀ। ਤੇ ਉਹਨਾਂ ਨੇ ਤਾਂ ਚਲੋ ਆਪਣਾ ਆਫੀਸ਼ੀਅਲ ਨੰਬਰ ਕੱਢਿਆ ਨਹੀਂ, ਉਹ ਸਿਰਫ 4 ਕਹਿੰਦੇ ਨੇ, ਵਿਚ ਆਈ ਪਰਸਨਲੀ ਡੋਂਟ ਬਿਲੀਵ। ਹੋ ਹੀ ਨਹੀਂ ਸਕਦਾ ਕਿ ਸਾਡੇ 20 ਬੰਦੇ ਮਰੇ ਹੋਣ, ਉਹਨਾਂ ਦੇ 40 ਮਰੇ ਹੋਣਗੇ, ਤੁਸੀਂ ਦੇਖਿਓ। ਸੋ the thing is, when we talk about these things, ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਮੀਨਿੰਗਸ, ਜਿਹੜੇ ਸ਼ਬਦ ਹੈ ਇਹਨਾਂ ਦਾ ਮਤਲਬ ਕੀ ਹੈ। ਕਿਉਂਕਿ ਆਪਾਂ ਬਾਰ-ਬਾਰ ਕਹਿ ਰਹੇ ਹਾਂ ਕਿ ਡਿਸਐਂਗੇਜਮੈਂਟ ਹੋਈ ਹੈ, ਠੀਕ ਹੈ, ਪਰ ਕੀ ਡਿਸਐਂਗੇਜਮੈਂਟ ਦਾ ਮਤਲਬ ਰੈਜ਼ੋਲੂਸ਼ਨ ਆਫ ਡਿਸਪਿਊਟ ਹੈ? ਨੋ, ਡਿਸਐਂਗੇਜਮੈਂਟ ਹੋਈ ਹੈ ਬਟ ਡੀ-ਐਸਕੇਲੇਸ਼ਨ ਨਹੀਂ ਹੋਈ। ਜੇ ਡੀ-ਐਸਕੇਲੇਸ਼ਨ ਹੋਈ ਹੁੰਦੀ ਨਾ ਤਾਂ ਆਪਾਂ ਕਹਿ ਦਿੰਦੇ that ਬਾਰਡਰ ਡਿਸਪਿਊਟ ਕਿਤੇ ਨਾ ਕਿਤੇ ਰਿਜ਼ੋਲਵ ਹੋ ਚੁੱਕਿਆ। ਤੁਹਾਡਾ ਸਵਾਲ ਹੋਣਾ ਚਾਹੀਦਾ ਹੈ ਕਿ ਸਰ ਹੁਣ ਸਾਨੂੰ ਇਹਨਾਂ ਦਾ ਮਤਲਬ ਵੀ ਦੱਸ ਦਿਓ ਕਿ ਡਿਸਐਂਗੇਜਮੈਂਟ ਐਂਡ ਡੀ-ਐਸਕੇਲੇਸ਼ਨ ਦਾ ਫਰਕ ਕੀ ਹੈ। ਤੇ ਪਿਆਰਿਓ, ਡਿਸਐਂਗੇਜਮੈਂਟ ਦਾ ਮਤਲਬ ਹੁੰਦਾ ਹੈ ਸਿਰਫ ਪਿੱਛੇ ਨੂੰ ਹਟ ਜਾਣਾ। ਪੁਆਇੰਟ A ਤੇ ਇੰਡੀਆ ਤੇ ਚਾਈਨਾ ਦੀ ਆਰਮੀ ਆਮੋ ਸਾਹਮਣੇ ਹੋਏ ਪਏ ਨੇ। ਬਹੁਤ ਚਾਂਸਸ ਹੈ ਨਾ ਕਿ ਜਦੋਂ ਆਮੋ ਸਾਹਮਣੇ ਤੁਸੀਂ ਖੜੇ ਹੋ ਤੇ ਛਿੱਤਰ ਪੈ ਜਾਣ ਇੱਕ ਦੂਸਰੇ ਦੇ, ਹੁੰਦੇ ਆ ਨਾ ਚਾਂਸਸ। ਤੇ ਆਪਾਂ ਕੀ ਕਰਦੇ ਹਾਂ? ਸਭ ਤੋਂ ਪਹਿਲਾਂ ਜਦੋਂ ਲੜਾਈ 'ਚ ਜਾਈਦਾ ਕੀ ਕਰੀਦਾ? ਇਹਦਾ ਹੱਥ ਮਾਰ ਕੇ ਉਹ ਬਾਈ ਪਿੱਛੇ ਹੋ ਜਾ, ਉਹ ਬਾਈ ਪਿੱਛੇ ਹੋ ਜਾ, ਲੜਨਾ। ਕਿਉਂਕਿ ਜਦੋਂ ਨੇੜੇ ਹੋਏਗਾ ਬੰਦਾ, ਬਹੁਤ ਇਨ ਦਾ ਕਲੋਜ਼ ਪ੍ਰੋਕਸੀਮਿਟੀ ਹੋਏਗਾ ਨਾ, ਉਹ ਗੁੱਸਾ ਜ਼ਿਆਦਾ ਭੜਕੇਗਾ। ਤੇ ਹੋਇਆ ਕੀ ਹੈ? ਬਸ ਥੋੜਾ ਪਿੱਛੇ ਹੋ ਗਏ ਆਪਾਂ। ਪਹਿਲਾਂ ਆਪਾਂ ਅੱਗੇ ਆ ਗਏ ਸੀ ਜਦੋਂ 2020 ਹੋਇਆ ਸੀ ਗਲਵਾਨ, ਉਸ ਟਾਈਮ ਵੀ ਵਰ ਇਨ ਐਗਰੈਸਿਵ ਮੋਡ, ਚਾਈਨਾ ਆਲਸੋ ਵਾਸ ਇਨ ਐਗਰੈਸਿਵ ਮੋਡ, ਤੇ ਆਪਾਂ ਅੱਗੇ ਆ ਗਏ ਸੀ। ਹੁਣ ਆਪਾਂ ਥੋੜਾ ਪਿੱਛੇ ਚਲੇ ਗਏ, ਡਿਸਐਂਗੇਜਮੈਂਟ ਕਰ ਲਈ ਹੈ। ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਡੀ-ਐਸਕੇਲੇਸ਼ਨ ਹੋ ਗਈ, ਯਾਨੀ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਇੱਥੋਂ ਆਰਮੀ ਥੱਲੇ ਆ ਗਈ, ਮਤਲਬ ਵਾਪਸ ਆਪਣੇ ਘਰਾਂ ਨੂੰ ਚਲੇ ਗਈ। ਇਦਾਂ ਨਹੀਂ ਹੋਇਆ। ਡੀ-ਐਸਕੇਲੇਸ਼ਨ ਦਾ ਮਤਲਬ ਹੁੰਦਾ ਹੈ ਕਿ ਜਿੰਨੀ ਤੁਸੀਂ ਆਰਮੀ 2020 ਦੇ ਟਾਈਮ ਬੁਲਾਈ ਸੀ, ਜਦੋਂ ਸਾਨੂੰ ਪਤਾ ਲੱਗਿਆ ਦੈਟ ਪ੍ਰੋਬਲਮ ਹੋ ਰਹੀ ਹੈ, ਅਸੀਂ ਤਾਂ ਆਰਮੀ ਭੇਜਤੀ ਨਾ, ਅਸੀਂ ਤੇ ਟੈਂਕ ਭੇਜਤੇ, ਅਸੀਂ ਹੋਵਿਟਜ਼ਰ ਸਾਰਾ ਕੁਝ ਭੇਜਤਾ, ਬਟ ਉਹ ਹੱਲੇ ਵੀ ਉੱਥੇ ਹੈ। ਠੀਕ ਹੈ ਨਾ? ਵੱਡਾ ਸਟੈਪ ਇਹ ਤਾਂ ਹੁੰਦਾ ਜਦੋਂ ਅਸੀਂ ਇਹ ਸਭ ਚੀਜ਼ਾਂ ਨੂੰ ਵਾਪਸ ਭੇਜ ਦਿੰਦੇ ਕਿ ਹੁਣ ਲੋੜ ਹੀ ਨਹੀਂ ਹੈ ਜੀ ਇਹਨਾਂ ਦੀ। that is de-escalation. so de-escalation is when we talk about ਜਿੰਨੀ ਆਰਮੀ ਭੇਜੀ ਸੀ, ਡਿਪਲੋਏ ਕੀਤੀ ਸੀ, ਉਹਨੂੰ ਸਾਰਿਆਂ ਨੂੰ ਵਾਪਸ ਲੈ ਕੇ ਕਿਤੇ ਹੋਰ ਡਿਊਟੀਆਂ ਲਾਤੀਆਂ, ਘਰੇ ਭੇਜਤਾ, ਬਟ ਉਹ ਨਹੀਂ ਹੋਇਆ। ਡਿਸਐਂਗੇਜਮੈਂਟ ਹੋਈ ਹੈ, ਹਲਕਾ ਪਿੱਛੇ ਮੋੜਤਾ। that's it.
ਠੀਕ ਹੈ ਜੀ। ਆਈ ਹੋਪ ਦਿਸ ਇਜ਼ ਕਲੀਅਰ ਦੈਟ ਓਨਲੀ ਡਿਸਐਂਗੇਜਮੈਂਟ ਹੈਜ਼ ਟੇਕਨ ਪਲੇਸ। ਤੇ ਇਹ ਮੈਂ ਵੀ ਨਹੀਂ ਗੱਲ ਕਹਿ ਰਿਹਾ, ਇਹ ਜਿਹੜੇ ਇੰਡੀਅਨ ਐਕਸਪ੍ਰੈਸ ਦੇ ਆਰਟੀਕਲ ਹੈ ਉਹਦੇ ਵਿੱਚ ਵੀ ਇਹੀ ਲਿਖਿਆ ਹੈ ਡਿਸਐਂਗੇਜਮੈਂਟ। ਤੁਹਾਨੂੰ ਹਰ ਜਗ੍ਹਾ ਇਹੀ ਕੀਵਰਡ ਦੇਖਣ ਨੂੰ ਮਿਲੇਗਾ, ਡਿਸਐਂਗੇਜਮੈਂਟ। ਤੇ ਪਲੀਜ਼ ਪਿਆਰਿਓ, ਮੈਂ ਆਪਣੀ ਪੇਡ ਕਲਾਸ, ਮੈਂ ਆਪਣੇ ਸੈਸ਼ਨਸ, ਜੋ ਵੀ ਮੈਂ ਜਿੱਥੇ ਵੀ ਮੇਰੀ ਆਵਾਜ਼ ਪਹੁੰਚ ਰਹੀ ਹੈ, ਮੈਂ ਇਹੀ ਕਹਿਣਾ ਚਾਹੂੰਗਾ, ਜੇ PCS UPSC ਕਲੀਅਰ ਕਰਨਾ ਹੈ ਨਾ, ਟਰਮਸ ਦੀ ਕਲੈਰਿਟੀ ਲੈ ਲਓ। ਟਰਮਸ ਦੀ ਕਲੈਰਿਟੀ ਆ ਗਈ, ਆਟੋਮੈਟਿਕਲੀ ਕਲੀਅਰ ਹੋ ਜਾਏਗਾ, ਕਿਉਂਕਿ ਕੰਸੈਪਟ ਕਲੀਅਰ ਹੋ ਜਾਣਗੇ। ਠੀਕ ਹੈ ਜੀ। ਨਾਓ ਮੈਪ ਦੇਖੋ। ਹੁਣ ਤੁਸੀਂ ਕਹੋਗੇ ਕਿ ਸਰ ਤੁਸੀਂ ਕਹਿ ਦਿੱਤਾ ਕਿ ਪਿੱਛੇ ਚਲੇ ਗਏ, ਤੁਸੀਂ ਵੇਗਲੀ ਦੱਸਤਾ, ਪਰ ਕਿੱਥੇ ਗਏ? What was the area? ਤੇ ਪਿਆਰਿਓ, ਇਹਦੇ ਲਈ ਤੁਹਾਨੂੰ ਇਹ ਸਮਝਣਾ ਪਏਗਾ that 2020 ਦੇ ਟਾਈਮ, ਜਿਹੜਾ 2020 ਦਾ ਟਾਈਮ ਹੈ, ਗਲਵਾਨ ਕਲੈਸ਼ਸ, ਉਸ ਟਾਈਮ ਕੀ ਹੋਇਆ ਸੀ? ਗਲਵਾਨ ਕਲੈਸ਼ਸ ਦੇ ਟਾਈਮ ਕੀ ਹੋਇਆ ਸੀ? ਸੋ ਉਹਦੀ ਆਪਾਂ ਗੱਲ ਕਰਾਂਗੇ ਜਦੋਂ ਥੋੜਾ ਅੱਗੇ ਚਲਾਂਗੇ। ਫਿਲਹਾਲ ਤੁਸੀਂ ਇਹ ਸਮਝੋ that ਮੈਪ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਨਾ ਤੁਹਾਨੂੰ ਬਾਉਂਡਰੀ ਮੈਂ ਪੂਰੀ ਅੱਛੀ ਤਰ੍ਹਾਂ ਸਮਝਾਉਂਗਾ, ਥੋੜਾ ਅੱਗੇ ਚੱਲੋ, ਬਟ ਫਿਲਹਾਲ ਤੁਸੀਂ these areas, ਇਹ ਜਿਹੜੇ ਏਰੀਆਜ਼ ਨੇ, ਇਹਨਾਂ ਤੋਂ ਥੋੜਾ ਜਿਹਾ ਫੈਮਿਲੀਅਰ ਹੋ ਜਾਓ। ਠੀਕ ਹੈ ਜੀ। ਪੈਂਗੋਂਗ ਸੋ ਲੇਕ, ਪੈਂਗੋਂਗ ਸੋ ਲੇਕ, ਇਹ ਜਿਹੜਾ ਪੂਰਾ ਏਰੀਆ ਹੈ ਨਾ, all this area is disputed। ਤੇ ਜੇ ਆਪਾਂ ਇੰਡੀਆ ਦੀ ਗੱਲ ਕਰੀਏ, ਕੁਛ ਇਸ ਤਰ੍ਹਾਂ LAC ਹੈ, ਜੋ ਆਪਾਂ ਹੁਣੇ ਡਿਸਕਸ ਕਰਾਂਗੇ। ਬਟ ਕਿਸ ਸਾਈਡ ਇਹ ਜਿਹੜੀ ਡਿਸਐਂਗੇਜਮੈਂਟ ਹੋਈ ਹੈ, ਕਿਸ ਸਾਈਡ ਹੋਈ ਹੈ? ਦ ਡਿਸਐਂਗੇਜਮੈਂਟ ਹੈਪਨਡ ਇਜ਼ ਅਰਾਊਂਡ ਹੇਅਰ, ਡੈਪਸਾਂਗ ਪਲੇਨਸ। ਇਹ ਜਿਹੜੇ ਬਹੁਤ ਇੰਪੋਰਟੈਂਟ ਚੀਜ਼ਾਂ ਨੇ ਕਿ ਬਈ ਹੌਟ ਸਪ੍ਰਿੰਗਸ ਕੀ ਨੇ, ਡੈਪਸਾਂਗ ਪਲੇਨ ਕੀ ਹੈ, ਡੋਲਟ ਬੇਗ ਓਲਡੀ ਰੋਡ ਆਪਾਂ ਇੱਕ ਬਣਾ ਰਹੇ ਹਾਂ, ਉਹ ਕਿਉਂ ਬਣਾ ਰਹੇ ਹਾਂ ਆਪਾਂ? ਆਲ ਆਫ ਥੀਸ ਥਿੰਗਸ ਆਰ ਵੈਰੀ ਇੰਪੋਰਟੈਂਟ। ਪੈਂਗੋਂਗ ਸੋ ਵੀ। ਠੀਕ ਹੈ ਜੀ। ਬਹੁਤ ਹੀ ਬਰੀਫ ਆਊਟਲੁੱਕ ਤੁਹਾਨੂੰ ਇੱਥੇ ਮਿਲ ਗਿਆ, ਪਰ ਹੁਣ ਆਪਾਂ ਪਤਾ ਕੀ ਗੱਲ ਕਰਾਂਗੇ ਕਿ ਇਹ ਸਾਰੇ ਏਰੀਆਜ਼ ਡਿਸਪਿਊਟਡ ਹੋਏ ਹੀ ਕਿਸ ਤਰ੍ਹਾਂ। ਤੁਹਾਨੂੰ ਲੱਗ ਰਿਹਾ ਹੋਏਗਾ ਕਿ ਸਰ ਨੇ ਤਾਂ ਯਾਰ ਮੈਪ ਦਿਖਾਤਾ, ਸਮਝ ਮੈਨੂੰ ਕੁਝ ਆ ਨਹੀਂ ਰਿਹਾ। ਆਏਗਾ ਵੀ ਨਹੀਂ ਪਿਆਰਿਓ, ਕਿਉਂਕਿ ਤੁਹਾਨੂੰ ਇਸ ਏਰੀਆ ਦੀ ਹਿਸਟਰੀ ਨਹੀਂ ਪਤਾ। ਜਦੋਂ ਵੀ ਮੈਂ ਇੰਟਰਨੈਸ਼ਨਲ ਰਿਲੇਸ਼ਨਸ ਕਲਾਸ ਕਰਾਉਣਾ ਹੈ ਨਾ, ਸਭ ਤੋਂ ਪਹਿਲਾਂ ਆਈ ਮੇਕ ਸ਼ੋਰ ਦੈਟ ਯੂ ਆਰ ਫੈਮਿਲੀਅਰ ਵਿਦ ਦ ਹਿਸਟਰੀ, ਬਿਕੋਜ਼ ਜਦੋਂ ਤੁਹਾਨੂੰ ਪਤਾ ਹੀ ਨਹੀਂ ਇੰਟਰਨੈਸ਼ਨਲ ਰਿਲੇਸ਼ਨਸ ਕੀ ਹੈ, ਕਰੰਟਲੀ ਕੀ ਚੱਲ ਰਿਹਾ, ਜਦੋਂ ਤੁਹਾਨੂੰ ਪਤਾ ਹੀ ਨਹੀਂ ਕਿ ਪਹਿਲਾਂ ਕੀ ਹੋਇਆ, ਹਾਊ ਕੈਨ ਯੂ ਮੇਕ ਸ਼ੋਰ ਕਿ ਅੱਜ ਦੇ ਹਾਲਾਤ ਕਿਸ ਤਰ੍ਹਾਂ ਹੋਏ ਜੀ? ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਕਿ ਅੱਜ ਦੇ ਜਿਹੜੇ ਹਾਲਾਤ ਹੈ ਉਹ ਕੋਈ ਵੈਕਿਊਮ 'ਚ ਕ੍ਰੀਏਟ ਨਹੀਂ ਹੋਏ। ਜਿਹੜੇ ਅੱਜ ਦੇ ਹਾਲਾਤ ਨੇ ਉਹ ਇਦਾਂ ਨਹੀਂ ਕ੍ਰੀਏਟ ਹੋ ਗਏ ਕਿ ਯਾਰ ਅੱਜ ਦਿਲ ਕੀਤਾ ਤੇ ਮੈਂ ਕਰ ਲਿਆ। ਨੋ, ਪੂਰੇ ਪਾਸਟ ਤੋਂ ਜੋ ਇਵੈਂਟਸ ਹੁੰਦੇ ਨੇ, ਜੋ ਕੋਈ ਟ੍ਰੀਟੀ ਸਾਈਨ ਹੁੰਦੀ ਹੈ, ਜੋ ਕੋਈ ਮਿਲ ਕੇ ਪ੍ਰਧਾਨ ਮੰਤਰੀ ਕਰਦੇ ਨੇ, ਉਹਦਾ ਇੱਕ ਨਿਸ਼ਕਸ਼ ਹੈ ਅੱਜ ਦੇ ਰਿਲੇਸ਼ਨਸ। ਤੇ ਇਸ ਨੂੰ ਅੰਡਰਸਟੈਂਡ ਕਰਨ ਲਈ ਤੁਹਾਨੂੰ ਸਮਝਣਾ ਪਏਗਾ ਦੈਟ ਵਾਟ ਵਾਸ ਦਾ ਹਿਸਟਰੀ ਇਜ਼ ਆਲ ਅਬਾਊਟ। ਕਿੱਦਾਂ ਜਿਹੜੀ ਆਪਣੀ ਬਾਰਡਰ ਡਿਸਪਿਊਟ ਹੈ ਬਣੀ, ਕਿ ਸਟਾਰਟਿੰਗ ਤੋਂ ਹੀ ਡਿਸਪਿਊਟ ਸੀ, ਕੀ ਸੀ ਡਿਸਪਿਊਟ? ਦੇਖੋ ਜੀ, ਹੋਇਆ ਕੀ ਹੈ। ਅਗੇਨ ਮੈਂ ਤੁਹਾਨੂੰ ਦੱਸ ਰਿਹਾ, ਜਿਹੜੇ ਪੈਟਰੋਲਿੰਗ ਪੁਆਇੰਟਸ ਨੇ, ਪੈਟਰੋਲਿੰਗ ਪੁਆਇੰਟਸ ਦੀ ਆਪਾਂ ਗੱਲ ਕਰੀਏ, ਪੈਟਰੋਲ ਕਰਨਾ ਕੀ ਹੁੰਦਾ ਹੈ? ਗਸ਼ਤ ਕਰਨਾ। ਆਪਾਂ ਕਹਿੰਦੇ ਨਾ ਗਸ਼ਤ ਕਰਨਾ ਪੰਜਾਬੀ 'ਚ, ਕਿ ਵੀ ਤੁਸੀਂ ਆ ਰਹੇ ਹੋ, ਤੁਸੀਂ ਦੇਖ ਰਹੇ ਹੋ ਕੋਈ ਆਇਆ ਤਾਂ ਨਹੀਂ ਮੇਰੀ ਜਗ੍ਹਾ ਤੇ ਮੈਂ ਵਾਪਸ ਚਲੇ ਗਿਆ। ਇਹ ਵਾਲੀ ਚੀਜ਼ਾਂ ਹੈ ਪੈਟਰੋਲ ਪੁਆਇੰਟਸ। ਹੁਣ ਇਹ ਜਿਹੜੇ ਪੈਟਰੋਲਿੰਗ ਪੁਆਇੰਟਸ ਨੇ, ਇਹ ਪਹਿਲਾਂ ਜਿਹੜੇ ਹੁੰਦੇ ਸੀ ਨਾ ਪੈਟਰੋਲਿੰਗ ਪੁਆਇੰਟਸ, ਕੁਝ ਏਰੀਆਜ਼ ਜਿਸ ਤਰ੍ਹਾਂ ਇੱਕ ਗਲਵਾਨ ਦਾ ਏਰੀਆ ਸੀ, ਡੈਪਸੋਂਗ ਦਾ ਏਰੀਆ ਸੀਗਾ, ਇਹਨਾਂ ਵਿੱਚ ਲੜਾਈ ਹੋ ਗਈ ਸੀ। ਲੜਾਈ ਹੋਣ ਤੋਂ ਬਾਅਦ ਦੋਨਾਂ ਦੀ ਆਰਮੀ ਜਿਹੜੀ ਹੈ, ਫੋਰ ਐਗਜ਼ਾਮਪਲ ਦਿਸ ਇਜ਼ ਅ ਪੈਟਰੋਲਿੰਗ ਏਰੀਆ, ਤੇ ਉਹ ਇੰਨਾ ਅੱਗੇ ਆ ਗਏ ਸੀ। ਹੁਣ ਇਹ ਕਹਿ ਦਿੱਤਾ ਗਿਆ ਹੈ ਪੈਟਰੋਲਿੰਗ ਏਰੀਆਜ਼ ਨੂੰ ਖਾਲੀ ਕਰ ਦਿਓ, ਦੈਟਸ ਇਟ। ਹੁਣ ਉਹ ਪੈਟਰੋਲਿੰਗ ਏਰੀਆਜ਼ ਕਿੱਦਾਂ ਬਣੇ? ਉਹ ਜਿਹੜੇ ਪੈਟਰੋਲਿੰਗ ਏਰੀਆਜ਼ ਨੇ, ਕਿਹਨੇ ਕਿਹਾ ਦੈਟ ਦੇ ਵਿਲ ਰਿਮੇਨ ਪੈਟਰੋਲਿੰਗ ਏਰੀਆਜ਼, ਤੇ ਕਿਸ ਤਰ੍ਹਾਂ ਐਗਰੀਮੈਂਟ ਹੋਇਆ ਕਿ ਪਿੱਛੇ ਜਾਣਾ? ਠੀਕ ਹੈ ਨਾ? ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਆਪਾਂ ਦੱਸਾਂਗੇ। ਠੀਕ ਹੈ ਜੀ। ਨਾਓ ਸੀ ਦਿਸ ਮੈਪ ਅਗੇਨ। ਇਹ ਵਾਲਾ ਮੈਪ ਉਸ ਵਾਲੇ ਮੈਪ ਤੋਂ ਥੋੜਾ ਅਲੱਗ ਹੈ, ਕਿਉਂਕਿ ਇਹਦੇ ਵਿੱਚ ਤੁਹਾਨੂੰ ਬਾਉਂਡਰੀਜ਼ ਦੱਸੀਆਂ ਜਾ ਰਹੀਆਂ ਨੇ। ਦੇਖੋ,
ਇਹਦੇ ਵਿੱਚ ਤੁਹਾਨੂੰ ਬਾਉਂਡਰੀਜ਼ ਦੱਸੀਆਂ ਜਾ ਰਹੀਆਂ ਕਿ ਇਹ ਦੌਲਤ ਬੇਗ ਓਲਡੀ ਜਿਹੜੀ ਜਗ੍ਹਾ ਹੈ ਨਾ, ਪੰਗਾ ਹੀ ਸਾਰਾ ਖੜਾ ਹੋਇਆ ਕਿ ਜਦੋਂ ਮੋਦੀ ਜੀ ਨੇ ਇਧਰੋਂ ਰੋਡ ਬਣਾਉਣਾ ਸ਼ੁਰੂ ਕਰ ਦਿੱਤਾ ਇੱਧਰ ਤੱਕ, ਤੇ ਚਾਈਨਾ ਨੂੰ ਲੱਗਿਆ ਕਿ ਬਈ ਹੁਣ ਤੇ ਜਦੋਂ ਰੋਡ ਬਣ ਗਈ ਤੇ ਉਹਨਾਂ ਦੇ ਲੌਜਿਸਟਿਕਸ ਬੜੀ ਈਜ਼ੀਲੀ ਆ ਸਕਦੇ ਨੇ। ਸੋ ਜਦੋਂ ਇਹ ਚੀਜ਼ ਹੋਈ ਉਸ ਤੋਂ ਬਾਅਦ ਗਲਵਾਨ ਕਲੈਸ਼ ਹੋਈ, ਇਦਾਂ ਕਿਹਾ ਜਾਂਦਾ। ਬਹੁਤ ਸਕਾਲਰਸ ਜਿਹੜੇ ਆਈਆਰ ਦੇ ਨੇ ਉਹਨਾਂ ਨੇ ਇਸ ਗੱਲ ਨੂੰ ਕਿਹਾ ਹੈ ਦੈਟ ਓਕੇ ਦਿਸ ਇਜ਼ ਦਾ ਕੇਸ। ਸੋ ਤੁਸੀਂ ਇਹ ਦੇਖੋ ਦੈਟ ਇਹ ਵਾਲਾ ਜਿਹੜਾ ਏਰੀਆ ਹੈ, all of this ਏਰੀਆ ਕਿੰਨਾ ਡੇਂਜਰਸ ਹੈ। ਇਸ ਸਾਈਡ ਪਾਕਿਸਤਾਨ ਹੈ, ਇਸ ਸਾਈਡ ਜਿਹੜਾ ਆਪਣਾ ਏਰੀਆ ਸੀਗਾ ਉਹਨੇ ਐਕਸਾਈਜ਼ ਚੇਨ ਉਹਨਾਂ ਨੇ ਲਿੱਤਾ ਹੋਇਆ। ਤੋ ਗ੍ਰੈਵਿਟੀ ਆਫ ਸਿਚੁਏਸ਼ਨ ਸਮਝਣ ਲਈ ਦੈਟ ਅਸੀਂ ਕਿਉਂ ਨਹੀਂ ਕਰ ਪਾਏ, ਅਸੀਂ ਕਿਉਂ ਵਾਪਸ ਨਹੀਂ ਲੈ ਪਾਏ ਐਕਸਾਈਜ਼ ਚੇਨ, ਸਮਝਣਾ ਪਏਗਾ ਹਿਸਟਰੀ ਆਫ ਦਿਸ। ਠੀਕ ਹੈ ਜੀ, ਚਲੋ। ਸੋ ਨਾਓ what is the border issue all about? ਸੈਕੰਡ ਕੁਐਸਚਨ ਜਿਹੜਾ ਆਪਾਂ ਇਸ ਵੀਡੀਓ 'ਚ ਕਵਰ ਕਰਾਂਗੇ ਦੈਟ ਇਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਬਾਰਡਰ ਡਿਸਪਿਊਟ ਦੀ, ਇਹ ਹੋਇਆ ਹੀ ਕਿਸ ਤਰ੍ਹਾਂ, ਇਹਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ। ਤੇ ਪਿਆਰਿਓ, ਜੇ ਨੀਂਦ ਨੂੰ ਆ ਰਹੀ ਹੈ ਕੌਫੀ ਪੀ ਲਓ, ਜੇ ਤੁਹਾਨੂੰ ਲੱਗ ਰਿਹਾ ਹੈ ਕਿ ਇੱਥੇ ਤੱਕ ਨਹੀਂ ਅੱਛਾ ਲੱਗਿਆ ਤੇ ਛੱਡ ਦਿਓ, ਕਿਉਂਕਿ ਹੁਣ ਜੋ ਕਹਾਣੀ ਸ਼ੁਰੂ ਹੋਣ ਵਾਲੀ ਹੈ ਉਹਦੇ ਲਈ ਨਾ ਤੁਸੀਂ ਜੇ ਸੁੱਤੇ ਵੀ ਪਏ ਹੋਗੇ ਜਾਗ ਜਾਓਗੇ। ਆਈ ਕੈਨ ਗਰੰਟੀ ਯੂ ਦੈਟ, ਬਿਕੋਜ਼ ਉਹ ਇੰਡੀਆ ਚਾਈਨਾ ਦੀ ਇੰਨੀ ਇੰਟਰਸਟਿੰਗ ਕਹਾਣੀ ਹੈ ਸਟਾਰਟਿੰਗ ਫਰੋਮ ਪੰਡਿਤ ਨਹਿਰੂ ਟੂ ਮੋਦੀ ਜੀ। ਉਹ ਹੁਣ ਆਪਾਂ ਸਟਾਰਟ ਕਰਨ ਲੱਗੇ ਹਾਂ ਦੈਟ ਸਭ ਤੋਂ ਪਹਿਲਾਂ ਇਹ ਸਮਝੋ ਦੈਟ ਇਹ ਜਿਹੜਾ ਬਾਰਡਰ ਇਸ਼ੂ ਹੈ what it is all about। ਠੀਕ ਹੈ ਜੀ, ਚਲੋ। ਨਹਿਰੂ ਜੀ ਦੇ ਟਾਈਮ ਤੇ ਜਦੋਂ ਗੱਲ ਹੁੰਦੀ ਸੀ ਨਾ ਕਿ ਨਹਿਰੂ ਜੀ ਨੇ ਕਿਹਾ ਕਿ ਬਈ what shall be our borders, ਤੇ ਮਾਓ ਨਾ ਮੰਨਿਆ ਨਹੀਂ, ਮਾਓ ਜ਼ੇਡੋਂਗ ਉਹਨਾਂ ਦਾ ਕਾਊਂਟਰ ਪਾਰਟ ਸੀ, ਉਹ ਮੰਨਿਆ ਨਹੀਂ। ਚਲਦੇ ਜਦੋਂ ਨਰਸਿਮਹਾ ਰਾਓ ਦੀ ਗਵਰਨਮੈਂਟ ਆਉਂਦੀ ਹੈ, ਉਸ ਤੋਂ ਪਹਿਲਾਂ ਰਾਜੀਵ ਗਾਂਧੀ ਦੀ ਗਵਰਨਮੈਂਟ ਆਉਂਦੀ ਹੈ, ਉਸ ਟਾਈਮ ਦੇ ਐਗਰੀਡ ਔਨ ਸਮ ਥਿੰਗਸ। ਕਿਸ ਤਰ੍ਹਾਂ ਐਗਰੀ ਕੀਤੇ ਆਪਾਂ ਹੁਣੀ ਕਰਾਂਗੇ। ਜੋ ਐਗਰੀਮੈਂਟ ਹੋਇਆ ਨਾ ਉਹਦੇ ਅਕੋਰਡਿੰਗਲੀ ਜਿਹੜੀ ਇੰਡੀਆ ਚਾਈਨਾ ਦੀ ਬਾਰਡਰ ਡਿਸਪਿਊਟ ਹੈ ਉਹਨੂੰ 3 ਸੈਕਟਰਸ 'ਚ ਵੰਡਿਆ ਗਿਆ। ਵਿੱਚ ਵੰਡਿਆ ਗਿਆ। ਫਸਟ ਇਜ਼ ਦਿਸ ਸੈਕਟਰ, ਜਿਹਨੂੰ ਆਪਾਂ ਵੈਸਟਰਨ ਸੈਕਟਰ ਕਹਿ ਦਿੰਦੇ ਹਾਂ। ਠੀਕ ਹੈ ਜੀ, ਲਿਖਿਆ ਵੀ ਹੋਇਆ। ਸੈਕੰਡ ਇਜ਼ ਦਿਸ, ਜਿਹਨੂੰ ਆਪਾਂ ਸੈਂਟਰਲ ਜਾਂ ਫਿਰ ਮਿਡਲ ਸੈਕਟਰ ਵੀ ਕਹਿ ਦਿੰਦੇ ਹਾਂ। ਠੀਕ ਹੈ ਜੀ, ਐਂਡ ਦਿਸ ਇਜ਼ ਦਾ ਈਸਟਰਨ ਸੈਕਟਰ, ਅਰੁਣਾਚਲ ਪ੍ਰਦੇਸ਼ ਵਾਲਾ ਏਰੀਆ। ਦਿਸ ਇਜ਼ ਦਾ ਈਸਟਰਨ ਸੈਕਟਰ। ਨਾਓ ਹੁਣ ਤੁਸੀਂ ਕਹੋਗੇ ਕਿ ਸਰ ਜੇ ਤਿੰਨਾਂ 'ਚ ਹੀ ਪ੍ਰੋਬਲਮ ਹੈ, ਆਪਾਂ ਸਿਰਫ ਇਹਦੀ ਗੱਲ ਕਿਉਂ ਕਰ ਰਹੇ ਹਾਂ। ਬਿਕੋਜ਼ ਜਿਹੜਾ ਗਲਵਾਨ ਕਲੈਸ਼ ਹੁੰਦਾ ਹੈ ਜਾਂ ਜਿਹੜੀ 1962 ਵਾਰ ਦੀ ਸ਼ੁਰੂਆਤ ਹੁੰਦੀ ਹੈ ਪਿਆਰਿਓ, ਉਹ ਇਸ ਏਰੀਆ ਤੋਂ ਹੁੰਦੀ ਹੈ। ਦ ਵੈਸਟਰਨ ਏਰੀਆ ਇਜ਼ ਦ ਮੋਸਟ ਇੰਪੋਰਟੈਂਟ ਏਰੀਆ। ਹਲੇ ਕਿਉਂਕਿ ਈਸਟਰਨ ਵਿੱਚ ਨਾ ਇੰਡੀਆ ਇਜ਼ ਮੋਰ ਪਾਵਰਫੁਲ, ਕਿਉਂਕਿ ਈਸਟਰਨ ਸੈਕਟਰ ਦੀ ਜਿਹੜੀ ਜੀਓਗ੍ਰਾਫੀ ਹੈ ਨਾ ਉਹਦੇ ਵਿੱਚ ਇੰਡੀਆ ਥੋੜਾ ਡੋਮੀਨੇਟ ਕਰ ਰਿਹਾ, ਬਟ ਵੈਸਟਰਨ ਵਿੱਚ ਸਾਡੀ ਕੁਝ ਕਮੀਆਂ ਨੇ। ਕਦੀ ਵੀ ਚਾਈਨਾ ਜੇ ਵਾਰ ਕਰੇਗਾ ਇਸ ਸਾਈਡ ਤੋਂ ਹੀ ਕਰੇਗਾ। ਓਕੇ, ਸੋ ਹੁਣ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਡਿਵੀਜ਼ਨਸ ਹੈ, ਜਿਹੜੀ ਇਹ LAC ਦੀ ਡਿਵੀਜ਼ਨ ਬਣੀ ਹੈ, ਕਿਸ ਤਰ੍ਹਾਂ ਹੋਈ, ਹਾਊ ਆਲ ਆਫ ਦਿਸ ਹੈਪਨਡ। ਸਮਝੋ, ਨਹਿਰੂ ਸਾਹਿਬ ਤੋਂ ਵੀ ਥੋੜਾ ਪਹਿਲਾਂ ਦੀ ਗੱਲ ਕਰਦੇ ਹਾਂ। ਬ੍ਰਿਟਿਸ਼ਰ ਟਾਈਮ, ਜਦੋਂ ਇੰਡੀਆ ਜਿਹੜਾ ਹੈ ਉਹ ਬ੍ਰਿਟਿਸ਼ਰਸ ਦੇ ਅੰਡਰ ਆਂਦਾ ਸੀ ਤੇ ਚਾਈਨਾ ਅਲੱਗ ਸੀ, ਸੈਪਰੇਟਲੀ ਗਵਰਨ ਕਰ ਰਿਹਾ ਸੀ, ਤੇ ਵਿੱਚ ਹੁੰਦਾ ਸੀ ਤਿੱਬਤ। ਤੁਹਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਦੈਟ ਚਾਈਨਾ ਦੀ ਜਿਹੜੀ ਐਕਚੁਅਲ ਬਾਉਂਡਰੀ ਹੈ ਨਾ ਉਹ ਇੰਡੀਆ ਨਾਲ ਪਹਿਲਾਂ ਨਹੀਂ ਲੱਗਦੀ ਹੁੰਦੀ ਸੀ, ਤਿੱਬਤ ਦੀ ਲੱਗਦੀ ਸੀ। ਤਿੱਬਤ ਨੂੰ ਤੇ ਹੁਣ ਕਬਜ਼ਾ ਕੀਤਾ ਨਾ ਚਾਈਨਾ ਨੇ। ਪਹਿਲਾਂ ਤਿੱਬਤ ਵਾਜ਼ ਅ ਸੈਪਰੇਟ, ਜਿਹਨੂੰ ਆਪਾਂ ਕਹਿੰਦੇ ਹਾਂ ਰਿਆਸਤ, ਇਟ ਵਾਜ਼ ਅ ਸੈਪਰੇਟ ਸਟੇਟ। ਤਿੱਬਤ ਹੁਣ ਜਾ ਕੇ ਚਾਈਨਾ ਦੇ ਅੰਡਰ ਆਇਆ ਤੇ ਤਾਂ ਜਾ ਕੇ ਇੰਡੀਆ ਚਾਈਨਾ ਦੀ ਬਾਉਂਡਰੀ ਨਾਲ ਲੱਗਣ ਲੱਗੀ ਹੈ। ਪਹਿਲਾਂ ਚਾਈਨਾ ਵਾਜ਼ ਸੈਪਰੇਟ ਤਿੱਬਤ ਦੇ ਵਿੱਚ, ਉਸ ਤੋਂ ਬਾਅਦ ਆਂਦਾ ਹੁੰਦਾ ਸੀ ਆਪਣਾ ਇੰਡੀਆ। ਤੇ ਹੋਇਆ ਕੀ ਕਿ ਤਿੱਬਤ
ਨੂੰ ਜਦੋਂ ਬਫਰ ਸਟੇਟ ਬਣਾ ਲਿੱਤਾ ਗਿਆ, ਤਿੱਬਤ ਤੇ ਵੀ ਆਲਮੋਸਟ ਕਬਜ਼ਾ ਕਰ ਹੀ ਲਿੱਤਾ ਸੀ ਬ੍ਰਿਟਿਸ਼ਰਸ ਨੇ, ਤੇ ਉਸ ਟਾਈਮ ਨਾ ਇਹਨਾਂ ਨੇ ਕਿਹਾ ਯਾਰ ਆਪਾਂ ਬਾਉਂਡਰੀ ਬਣਾ ਦਿੰਨੇ ਆ ਕਿ ਤਿੱਬਤ ਨੂੰ ਆਪਾਂ ਬਫਰ ਬਣਾ ਕੇ ਰੱਖਣਾ, ਉੱਥੇ ਆਪਾਂ ਡਾਇਰੈਕਟਲੀ ਕੰਟਰੋਲ ਨਹੀਂ ਕਰਾਂਗੇ, ਪਰ ਹਾਂ ਉੱਥੇ ਦੇ ਬੰਦੇ ਤੇ ਨਾ ਥੋੜਾ ਜਿਹਾ ਪ੍ਰਭਾਵ ਰੱਖਾਂਗੇ ਆਪਣਾ। ਤੇ ਇੱਕ ਸਕਾਲਰ ਸੀ ਜਿਨ੍ਹਾਂ ਦਾ ਨਾਂ ਸੀ ਜੌਨਸਨ ਸਾਹਿਬ ਨੂੰ ਬੁਲਵਾਇਆ ਗਿਆ, ਤੇ ਉਸ ਟਾਈਮ ਚਾਈਨਾ ਜਿਹੜਾ ਹੈ ਉਹਨੂੰ ਕੋਈ ਇੰਨਾ ਪੁੱਛਦਾ ਨਹੀਂ ਹੁੰਦਾ ਸੀ, ਕੋਈ ਇੰਨੀ ਵਧੀਆ ਹਾਲਤ ਨਹੀਂ ਸੀ ਚਾਈਨਾ ਦੀ, ਠੀਕ ਹੈ, ਕੋਈ ਇੰਨਾ ਪ੍ਰਭਾਵ ਨਹੀਂ ਸੀਗਾ। ਤੇ ਜਦੋਂ ਜੌਨਸਨ ਸਾਹਿਬ ਨੂੰ ਬੁਲਾਇਆ ਗਿਆ ਨਾ, ਉਹਨਾਂ ਨੂੰ ਕਿਹਾ ਯਾਰ ਤੇਰੇ ਲਈ ਇੱਕ ਕੰਮ ਹੈ। ਦੱਸੋ ਜੀ, ਕਹਿੰਦਾ ਹੁਕਮ ਕਰੋ। ਕਹਿੰਦਾ ਤੂੰ ਨਾ ਬਾਉਂਡਰੀਜ਼ ਡਰਾ ਕਰ ਦੇ, ਠੀਕ ਹੈ, ਤੂੰ ਬਾਉਂਡਰੀਜ਼ ਡਰਾ ਕਰ ਦੇ ਕਿ ਇੱਧਰ ਤੱਕ ਜਿਹੜੀ ਜੰਮੂ ਕਸ਼ਮੀਰ ਦੀ ਰਿਆਸਤ ਹੈ ਤੇ ਉਧਰ ਜਿਹੜਾ ਤਿੱਬਤ ਹੈ ਤੇ ਉਧਰ ਚਾਈਨਾ ਹੈ, ਇਹਨਾਂ ਦੇ ਵਿੱਚ ਬਾਉਂਡਰੀਜ਼ ਕਿਹੜੀ ਹੋਏਗੀ। ਕਹਿੰਦਾ ਬਿਲਕੁਲ ਸੌਖਾ ਕੰਮ ਹੈ ਜੀ, ਮੈਂ ਹੁਣੇ ਕਰ ਦਿੰਦਾ। ਤੇ ਉਹਨੇ ਕੀ ਕੀਤਾ, ਬਾਉਂਡਰੀਜ਼ ਡਰਾ ਕਰਤੀਆਂ। ਤੇ ਜਿਹੜਾ ਜੌਨਸਨ ਸੀਗਾ ਬੰਦਾ, ਉਹਨੇ ਜਦੋਂ ਬਾਉਂਡਰੀ ਡਰਾ ਕੀਤੀ, ਦੇਖੋ ਧਿਆਨ ਨਾਲ ਮੈਪ ਤੇ, ਇਹ ਵਾਲੀ ਬਾਉਂਡਰੀ ਉਹਨੇ ਡਰਾ ਕਰਤੀ। ਦੇਖੋ ਧਿਆਨ ਨਾਲ, ਇਹ ਲਦਾਖ ਦਾ ਏਰੀਆ ਹੈ, ਇਹ ਵਾਲਾ ਏਰੀਆ ਕਿਹੜਾ ਆ ਰਿਹਾ, ਇਹ ਅਕਸਾਈ ਚਿਨ ਵਾਲਾ ਏਰੀਆ, ਦੇਖ ਰਹੇ ਹੋ, ਜਿਹੜੀ ਇਹ ਮਜੈਂਟਾ ਕਲਰ ਵਾਲੀ ਬਾਉਂਡਰੀ ਹੈ, ਇਹ ਉਹਨੇ ਬਾਉਂਡਰੀ ਡਰਾ ਕਰਤੀ। ਕਹਿੰਦਾ ਲੋ ਜੀ ਤੁਸੀਂ ਮੈਨੂੰ ਕੰਮ ਦਿੱਤਾ, ਆ ਚੱਕੋ ਜੀ। ਕਹਿੰਦਾ ਇਹਦਾ ਮਤਲਬ ਕੀ ਹੈ। ਕਹਿੰਦਾ ਇਹਦਾ ਮਤਲਬ ਇਹ ਹੈ ਜਿਹੜਾ ਇਹ ਅਕਸਾਈ ਚਿਨ ਵਾਲਾ ਏਰੀਆ ਹੈ ਨਾ, ਇਹ ਵਾਲਾ, ਇਹ ਕਿਹਦੇ ਅੰਡਰ ਆਊਗਾ। ਕਹਿੰਦਾ ਇੰਡੀਆ ਦੇ। ਕਹਿੰਦਾ ਠੀਕ ਹੈ ਜੀ, ਤੇ ਉਧਰ ਵਾਲਾ, ਕਹਿੰਦਾ ਉਹ ਚਾਈਨਾ ਦੇ ਕੋਲ। ਕਹਿੰਦਾ ਬਹੁਤ ਵਧੀਆ ਜੀ, ਘੈਂਟ ਗੱਲ ਹੈ, ਮੰਨ ਗਏ, ਠੀਕ ਹੈ ਜੀ। ਹੁਣ ਇਹ ਚੀਜ਼ ਚੱਲਦੀ ਰਹੀ ਜਦੋਂ ਬ੍ਰਿਟਿਸ਼ਰਸ ਦੇ ਅੰਡਰ ਇੰਡੀਆ ਸੀ, ਕਿਸੇ ਨੇ ਕੁਛ ਨਹੀਂ ਕਿਹਾ, ਚੱਲਦਾ ਰਿਹਾ। ਬਾਅਦ ਚ ਇੱਕ ਦਿਨ ਚਾਈਨਾ ਉੱਠਿਆ ਤੇ ਚਾਈਨਾ ਨੇ ਕਿਹਾ ਯਾਰ ਇਹ ਤੇ ਆਪਣੇ ਹੱਥੋਂ ਹੀ ਚਲੇ ਗਿਆ, ਸਾਨੂੰ ਪ੍ਰੋਟੈਸਟ ਕਰਨਾ ਚਾਹੀਦਾ, ਸਾਨੂੰ ਬ੍ਰਿਟਿਸ਼ਰਸ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ। ਤੇ ਉਹਨਾਂ ਨੇ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਪਰ ਸੁਣਦਾ ਕੌਣ। ਬ੍ਰਿਟਿਸ਼ ਦਾ ਰੁਤਬਾ ਤੁਸੀਂ ਸੋਚ ਕੇ ਦੇਖੋ, ਜਿਹਨੇ ਅੱਧੀ ਦੁਨੀਆ ਤੇ ਕਬਜ਼ਾ ਕੀਤਾ ਹੋਇਆ, ਉਹਦਾ ਕੀ ਰੁਤਬਾ ਹੋਏਗਾ, ਕਿੰਨੀ ਸਟਰੋਂਗ ਉਹਦੀ ਆਰਮੀ, ਕਿੰਨੀ ਸਟਰੋਂਗ ਉਹਦੀ ਨੇਵੀ ਹੋਏਗੀ। ਤੇ ਕਿਸੇ ਨੇ ਨਹੀਂ ਚਾਈਨਾ ਦੀ ਸੁਣੀ। ਪਰ ਰਸ਼ੀਆ ਯੁੱਧ ਕਰਨ ਆ ਗਿਆ ਬ੍ਰਿਟੇਨ ਨਾਲ। ਰਸ਼ੀਆ ਆਪਣੇ ਆਪ ਨੂੰ ਵੀ ਬਹੁਤ ਵੱਡੀ ਪਾਵਰ ਸਮਝਦਾ ਸੀ। ਰਸ਼ੀਆ ਆਪਣੀ ਮਿਲਟਰੀ ਨੂੰ ਵਧਾਉਣ ਲੱਗ ਗਿਆ, ਰਸ਼ੀਆ ਨੇਵੀ ਨੂੰ ਵਧਾਉਣ ਲੱਗ ਗਿਆ। ਤੇ ਜਦੋਂ ਇਹੋ ਜਿਹੀਆਂ ਚੀਜ਼ਾਂ ਹੋਈਆਂ ਨਾ, ਉਹਨਾਂ ਨੂੰ ਡਰ ਪੈ ਗਿਆ ਬ੍ਰਿਟੇਨ ਨੂੰ ਕਿ ਹੁਣ ਰਸ਼ੀਆ ਜਿਹੜਾ ਹੈ, ਜੇ ਇਹਨੇ ਅਫਗਾਨਿਸਤਾਨ ਵਗੈਰਾ ਤੇ ਕਬਜ਼ਾ ਕਰ ਲਿਆ ਤੇ ਅਗਲਾ ਤੇ ਇੰਡੀਆ ਹੈ, ਮੈਂ ਤੇ ਗਿਆ। ਇਸ ਪੂਰੇ ਕਨਸੈਪਟ ਨੂੰ ਨਾ ਗ੍ਰੇਟ ਗੇਮ ਕਿਹਾ ਜਾਂਦਾ ਹਿਸਟਰੀ ਵਿੱਚ। ਹਿਸਟਰੀ ਵਿੱਚ ਨਾ ਜਦੋਂ ਵੀ ਤੁਹਾਨੂੰ ਹਿਸਟਰੀ ਤੁਸੀਂ ਪੜ੍ਹੋਗੇ, ਗ੍ਰੇਟ ਗੇਮ ਕਰਕੇ ਕਨਸੈਪਟ ਆਉਂਦਾ। ਇਸ ਗੇਮ ਵਿੱਚ ਕੌਣ-ਕੌਣ, ਰਸ਼ੀਆ ਸੀ ਇੱਕ ਤਰਫ ਤੋਂ ਸੀ ਬ੍ਰਿਟੇਨ। ਹੁਣ ਇਸ ਗੇਮ ਨੂੰ ਜਿੱਤਣਾ ਚਾਹੁੰਦਾ ਸੀ ਬ੍ਰਿਟੇਨ, ਤੇ ਉਹ ਕਹਿੰਦੇ ਸੀ ਰਸ਼ੀਆ ਦੀ ਇੰਟਰਵੈਂਸ਼ਨ ਨਹੀਂ ਸਾਨੂੰ ਚਾਹੀਦੀ। ਪਰ ਰਸ਼ੀਆ ਬੜਾ ਦਿਮਾਗ ਵਾਲਾ ਨਿਕਲਿਆ। ਉਹਨੇ ਕਿਹਾ ਯਾਰ ਕਿਉਂ ਨਾ ਮੈਂ ਚਾਈਨਾ ਦਾ ਯੂਜ਼ ਕਰਕੇ, ਚਾਈਨਾ ਨੂੰ ਨਾਲ ਲੈ ਕੇ ਤਿੱਬਤ ਤੇ ਕਬਜ਼ਾ ਲੈ ਲਵਾਂ। ਤੇ ਤਿੱਬਤ ਤੇ ਬਿਲਕੁਲ ਬਫਰ ਸਟੇਟ ਇਹਨਾਂ ਦੀ ਇੱਕ ਹੋਰ ਹੈ, ਉਸ ਤੋਂ ਬਾਅਦ ਇੰਡੀਆ ਚੱਲ ਜਾਂਗੇ, ਇੰਡੀਆ 'ਚ ਕਬਜ਼ਾ ਕਰ ਲਾਂਗੇ। ਵਧੀਆ ਗੱਲ ਹੈ, ਹਾਂਜੀ ਬਹੁਤ ਵਧੀਆ ਗੱਲ ਹੈ ਜੀ। ਪਰ ਬ੍ਰਿਟਿਸ਼ਰਸ ਨੂੰ ਇਸ ਚੀਜ਼ ਦੀ ਭਣਕ ਲੱਗੀ ਤੇ ਬ੍ਰਿਟਿਸ਼ਰਸ ਨੇ ਚਾਈਨੀਜ਼ ਨਾਲ ਗੱਲ ਕਰਨ ਗਏ। ਜਦੋਂ ਚਾਈਨੀਜ਼ ਨਾਲ ਗੱਲ ਕੀਤੀ, ਉਹਨੂੰ ਕਿਹਾ ਯਾਰ ਦੱਸੋ ਯਾਰ, ਦੇਖੋ ਅਸਲੀ ਪਾਵਰ ਤੇ ਅਸੀਂ ਹੈ, ਤੁਸੀਂ ਰਸ਼ੀਆ ਵਾਲਿਆਂ ਨਾਲ ਕੀ ਲੈਣਾ, ਤੁਸੀਂ ਇੱਥੇ ਗੱਲ ਕਰੋ ਯਾਰ, ਜੇ ਤੁਹਾਨੂੰ ਕੋਈ ਚੀਜ਼ ਚਾਹੀਦੀ ਆ ਆਪਾਂ ਦੇ ਦਿੰਦੇ ਯਾਰ, ਕਿੱਡੀ ਗੱਲ ਹੈ। ਕਹਿੰਦੇ ਠੀਕ ਹੈ ਜੀ, ਆਹ ਜਿਹੜਾ ਅਕਸਾਈ ਚਿਨ ਵਾਲਾ ਪਾਰਟ ਹੈ ਨਾ, ਇਹ ਸਾਡੇ ਵਾਲੀ ਸਾਈਡ ਕਰ ਦਿਓ, ਇਹ ਤੁਸੀਂ ਇੰਡੀਆ ਨੂੰ ਦੇ ਦਿੱਤਾ। ਬ੍ਰਿਟਿਸ਼ਰਸ ਨੇ ਕਿਹਾ ਠੀਕ ਹੈ ਜੀ, ਚੱਕੋ। ਪਹਿਲਾਂ ਜੌਨਸਨ ਨੂੰ ਬੁਲਾਇਆ ਸੀ, ਫਿਰ ਬੁਲਾਇਆ ਦੂਸਰੇ ਬੰਦੇ ਨੂੰ, ਕੀ ਨਾਂ ਸੀ ਉਹਦਾ, ਮੈਕਡੋਨਲਡ। ਜਿਹੜਾ ਮੈਕਡੋਨਲਡ ਹੈ ਨਾ, ਉਹਨੇ ਇਹ ਮਜੈਂਟਾ ਵਾਲੀ ਲਾਈਨ ਕਹਿੰਦਾ ਇਹ ਨਹੀਂ ਮੰਨੀ ਜਾਊਗੀ ਜੀ, ਹੁਣ ਤੋਂ ਆਪਾਂ ਮੰਨਾਂਗੇ ਇਹ ਵਾਲੀ ਲਾਈਨ, ਹੁਣ ਤੋਂ ਆਪਾਂ ਮੰਨਾਂਗੇ ਇਹ ਵਾਲੀ ਲਾਈਨ। ਜਦੋਂ ਤੁਸੀਂ ਇਹ ਲਾਈਨ ਦੇਖੋਗੇ ਨਾ, ਇਹਨੇ ਸਾਰਾ ਅਕਸਾਈ ਚਿੰਨ ਤਾਂ ਦੇ ਦਿੱਤਾ ਚਾਈਨਾ ਨੂੰ, ਹੈ ਨਾ। ਬ੍ਰਿਟਿਸ਼ਰਸ, ਤੁਸੀਂ ਨਾ ਇਹ ਚੀਜ਼ ਦੇਖਿਓ, ਜਿੰਨੇ ਵੀ ਆਪਣੇ ਦੁਨੀਆ 'ਚ ਪਵਾੜੇ ਪਏ ਹੋਏ ਨੇ ਨਾ, ਚਾਹੇ ਉਹ ਇਜ਼ਰਾਈਲ ਦਾ ਮੁੱਦਾ ਹੈ, ਚਾਹੇ ਉਹ ਈਰਾਨ ਦਾ ਮੁੱਦਾ ਹੈ, ਉਹ ਸਾਰੇ ਹੀ ਜਿਹੜੇ ਪੰਗੇ ਪਾਏ ਹੋਏ ਨੇ, ਇੰਡੀਆ ਪਾਕਿਸਤਾਨ ਦਾ ਮੁੱਦਾ ਹੈ, ਇੰਡੀਆ ਚਾਈਨਾ ਦਾ ਜਿਹੜਾ ਯੁੱਧ ਹੈ, ਸਾਊਥ ਕੋਰੀਆ ਨਾਰਥ ਕੋਰੀਆ ਦਾ ਯੁੱਧ ਹੈ, ਹਾਂਗਕਾਂਗ ਦਾ ਮੁੱਦਾ ਹੈ, ਜਿੰਨੇ ਵੀ ਸਾਰੇ ਪੰਗੇ ਪਾਏ ਹੋਏ ਨੇ ਨਾ, ਉਹਦੀ ਜੜ ਬ੍ਰਿਟਿਸ਼ਰਸ ਨੇ।
ਤੇ ਲੰਡਨ ਦਾ ਜਿਹੜਾ ਤੁਸੀਂ ਜਾਂਦੇ ਹੋ ਜਾਂ ਤੁਸੀਂ ਉੱਥੇ ਜਾ ਕੇ ਮਿਊਜ਼ੀਅਮਸ ਦੇਖਦੇ ਹੋ ਨਾ, ਉਹ ਸਾਰੀਆਂ ਚੀਜ਼ਾਂ ਉਹਦਾ ਸਬੂਤ ਹੈ ਕਿ ਦੇਖੋ ਅਸੀਂ ਪੂਰੀ ਦੁਨੀਆ ਤੋਂ ਕੀ ਲੁੱਟ ਕੇ ਲੈ ਕੇ ਆਏ, ਉਹ ਤੁਹਾਨੂੰ ਇਹ ਦਿਖਾ ਰਹੇ ਨੇ। ਤੇ ਯੂਕੇ ਪਾਸਪੋਰਟ ਲੈਣਾ ਕੋਈ ਗਰਵ ਵਾਲੀ ਗੱਲ ਨਹੀਂ ਹੈ। ਦੁਨੀਆ ਦੀ ਸਭ ਤੋਂ ਜ਼ਿਆਦਾ ਜੇ ਐਕਸਪਲੋਇਟ ਵਾਲੀ ਕੰਟਰੀ ਹੈ, ਜੇ ਜਿਹਨੂੰ ਦੂਸਰਿਆਂ ਨੂੰ ਜਿਸਨੇ ਐਕਸਪਲੋਇਟ ਕੀਤਾ ਨਾ, ਦੈਟ ਇਜ਼ ਯੂਨਾਈਟਿਡ ਕਿੰਗਡਮ, ਬ੍ਰਿਟੇਨ ਹੈ ਉਹ। ਅੱਜ ਜੇ ਇੰਡੀਆ ਪਾਕਿਸਤਾਨ ਦੀ ਵਾਰ ਵਿੱਚ ਇੰਨੇ ਲੋਕ ਮਰ ਰਹੇ ਨੇ ਨਾ, ਉਹਨਾਂ ਕਰਕੇ ਮਰ ਰਹੇ ਨੇ। ਅੱਜ ਤੁਸੀਂ ਦੇਖ ਰਹੇ ਹੋ ਕਿ ਇਜ਼ਰਾਈਲ ਵਿੱਚ ਕੀ ਹੋ ਰਿਹਾ ਹੈ, ਈਰਾਨ ਕਿੱਦਾਂ ਉਹਨਾਂ ਨੂੰ ਮਾਰਿਆ ਜਾ ਰਿਹਾ, ਗਾਜ਼ਾ ਸਟ੍ਰਿਪ ਵਿੱਚ ਕੀ ਹੋ ਰਿਹਾ ਹੈ, that is all because of these people। ਤੇ ਇਹ ਦੇਖੋ ਇੱਥੇ ਵੀ ਇਹਨਾਂ ਨੇ ਕਿੱਦਾਂ ਪਵਾੜਾ ਪਾਤਾ। ਹੁਣ ਜਦੋਂ ਇਹ ਚੀਜ਼ ਹੋ ਗਈ, ਇੰਡੀਆ ਨੇ ਇਹ ਨਹੀਂ ਮੰਨੀ, ਠੀਕ ਹੈ, ਇੰਡੀਆ ਇਹਨੂੰ ਕਿਉਂ ਮੰਨੇਗਾ? ਐਕਸਾਈਜ਼ਨ ਇੰਡੀਆ ਦੇ ਕੋਲ ਨਹੀਂ ਆ ਰਿਹਾ। ਇੰਡੀਆ ਕਹਿੰਦਾ ਜਦੋਂ ਪਹਿਲਾਂ ਤੁਸੀਂ ਇੱਕ ਲਾਈਨ ਬਣਾਤੀ, ਤੁਸੀਂ ਦੁਬਾਰਾ ਦੂਸਰੀ ਕਿਉਂ ਬਣਾ ਰਹੇ ਹੋ, ਵੀ ਸਾਨੂੰ ਬਿਨਾਂ ਪੁੱਛੇ। ਚਾਈਨਾ ਕਹਿੰਦਾ ਯਾਰ ਦੁਬਾਰਾ ਬਣਾਈ ਹੈ ਮੈਨੂੰ ਪੁੱਛ ਕੇ, ਮੈਂ ਉਹਦਾ ਪਾਰਟ ਸੀ, ਤੁਸੀਂ ਪਹਿਲਾਂ ਵਾਲੀ ਮੈਨੂੰ ਪੁੱਛ ਕੇ ਨਹੀਂ ਬਣਾਈ, ਤੇ ਮੈਂ ਤੇ ਇਹ ਵਾਲੀ ਮੰਨੂੰਗਾ। This is where the dispute starts in the western sector, ਪਿਆਰਿਓ। ਇਹ ਇੱਕ ਉਹੋ ਜਿਹਾ ਟਰਨਿੰਗ ਪੁਆਇੰਟ ਸੀ ਜਦੋਂ ਆਉਣ ਵਾਲੇ 100 ਸਾਲਾਂ ਦਾ ਨਾ ਕਿਸੇ ਜੋਤਿਸ਼ ਦੀ ਲੋੜ ਨਹੀਂ ਸੀ। ਆਉਣ ਵਾਲੇ 100 ਸਾਲਾਂ ਦਾ ਫਿਊਚਰ ਕੋਈ ਆਮ ਬੰਦਾ ਵੀ ਦੇਖ ਕੇ ਦੱਸ ਦਿੰਦਾ ਕਿ ਯਾਰ ਜਦੋਂ ਇਹੋ ਜਿਹਾ ਪੰਗਾ ਬ੍ਰਿਟਿਸ਼ਰਸ ਪਾ ਗਏ, ਦੈਟ ਮੀਨਸ ਲੜਾਈ ਹੋਣੀ ਹੀ ਹੋਣੀ ਹੈ। ਉਹ ਅੱਜ ਤੱਕ ਆਪਾਂ 2020 ਚ ਵੀ ਗਲਵਾਨ ਹੋਇਆ, ਆਪਾਂ ਅੱਜ ਤੱਕ ਉਹ ਚੀਜ਼ਾਂ ਫੇਸ ਕਰ ਰਹੇ ਹਾਂ, ਠੀਕ ਹੈ ਪਿਆਰਿਓ। ਨਾਓ ਜਦੋਂ ਇਹ ਸਾਰੀਆਂ ਚੀਜ਼ਾਂ ਹੋ ਗਈਆਂ, ਇਹ ਹੈ ਬ੍ਰਿਟਿਸ਼ ਕਾਲ ਦੀ ਗੱਲ। ਤੇ ਹੁਣ ਆਪਾਂ ਚੱਲਦੇ ਹਾਂ ਜਦੋਂ ਦੇਸ਼ ਹੋਇਆ ਆਜ਼ਾਦ। ਜਦੋਂ 1947 ਵਿੱਚ ਦੇਸ਼ ਆਜ਼ਾਦ ਹੋਇਆ ਨਾ ਪਿਆਰਿਓ, ਚਾਈਨਾ ਉਸ ਟਾਈਮ ਤੇ ਆਜ਼ਾਦ ਨਹੀਂ ਸੀ। ਚਾਈਨਾ ਨੂੰ ਆਜ਼ਾਦੀ ਮਿਲੀ ਹੈ, ਜਾਂ ਚਾਈਨਾ ਜਿਹੜਾ ਅੱਜ ਜਿਹਨੂੰ ਆਪਾਂ ਚਾਈਨਾ ਜਾਣਦੇ ਹਾਂ, ਉਹ ਬਣਿਆ ਹੈ 1949 ਦੇ ਵਿੱਚ। ਤੇ ਨਹਿਰੂ ਸਾਹਿਬ ਨੂੰ ਮੈਂ ਕਲਾਸ 'ਚ ਤੇ ਬਹੁਤ ਅੱਛੀ ਤਰ੍ਹਾਂ ਉਹਨਾਂ ਦਾ ਵਰਣਨ ਕੀਤਾ ਸੀ, ਅਮੈਂਡਮੈਂਟ ਜਦੋਂ ਆਪਾਂ ਕਰ ਰਹੇ ਸੀ। ਮੈਂ ਦੁਬਾਰਾ ਤੁਹਾਨੂੰ ਦੱਸੂਗਾ। ਨਹਿਰੂ ਸਾਹਿਬ ਨੂੰ ਸਮਝਣ ਦੇ ਲਈ ਸਮਝੋ ਉਹਨਾਂ ਦੀ ਪਾਲਿਸੀਜ਼ ਨੂੰ, ਉਹਨਾਂ ਦੇ ਕਰੈਕਟਰ ਨੂੰ। ਨਹਿਰੂ ਸਾਹਿਬ ਦੀ ਜਿਹੜੀ ਪਾਲਿਸੀ ਹੈ ਉਹ ਸੀ ਹਿੰਦੀ ਚੀਨੀ ਭਾਈ ਭਾਈ। ਉਹਨਾਂ ਨੂੰ ਲੱਗਦਾ ਸੀ ਦੁਨੀਆ ਇੱਕ ਬਹੁਤ ਵਧੀਆ ਜਗ੍ਹਾ ਹੈ, ਜੇ ਮੈਂ ਵਧੀਆ ਬਣ ਕੇ ਰਹੂੰਗਾ ਦੁਨੀਆ ਵੀ ਮੇਰੇ ਨਾਲ ਵਧੀਆ ਹੀ ਬਣ ਕੇ ਰਹੇਗੀ। ਉਹਨਾਂ ਨੂੰ ਲੱਗਦਾ ਸੀ ਯਾਰ ਆਪਾਂ ਕਿਉਂ ਲੜਾਈ ਕਰਨੀ ਹੈ, ਬਾਰਡਰ ਡਿਸਪਿਊਟ ਹੈ, ਬਹਿ ਕੇ ਸੋਲਵ ਕਰ ਲਾਂਗੇ, ਕੋਈ ਚੱਕਰ ਨਹੀਂ, ਬਸ ਲੜਾਈ ਨਹੀਂ ਹੋਣੀ ਚਾਹੀਦੀ। ਹੁਣ ਇਮੈਜਿਨ ਕਰੋ, ਇੱਕ ਬੰਦਾ ਲੜਨ ਨੂੰ ਤਿਆਰ ਹੈ, ਇੱਕ ਬੰਦਾ ਛਿੱਤਰੋ ਛਿੱਤਰੀ ਹੋਣ ਨੂੰ ਤਿਆਰ ਹੈ, ਪਰ ਦੂਸਰਾ ਬੰਦਾ ਕਹਿੰਦਾ ਹੈ ਕਿ ਨਹੀਂ ਯਾਰ ਤੂੰ ਲੜਾਈ ਨਾ ਕਰ, ਉੱਚਾ ਨਾ ਬੋਲ, ਤੂੰ ਹੱਥੋਂ ਪਾਈ ਤੇ ਨਾ ਉਤਰ, ਬਈ ਤੈਨੂੰ ਮੈਂ ਥੋੜਾ ਜਿਹਾ ਕੰਸੈਸ਼ਨ ਦੇ ਦਿੰਦਾ। ਜਦੋਂ ਆਪਾਂ ਇਹ ਚੀਜ਼ ਜ਼ਿੰਦਗੀ 'ਚ ਫੋਲੋ ਕਰਦੇ ਹਾਂ ਨਾ ਜੀ, ਇਹਦਾ ਮਤਲਬ, ਜਾਂ ਜਦੋਂ ਆਪਾਂ ਇੰਟਰਨੈਸ਼ਨਲ ਰਿਲੇਸ਼ਨਸ ਫੋਲੋ ਕਰਦੇ ਹਾਂ, ਜਾਂ ਜਦੋਂ ਆਪਾਂ ਇਹਨੂੰ ਪੋਲਿਟਿਕਸ ਵਿੱਚ ਫੋਲੋ ਕਰਦੇ ਹਾਂ, ਤੇ ਇਹਨੂੰ ਕਿਹਾ ਜਾਂਦਾ ਹੈ ਦ ਪੋਲਿਟਿਕਸ ਆਫ ਅਪੀਜ਼ਮੈਂਟ। ਦਿਸ ਇਜ਼ ਦ ਪੋਲਿਟਿਕਸ ਆਫ ਅਪੀਜ਼ਮੈਂਟ। ਹੁਣ ਆਪੋਜੀਸ਼ਨ ਇਹੀ ਇਲਜ਼ਾਮ ਲਾਉਂਦੀ ਹੈ, ਪਤਾ ਹੈ, ਨਹਿਰੂ ਸਾਹਿਬ ਤੇ, ਕਿ ਤੁਸੀਂ ਤਾਂ ਅਪੀਜ਼ ਕਰ ਲਿਆ, ਤੁਸੀਂ ਤੇ ਮਾਓ ਦੇ ਕਹਿੰਦੇ ਘੁੱਟ ਕੇ ਚਰਨ ਹੀ ਫੜ ਲਏ। ਇਦਾਂ ਦਾ ਕੁਝ ਨਹੀਂ ਸੀ ਪਿਆਰਿਓ, ਉਹ ਬਸ ਜੰਗ ਅਵੋਇਡ ਕਰਨਾ ਚਾਹੁੰਦੇ ਸੀ, ਠੀਕ ਹੈ। ਤੇ ਉਸ ਕਰਕੇ ਉਹਨਾਂ ਨੇ ਕਿਹਾ ਯਾਰ ਕੋਈ ਨਹੀਂ, ਰਲ ਮਿਲ ਕੇ ਆਪਾਂ ਗੱਲਾਂ ਕਰ ਲਾਂਗੇ, ਕੋਈ ਨਹੀਂ ਹੋ ਜਾਏਗਾ, ਕੋਈ ਗੱਲ ਨਹੀਂ, ਠੀਕ ਹੈ। ਕੋਸ਼ਿਸ਼ ਇਹਨਾਂ ਨੇ ਬਹੁਤ ਕੀਤੀ। ਤੁਸੀਂ ਜੇ ਹੋਰ ਇੰਟਰਸਟ ਤੁਹਾਨੂੰ ਆਉਂਦਾ ਕਦੀ, ਇਹ ਆਪਣੇ AS ਭਸੀਨ ਸਾਹਿਬ ਦੀ ਕਿਤਾਬ ਹੈ, ਇਹ ਮੈਂ ਤਾਂ ਕਰਕੇ ਇੱਥੇ ਫੋਟੋ ਲਾਈ ਹੈ ਕਿ ਤੁਸੀਂ ਇਹ ਪੜ੍ਹ ਸਕਦੇ ਹੋ। ਬਹੁਤ ਹੀ ਵਧੀਆ ਤਰੀਕੇ ਨਾਲ ਇਸ ਵਿੱਚ ਦਿੱਤਾ ਗਿਆ। ਨਾਓ ਜਦੋਂ ਨਹਿਰੂ ਸਾਹਿਬ ਨੇ ਗੱਲ ਕੀਤੀ ਹਿੰਦੀ ਚੀਨੀ ਭਾਈ ਭਾਈ, ਤੇ ਉਧਰ ਦੇ ਜਿਹੜੇ ਮਾਓ ਜ਼ੇਡੋਂਗ ਸੀ, ਉਹਨਾਂ ਦਾ ਜਿਹੜਾ ਪ੍ਰਧਾਨ ਮੰਤਰੀ ਸੀ, ਉਹਨੂੰ ਲੱਗਿਆ ਕਿ ਯਾਰ ਬੰਦਾ ਤੇ ਠੀਕ ਹੀ ਲੱਗ ਰਿਹਾ, ਕੀ ਪਤਾ ਗੱਲ ਮੰਨੀ ਜਾਵੇ, ਆਪਾਂ ਗੱਲ ਕਰਕੇ ਦੇਖਦੇ ਹਾਂ। ਤੇ ਮੋਦੀ ਸਾਹਿਬ ਨੇ ਇਹਨਾਂ ਨੂੰ ਇਨਵੀਟੇਸ਼ਨ ਪਾਇਆ ਕਿ ਤੁਸੀਂ ਇੰਡੀਆ ਦਾ ਦੌਰਾ ਕਰੋ। ਜਦੋਂ ਇਹਨਾਂ ਨੂੰ ਇਨਵੀਟੇਸ਼ਨ ਪਾਇਆ ਕਿ ਤੁਸੀਂ ਇੰਡੀਆ ਦਾ ਦੌਰਾ ਕਰੋ, ਤੇ ਉਹਨਾਂ ਨੇ ਐਕਸੈਪਟ ਕਰ ਲਿਆ, ਐਂਡ ਹੀ ਕੇਮ ਟੂ ਇੰਡੀਆ। ਉਸ ਟਾਈਮ ਭਾਖੜਾ ਨੰਗਲ ਡੈਮ ਬਣਦਾ ਪਿਆ ਸੀ, ਠੀਕ ਹੈ ਜੀ, ਜਿਹੜਾ ਅੱਜ ਸਾਡੇ ਪੰਜਾਬ ਹਿਮਾਚਲ ਦੀ ਸ਼ਾਨ ਹੈ, ਉਹ ਬਣਦਾ ਪਿਆ ਸੀ। ਨਹਿਰੂ ਸਾਹਿਬ ਉਹਦਾ ਨਿਰੀਖਣ ਕਰਨ ਜਾਂਦੇ ਸੀ। ਤੇ ਇਹਨਾਂ ਨੇ ਜਦੋਂ ਚਾਈਨੀਜ਼ ਪ੍ਰੀਮੀਅਰ ਆਏ, ਇਹਨਾਂ ਨੇ ਕਿਹਾ ਚਲੋ ਤੁਹਾਨੂੰ ਮੈਂ ਦਿਖਾ ਕੇ ਲੈ ਕੇ ਆਉਣਾ ਆਪਾਂ ਕਿੰਨਾ ਵੱਡਾ ਇੱਕ ਡੈਮ ਬਣਾ ਰਹੇ ਹਾਂ। ਚਲੋ ਜੀ, ਉੱਥੇ ਜਾ ਕੇ ਇਹਨਾਂ ਨੇ ਰਸਤੇ 'ਚ ਗੱਲਾਂ ਕਰਦੇ ਜਾ ਰਹੇ ਹੈ, ਤੇ ਉੱਥੇ ਗੱਲ ਕਰਦੇ ਜਾ ਰਹੇ ਹੈ ਕਿ ਯਾਰ
ਸਰ ਆਪਾਂ ਕਿਉਂ ਇੱਕ ਦੂਸਰੇ ਨਾਲ ਲੜਨ ਦੀ ਗੱਲ ਕਰ ਰਹੇ ਹਾਂ, ਕਿਉਂ ਆਪਾਂ ਬਾਰ-ਬਾਰ ਗਲੋਂ ਗਲੀ ਹੋਣ ਦੀ ਗੱਲ ਕਰ ਰਹੇ ਹਾਂ, ਆਪਾਂ ਹੱਥ ਕਿਉਂ ਨਹੀਂ ਮਿਲਾ ਰਹੇ? ਤੇ ਉਹ ਕਹਿੰਦਾ ਯਾਰ ਮੈਨੂੰ ਕੋਈ ਪ੍ਰੋਬਲਮ ਥੋੜੀ ਹੈ, ਆਪਾਂ ਹੱਥ ਮਿਲਾ ਲੈਂਦੇ, ਕਾਹਦੀ ਗੱਲ ਹੈ, ਕਿੱਡੀ ਗੱਲ ਹੈ? ਕਹਿੰਦਾ ਠੀਕ ਹੈ, ਤੇ ਅੱਜ ਤੋਂ ਆਪਾਂ ਪ੍ਰਣ ਲੈਂਦੇ ਹਾਂ ਦੈਟ ਕੁਛ ਵੀ ਹੋਏਗਾ ਨਾ, ਆਪਾਂ ਇੱਕ ਦੂਸਰੇ ਦੀ ਇੰਟਰਨਲ ਪੋਲਿਟਿਕਸ ਵਿੱਚ ਦਖਲਅੰਦਾਜ਼ੀ ਨਹੀਂ ਕਰਾਂਗੇ। ਜੋ ਵੀ ਕੋਈ ਵੀ ਡਿਸਪਿਊਟ ਹੈ ਉਹਨੂੰ ਆਪਸ 'ਚ ਬਹਿ ਕੇ ਸੋਲਵ ਕਰਾਂਗੇ ਬੰਦਿਆਂ ਵਾਂਗ, ਤੀਸਰੀ ਪਾਰਟੀ ਕੋਲ ਨਹੀਂ ਜਾਵਾਂਗੇ। ਇੱਦਾਂ ਦੇ ਹੋਰ ਐਗਰੀਮੈਂਟਸ 5 ਐਗਰੀਮੈਂਟਸ ਹੋਏ ਜਿਨ੍ਹਾਂ ਦਾ ਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਪੰਚਸ਼ੀਲ ਐਗਰੀਮੈਂਟ ਸਾਈਨ ਹੋਇਆ। ਹੁਣ ਸਾਈਨਿੰਗ ਆਫ ਦਾ ਪੰਚਸ਼ੀਲ ਐਗਰੀਮੈਂਟ ਸੀਗੀ ਚਾਈਨਾ ਵਿੱਚ, ਪਰ ਸਾਡਾ ਜਿਹੜਾ ਨੰਗਲ ਹੈ, ਜਿਹੜਾ ਪੰਜਾਬ, ਤੁਸੀਂ ਅੱਜ ਵੀ ਜਾ ਕੇ ਦੇਖੋਗੇ ਨਾ, ਸ਼ਾਇਦ ਤੂੰ ਪੰਜਾਬੀ ਮੇਰੀ ਵੀਡੀਓ ਦੇਖ ਰਹੇ ਹੋਣਗੇ, ਪਰ ਮੈਨੂੰ ਗਰੰਟੀ ਨਾ ਪਤਾ ਹੈ ਕਿ ਬਹੁਤ ਇਹੋ ਜਿਹੇ ਪੰਜਾਬੀ ਹੋਣਗੇ ਜਿਨ੍ਹਾਂ ਨੂੰ ਇਸ ਬਾਰੇ ਗਿਆਨ ਨਹੀਂ ਹੈ ਕਿ ਨੰਗਲ ਵਿੱਚ, ਨੰਗਲ ਦੀ ਜਿਹੜੀ ਧਰਤੀ ਹੈ ਉੱਥੇ ਆਪਣੇ ਨਹਿਰੂ ਸਾਹਿਬ ਤੇ ਨਾਲ ਉਹਨਾਂ ਦੇ ਚਾਈਨੀਜ਼ ਦੇ ਪ੍ਰੀਮੀਅਰ ਬੈਠ ਕੇ ਪਹਿਲੀ ਵਾਰ ਵਿਚਾਰ ਉਹਨਾਂ ਨੂੰ ਉੱਥੇ ਆਇਆ ਪੰਚਸ਼ੀਲ ਦਾ ਆਈਡੀਆ ਦਾ, ਤੇ ਇਨਫੋਰਮਲੀ ਉਹਨਾਂ ਨੇ ਉੱਥੇ ਹੀ ਹਾਂ ਕੀਤੀ ਸੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਆਪਣੇ ਨੰਗਲ ਦੀ ਗੱਲ ਹੈ, ਸੋਚੋ ਇੰਡੀਆ ਚਾਈਨਾ ਰਿਲੇਸ਼ਨਸ ਵਿੱਚ ਨੰਗਲ ਦਾ ਨਾਮ ਹਮੇਸ਼ਾ ਆਉਂਦਾ, ਠੀਕ ਹੈ ਜੀ। ਸੋ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਇਹ ਪੰਚਸ਼ੀਲ ਜਿਹੜਾ ਸੀ ਉਹਦੀ ਆਪਾਂ ਜਿਹੜੀ ਅੱਜ ਵੀ ਇਹ ਨੰਗਲ 'ਚ ਲੱਗੀ ਹੋਈ ਹੈ, ਤੁਸੀਂ ਦੇਖ ਕੇ ਆਇਓ, ਦਿਸ ਇਜ਼ ਦ ਹੋਲ ਐਗਰੀਮੈਂਟ। ਤੇ ਇਸ ਸਾਈਡ ਤੁਸੀਂ ਮੇਰੇ ਦੇਖ ਸਕਦੇ ਹੋ ਨਹਿਰੂ ਸਾਹਿਬ ਵਿਦ ਉਸ ਟਾਈਮ ਦੇ ਚਾਈਨੀਜ਼ ਪ੍ਰੀਮੀਅਰ, ਠੀਕ ਹੈ ਜੀ। ਤੇ ਜਦੋਂ ਹੁਣ ਤੁਸੀਂ ਦੇਖੋਗੇ, ਜਦੋਂ ਬੰਦੇ ਨੇ ਇਹੀ ਕਹੂਗਾ ਨਾ ਯਾਰ ਕਿ ਯਾਰ ਹੁਣ ਮੈਂ ਸਾਈਨ ਤੇ ਕਰ ਲਿਆ ਪੰਚਸ਼ੀਲ, ਉਹ ਬੰਦਾ ਐਗਰੀ ਵੀ ਕਰ ਗਿਆ, ਉਹ ਬੰਦੇ ਨੇ ਸਾਈਨ ਵੀ ਕਰਤੇ, ਲਿਖਤੀ ਵੀ ਦੇਤਾ ਕਿ ਯਾਰ ਮੈਂ ਗੱਲਾਂ ਮੰਨੂੰਗਾ, ਐਗਰੈਸ਼ਨ ਨਹੀਂ ਕਰੂੰਗਾ। ਪਰ ਹੁੰਦਾ ਕੀ ਹੈ, ਥੋੜੀ ਦੇਰ ਬਾਅਦ ਹੀ 1956-57 ਵਿੱਚ ਉਹਨਾਂ ਦੀਆਂ ਅਸਲੀ ਨੀਤਾਂ ਬਾਹਰ ਆਉਣ ਲੱਗ ਜਾਂਦੀਆਂ। ਜਦੋਂ ਪਤਾ ਲੱਗਦਾ ਕਿ ਜਿਹੜਾ ਅਕਸਾਈ ਚੀਨ ਦਾ ਏਰੀਆ ਹੈ, ਜਿਹੜਾ ਇੰਡੀਆ ਉਹਨੂੰ ਆਪਣਾ ਕਹਿੰਦਾ ਹੈ ਪਰ ਚਾਈਨਾ ਕਬਜ਼ਾ ਕਰਕੇ ਬੈਠਾ ਹੈ, ਉਸ ਏਰੀਆ ਵਿੱਚ ਆ ਦੇਖੋ ਜੀ ਇਹ ਰੋਡ ਬਣਾਉਣਾ ਸ਼ੁਰੂ ਕਰ ਦਿੰਦੇ ਆ। ਚਾਈਨੀਜ਼ ਜਿਹੜੇ ਹੈ ਉਹ ਰੋਡ ਬਣਾਉਣਾ ਸ਼ੁਰੂ ਕਰ ਦਿੰਦੇ ਆ। ਇਸ ਗੱਲ ਦਾ ਨਹਿਰੂ ਸਾਹਿਬ ਨੂੰ ਬੜਾ ਦੁੱਖ ਲੱਗਿਆ, ਯਾਰ ਤੁਸੀਂ ਕਹਿੰਦਾ ਮੈਨੂੰ ਪਾਗਲ ਬਣਾਇਆ, ਤੁਸੀਂ ਇੱਕ ਤਰਫੋਂ ਆ ਕੇ ਪੰਚਸ਼ੀਲ ਐਗਰੀਮੈਂਟ ਸਾਈਨ ਕਰਕੇ ਜਾਂਦੇ ਹੋ, ਤੁਸੀਂ ਮੈਨੂੰ ਕਹਿ ਕੇ ਜਾਂਦੇ ਹੋ ਡੈਡ ਭਾਜੀ ਆਪਾਂ ਤੁਹਾਡੀ ਗੱਲ ਮੰਨਾਂਗੇ, ਪਿਆਰ ਨਾਲ ਗੱਲਾਂ ਕਰਾਂਗੇ, ਇੱਕ ਸਾਈਡ ਤੋਂ ਤੁਸੀਂ ਯਾਰ ਇਹ ਰੋਡ ਬਣਾ ਰਹੇ ਹੋ, ਉਹ ਵੀ ਮੇਰੇ ਏਰੀਆ ਜਿਹੜਾ ਮੈਂ ਕਲੇਮ ਕਰ ਰਿਹਾ। ਨਹੀਂ ਬਣਾ ਸਕਦੇ ਨਾ, ਰੋਡ ਬਣਾਉਣ ਦਾ ਮਤਲਬ ਕੀ ਹੈ, ਤੂੰ ਕੱਲ ਨੂੰ ਯਾਰ ਟੈਂਕ ਲੈ ਕੇ ਆਏਗਾ ਇੱਥੇ, ਇਹੀ ਤਾਂ ਮਤਲਬ ਹੈ ਇਹਦਾ। ਜੇ ਤੂੰ ਰੋਡ ਬਣਾ ਰਿਹਾ ਕੋਈ ਨਹੀਂ, ਫਿਰ ਮੈਂ ਵੀ ਬਣਾਉਣਾ। ਆ ਗਈ ਨਾ ਤਲਖੀ ਵਾਲੀ ਗੱਲ ਕਿ ਤੂੰ ਰੋਡ ਬਣਾਉਣਾ ਹੈ, ਮੈਂ ਵੀ ਬਣਾਉਂਗਾ, ਤੇ ਮਿਲ ਕੇ ਕੀ ਕਰਾਂਗੇ ਜੀ, ਲੜਾਈ। ਪ੍ਰੋਬਲਮ ਆ ਗਈ ਇੱਥੇ। ਨਹਿਰੂ ਸਾਹਿਬ ਨੇ ਬਹੁਤ ਮਨਾ ਕੀਤਾ, ਮਨਾ ਬਣਾਓ, ਫਿਰ ਵੀ ਇਹ ਨਹੀਂ ਹਟੇ, ਉਹਨਾਂ ਨੇ ਜ਼ਿੰਗਜ਼ੀਆਂਗ ਤਿਬਤ ਰੋਡ ਪੂਰੀ ਕਰ ਲਈ, ਠੀਕ ਹੈ ਜੀ। ਫਿਰ ਉਹਨੂੰ ਨੈਸ਼ਨਲ ਹਾਈਵੇ ਜਿਹੜਾ ਹੈ ਉਹ ਵੀ ਬਣਾਇਆ। ਨਾਓ ਜਦੋਂ ਆਪਾਂ ਇਹ ਗੱਲਾਂ ਕਰਦੇ ਆ ਨਾ, ਨਹਿਰੂ ਸਾਹਿਬ ਕਹਿੰਦੇ ਯਾਰ ਚਲੋ ਇਹ ਸਭ ਚੱਲ ਰਿਹਾ, ਕੋਈ ਗੱਲ ਨਹੀਂ, what is the actual boundary between us? ਹੁਣ ਮੈਂ ਜੌਨਸਨ ਕਹਿ ਰਿਹਾ, ਤੁਸੀਂ ਉਹ ਨਹੀਂ ਮੰਨਦੇ, ਤੁਸੀਂ ਮੈਕਡੋਨਲਡ ਲਾਈਨ ਕਹਿ ਰਹੇ ਹੋ, ਉਹ ਮੈਂ ਨਹੀਂ ਮੰਨਦਾ, ਤੇ ਅਸਲੀ ਲਾਈਨ ਹੈ ਕੀ? ਅਸਲੀ ਲਾਈਨ ਕੀ ਹੈ? ਤੇ ਉਸ ਟਾਈਮ ਜਿਹੜੇ ਜ਼ੋ ਇਨ ਲਾਈ ਕਰਕੇ ਪ੍ਰੀਮੀਅਰ ਸੀ, ਉਹਨਾਂ ਨੇ ਨਹਿਰੂ ਨੂੰ ਕਿਹਾ ਕਿ ਇੱਕ ਆਪਾਂ ਲਾਈਨ ਰੱਖਦੇ ਹਾਂ। ਕਿਹੜੀ ਲਾਈਨ ਜੀ? ਕਿਹੜੀ ਲਾਈਨ ਰੱਖੀ ਜਾਏਗੀ? ਜਿਹੜੀ ਮੈਂ ਪਹਿਲਾਂ ਤੁਹਾਨੂੰ ਦਿਖਾਈ ਸੀ ਇਨ ਦਾ ਪ੍ਰੀਵੀਅਸ ਸਲਾਈਡਸ। ਉਹ ਵਾਲੀ ਜਿਹੜੀ ਲਾਈਨ ਹੈ ਨਾ, ਉਹਨੂੰ ਆਪਾਂ ਰੱਖਾਂਗੇ, ਉਹਨੂੰ LSA ਬੁਲਾਵਾਂਗੇ। ਨਹਿਰੂ ਸਾਹਿਬ ਕਹਿੰਦੇ ਯਾਰ ਤੇਰਾ ਦਿਮਾਗ ਠੀਕ ਹੈ, ਤੂੰ ਮੈਨੂੰ ਇੱਕ ਗੱਲ ਦੱਸ, ਕਹਿੰਦੇ ਮੈਂ ਉਸ ਚੀਜ਼ ਨੂੰ ਕਿਉਂ ਮੰਨਾਂ ਜਦੋਂ ਅਕਸਾਈ ਚੀਨ ਹੀ ਮੇਰਾ, ਅਕਸਾਈ ਚੀਨ ਤਾਂ ਮੇਰਾ ਹੈ ਨਾ, ਤੇ ਮੈਂ ਕਿਉਂ ਮੰਨਾਂ ਉਸ ਚੀਜ਼ ਨੂੰ? ਤੇ ਇੱਥੇ ਇਹ ਜਿਹੜਾ ਹਸੀ ਖੁਸ਼ੀ ਵਾਲਾ ਫੇਜ਼ ਹੈ ਨਾ ਪਿਆਰਿਓ, ਇਹ ਓਵਰ ਹੋਣਾ ਸ਼ੁਰੂ ਹੋ ਗਿਆ। ਨਹਿਰੂ ਸਾਹਿਬ ਨੂੰ ਕਿਤੇ ਨਾ ਕਿਤੇ ਸਮਝ ਆਉਣਾ ਸ਼ੁਰੂ ਹੋ ਗਿਆ ਕਿ ਦੇਖੋ ਯਾਰ ਬਾਈ, ਜਿਹੜੀ ਆਪਾਂ ਇੱਕ ਗੱਲ ਕਰ ਰਹੇ ਸੀਗੇ ਨਾ ਹਿੰਦੀ ਚੀਨੀ ਭਾਈ ਭਾਈ ਵਾਲੀ, ਉਹ ਗੱਲ ਜੀ ਨਾ ਬਣ ਨਹੀਂ ਰਹੀ ਹੈ। ਪੂਰਾ ਵਿਰੋਧ ਚੱਲਿਆ, ਪੂਰੀਆਂ ਗੱਲਾਂ ਹੋਈਆਂ,
ਕਿ ਦੇਖੋ ਜੀ ਇਹ ਬਹੁਤ ਗਲਤ ਹੋ ਰਿਹਾ ਹੈ, ਸਹੀ ਨਹੀਂ ਹੋ ਰਿਹਾ, ਇਦਾਂ ਨਹੀਂ ਹੋਣਾ ਚਾਹੀਦਾ। ਤਿੱਬਤ ਵਾਲੇ ਜਿਹੜੇ ਲੋਕ ਹੈ ਉਹ ਕਹਿੰਦੇ ਯਾਰ ਤੁਸੀਂ ਸਾਨੂੰ ਬਿਨਾਂ ਪੁੱਛੇ ਹੀ ਪਾਈ ਜਾ ਰਹੇ ਹੋ ਚਾਈਨਾ 'ਚ, ਕਿਸੇ ਨੇ ਸਾਨੂੰ ਪੁੱਛਿਆ that are we a part of China or not? ਤੇ ਉੱਥੇ ਵੀ ਇੰਸਰਜੈਂਸੀ ਸ਼ੁਰੂ ਹੋ ਗਈ। ਸੋਚੋ ਹੁਣ ਜਦੋਂ ਉੱਥੇ ਇੰਸਰਜੈਂਸੀ ਸ਼ੁਰੂ ਹੋ ਗਈ ਤੇ ਚਾਈਨਾ ਤੇ ਬਹੁਤ ਕਰੂਡ ਹੈ ਨਾ ਇਸ ਮਾਮਲੇ 'ਚ, ਉਹਨਾਂ ਨੇ ਆਪਣੀ ਆਰਮੀ ਪੁਲਿਸ ਕਿਆ ਨਹੀਂ ਭੇਜਾ, ਟੈਂਕ ਤੱਕ ਭੇਜਤੇ ਕਿ ਮਾਰੋ ਜੀ ਇਹਨਾਂ ਨੂੰ, ਜਿਹੜੇ ਬੁੱਧਿਸਟ ਲੋਕ ਹੈ ਮਾਰੋ ਇਹਨਾਂ ਨੂੰ। ਤੇ ਜਦੋਂ ਇਹ ਸਭ ਹੋ ਰਿਹਾ ਸੀ 1959 ਵਿੱਚ ਦਲਾਈ ਲਾਮਾ ਜੀ ਇੰਡੀਆ 'ਚ ਆ ਗਏ, ਚਾਈਨਾ ਤੋਂ ਜਾਂ ਫਿਰ ਤਿੱਬਤ ਤੋਂ ਭੱਜ ਕੇ। ਹੀ ਫਲੈਡ ਟੂ ਇੰਡੀਆ। ਤੇ ਜਦੋਂ ਇਹ ਇੰਡੀਆ ਵਿੱਚ ਆ ਗਏ, ਨਹਿਰੂ ਸਾਹਿਬ ਨੇ ਜੱਫੀ ਪਾ ਕੇ ਵੈਲਕਮ ਕੀਤਾ ਤੇ ਕਿਹਾ ਤੁਸੀਂ ਸਾਡੇ ਕੋਲ ਸੁਰੱਖਿਅਤ ਹੋ ਜਨਾਬ, ਕੋਈ ਚੱਕਰ ਨਹੀਂ, ਅਸੀਂ ਤੁਹਾਡੀ ਦੇਖਭਾਲ ਕਰਾਂਗੇ, ਜੋ ਵੀ ਤੁਹਾਡੇ ਮੁੱਦੇ ਹੈ ਅਸੀਂ ਉਹਨਾਂ ਦੀ ਗੱਲ ਕਰਾਂਗੇ। ਠੀਕ ਹੈ, ਇਹ ਗੱਲ ਹੋਈ। ਨਾਓ ਜਦੋਂ ਵੀ ਆਪਾਂ ਦਲਾਈ ਲਾਮਾ ਨੂੰ ਯਾਦ ਕਰਦੇ ਆ ਨਾ ਤੇ ਇਹੀ ਕਹਿੰਦੇ ਆ ਕਿ ਯਾਰ ਇਹ ਤੇ ਜੀ ਪੀਸ ਦੀ ਮੂਰਤ ਹੈ, ਇਹ ਤੇ ਸ਼ਾਂਤੀ ਦੀ ਮੂਰਤ ਹੈ। ਪਰ ਜਿੰਨਾ ਇਹਨਾਂ ਨੇ ਸਿਹਾ ਹੈ ਨਾ ਸ਼ਾਇਦ ਕੋਈ ਸਹਿ ਹੀ ਨਾ ਪਾਉਂਦਾ ਪਿਆਰਿਓ। ਠੀਕ ਹੈ ਜੀ। ਸੋ ਜਦੋਂ LAC ਦੀ ਗੱਲ ਹੋ ਰਹੀ ਹੈ, ਦਿਸ ਵਾਸ ਦਾ ਐਕਚੁਅਲ LAC। ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਕਿ ਪਹਿਲਾਂ LAC ਦੀ ਗੱਲ ਕਰ ਰਿਹਾ ਸੀ ਤੇ ਬਾਅਦ ਵਿੱਚ ਫਿਰ ਇਹ LAC ਡਿਸਾਈਡ ਹੋਈ ਸੀ। ਕਿਉਂ? ਕਿਉਂਕਿ ਨਹਿਰੂ ਸਾਹਿਬ ਨੇ ਜਦੋਂ ਮਨਾ ਕਰ ਦਿੱਤਾ ਕਿ ਜੀ ਮੈਂ ਤਾਂ ਨਹੀਂ ਮੰਨਦਾ, ਮੈਂ ਤਾਂ ਨਹੀਂ ਮੰਨਦਾ, ਤੇ ਉਹਨਾਂ ਨੇ ਕਿਹਾ ਯਾਰ ਤੂੰ ਮੰਨੇ ਚਾਹੇ ਨਾ ਮੰਨੇ, ਮੇਰੀ ਤਰਫੋਂ ਦਿਸ ਇਜ਼ ਦਾ LAC, ਇਹ ਮੰਨਣੀ ਪਏਗੀ। ਉਹਨਾਂ ਨੇ ਕਿਹਾ ਤੇਰੇ ਮੰਨਣ ਨੂੰ ਮੈਨੂੰ ਇੰਨੀ ਦਿੱਕਤ ਹੈ ਨਹੀਂ ਹੈ, ਪਰ ਮੇਰਾ ਕਲੇਮ ਲਾਈਨ ਇਹੀ ਹੈ ਤੇ ਮੈਂ ਇਹਨੂੰ ਮੰਨਾਂਗਾ। ਜੇ ਤੇਰੀ ਹਿੰਮਤ ਹੈ ਤੂੰ ਅੱਗੇ ਆ ਕੇ ਜਿੱਤ ਲੈ, ਲੜ ਲੈ। ਤੇ ਪਿਆਰਿਓ ਅੱਜ ਦੇ ਟਾਈਮ ਵੀ ਆ ਦੇਖੋ ਇਹੀ LAC ਚੱਲਦੀ ਪਈ ਹੈ। ਇੱਥੇ ਫਰਕ ਹੈ, ਬਸ ਇੱਥੇ ਫਰਕ ਹੈ। ਕਿਉਂ? ਕਿਉਂਕਿ ਇੰਡੀਆ ਆਲਰੇਡੀ ਇੱਥੇ ਬੈਠਾ ਹੈ, ਪਰ ਚਾਈਨਾ ਕਹਿੰਦਾ ਹੈ ਕਿ ਨਹੀਂ ਸਾਡਾ ਤੇ ਇੱਥੇ ਤੱਕ ਕਬਜ਼ਾ ਹੈ। ਅਰੁਣਾਚਲ ਪ੍ਰਦੇਸ਼, ਇੱਥੇ ਵੀ ਆਰ ਇਨ ਅ ਗੁੱਡ ਪੋਜੀਸ਼ਨ। ਅਰੁਣਾਚਲ ਪ੍ਰਦੇਸ਼ ਵਿੱਚ ਵੀ ਆਰ ਇਨ ਅ ਗੁੱਡ ਪੋਜੀਸ਼ਨ। ਠੀਕ ਹੈ। ਸੋ ਜੇ ਇੱਥੇ ਤੱਕ ਕਹਾਣੀ ਪਸੰਦ ਆ ਰਹੀ ਹੈ, ਅੱਗੇ ਚੱਲੋ, ਅੱਗੇ ਹੋਰ ਇੰਟਰਸਟਿੰਗ ਕਹਾਣੀ ਹੋਏਗੀ। ਕਿਤਨਾ ਕਿਤੇ ਇਹ LAC ਨੂੰ ਐਕਸੈਪਟ ਕਰ ਲਿਆ, ਹਾਲਾਂਕਿ ਇੰਡੀਆ ਵੀ ਇਸ LAC ਨੂੰ ਫਾਰਮਲੀ ਨਹੀਂ ਮੰਨਦਾ। ਆਫੀਸ਼ੀਅਲੀ ਕਿਤੇ ਵੀ ਤੁਹਾਨੂੰ LAC ਦੀ ਡੈਫੀਨੇਸ਼ਨ ਨਹੀਂ ਮਿਲੇਗੀ, ਮੈਨੂੰ ਲੱਭ ਕੇ ਦਿਖਾ ਦਿਓ। ਨਾ ਹੀ ਚਾਈਨਾ ਇਸ ਨੂੰ ਆਫੀਸ਼ੀਅਲੀ ਮੰਨਦਾ ਹੈ, ਕਿਉਂਕਿ ਚਾਈਨਾ ਕਹਿੰਦਾ ਜੇ ਮੈਂ ਇੱਥੇ ਮੰਨ ਲਾਂ ਇਸ ਚੀਜ਼ ਨੂੰ ਤੇ ਇੱਥੇ ਕੀ ਹੋਏਗਾ, ਫਿਰ ਇੱਥੇ ਮੇਰਾ ਇਹ ਕਲੇਮ ਖਤਮ ਹੋ ਜਾਊਗਾ ਨਾ। ਇਹ ਚੀਜ਼ ਹੈ। ਤੇ ਇਸ ਕਰਕੇ ਦੋਨੋਂ ਹੀ ਨਹੀਂ ਮੰਨਦੇ ਇਸ ਚੀਜ਼ ਨੂੰ, ਪਰ ਚੱਲ ਫਿਰ ਵੀ ਇਹੀ ਰਹੀ ਹੈ। ਕੰਪਲਿਕੇਟਡ ਹੋ ਗਿਆ। ਕਿਉਂ? ਕਿਉਂਕਿ ਜੇ ਇਹ ਮੰਨ ਜਾਵਾਂਗੇ ਆਪਾਂ ਤੇ ਆਪਣਾ ਸਾਈਡ ਚੀਨ ਚਲੇ ਗਿਆ, ਉਹਨਾਂ ਦਾ ਅਰੁਣਾਚਲ ਪ੍ਰਦੇਸ਼ ਚਲੇ ਗਿਆ। ਇਸ ਚੀਜ਼ ਨੂੰ ਸਮਝਣਾ ਹੈ ਆਪਾਂ ਥੋੜਾ। ਠੀਕ ਹੈ ਜੀ, ਅੱਗੇ ਆ ਜਾਓ। ਨਾਓ ਜਦੋਂ ਇਹ ਸਾਰੀਆਂ ਗੱਲਾਂ ਹੁੰਦੀਆਂ, ਮੈਂ ਤੁਹਾਨੂੰ ਕੀ ਦੱਸਿਆ ਕਿ LAC ਹੈ, ਪਤਾ ਨਹੀਂ ਲੱਗ ਰਿਹਾ ਕੀ LAC ਹੈ, ਤੇ ਹੋਏਗਾ ਕੀ? ਇੱਕ ਦਿਨ ਬੈਠੇ ਆ ਫੌਜੀ ਭਰਾ ਆਪਣੇ ਸਰਹੱਦ ਤੇ ਇੱਕਦਮ ਕੀ ਪਤਾ ਲੱਗਦਾ ਜੀ ਅਟੈਕ ਹੋਣਾ ਸ਼ੁਰੂ ਹੋ ਗਿਆ। ਕੋਈ ਆਈਡੀਆ ਨਹੀਂ ਕੀ ਹੋ ਰਿਹਾ ਹੈ, ਕਿੱਧਰੋਂ ਗੋਲੇ ਬਰਸ ਰਹੇ ਨੇ, ਨਾ ਕੋਈ ਤਿਆਰੀ ਹੈ ਜੰਗ ਦੀ, ਤੇ ਬਸ ਇੱਕਦਮ ਪਤਾ ਲੱਗਿਆ ਕਿ ਬਈ ਚਾਈਨਾ ਨੇ ਹਮਲਾ ਕਰ ਦਿੱਤਾ ਹੈ। ਚੀਨ ਆ ਗਿਆ ਜੀ। ਇਹ 1962 ਮੂਵੀ ਹੈ ਜੀ, ਇਹਨੂੰ ਇੱਕ ਵਾਰ ਦੇਖਿਓ ਜ਼ਰੂਰ। ਇਹ ਜਿਹੜੀ ਮੂਵੀ ਹੈ ਇਹਦੇ ਵਿੱਚ ਬਹੁਤ ਹੀ ਵਧੀਆ ਤਰ੍ਹਾਂ ਦਰਸਾਇਆ ਗਿਆ ਹੈ ਕਿਸ ਤਰ੍ਹਾਂ 1962 ਵਾਰ ਜਿਹੜੀ ਹੈ ਸਾਡੇ ਜਿਹੜੇ ਫੌਜੀ ਭਰਾ ਨੇ ਉਹਨਾਂ ਨੇ ਸਹੀ ਤੇ ਕਿੱਦਾਂ ਮੂੰਹ ਤੋੜ ਜਵਾਬ ਦਿੱਤਾ ਚਾਈਨਾ ਨੂੰ। 1962 ਵਾਰ ਚੇਂਜਡ ਐਵਰੀਥਿੰਗ। ਜਿਹੜਾ ਨਹਿਰੂ ਸਾਹਿਬ ਦਾ ਭਰਮ ਸੀ ਨਾ ਉਹ ਹਿੰਦੀ ਚੀਨੀ ਭਾਈ ਵਾਲਾ, ਉਹ ਮੁੱਕ ਗਿਆ, ਉਹ ਖਤਮ ਹੋ ਗਿਆ। ਨਾਓ ਆਫਟਰ ਦਿਸ ਇਹ ਜਿਹੜੀ ਬੈਟਲ ਹੋਈ ਹੈ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੋਈਆਂ ਨਾ, ਇਸ ਤੋਂ ਬਾਅਦ ਨਹਿਰੂ ਜੀ ਵੀ ਕਹਿੰਦੇ ਯਾਰ ਬਹੁਤ ਮਾੜਾ ਹੋਇਆ, ਮੈਨੂੰ ਗਲਤੀ ਹੋ ਗਈ, ਇਹ ਨਹੀਂ ਕਰਨਾ ਚਾਹੀਦਾ ਸੀ। ਤੁਹਾਨੂੰ ਪਤਾ ਆਫਟਰ ਦਿਸ 1964 ਦੇ ਅਰਾਊਂਡ ਨਹਿਰੂ ਸਾਹਿਬ ਦੀ ਡੈਥ ਹੋ ਜਾਂਦੀ ਹੈ, ਹਾਰਟ ਅਟੈਕ ਹੋ ਜਾਂਦੀ ਹੈ, ਤੇ ਉਹਨਾਂ ਦੇ ਜਿਹੜਾ ਬਾਇਓਗ੍ਰਾਫਰ ਹੈ ਉਹ ਪਤਾ ਕੀ ਕਹਿੰਦਾ ਹੈ ਕਿ ਇਹ ਆਫਟਰ ਦਾ 1962 ਵਾਰ ਨਹਿਰੂ ਸਾਹਿਬ ਇੰਨਾ ਇਸ ਨੂੰ ਦਿਲ ਤੇ ਲੈ ਗਏ ਕਿ ਯਾਰ ਮੈਂ ਉਹਨੂੰ ਹਿੰਦੀ ਚ ਨਹੀਂ ਭਾਈ ਕਰੀ ਗਿਆ ਤੇ ਇਹਨੇ ਤੇ ਯਾਰ ਅਟੈਕ ਹੀ ਕਰਤਾ ਮੇਰੇ ਤੇ। ਐਂਡ ਨਹਿਰੂ ਸਾਹਿਬ ਵਾਸ ਸੋ ਇੰਪੈਕਟਡ ਬਾय ਦਿਸ ਤੇ ਕਹਿੰਦੇ ਉਹਨਾਂ ਨੂੰ ਹਾਰਟ ਅਟੈਕ ਵੀ ਇਸੇ ਕਰਕੇ ਹੀ ਆਇਆ ਸੀ ਬਾਅਦ 'ਚ।
ठीक है जी। सो दिस वॉज द ਲੈਗੇਸੀ ਆਫ ਪੰਡਿਤ ਨਹਿਰੂ। ਜਦੋਂ ਇਹ ਸਭ ਚੀਜ਼ਾਂ ਹੋ ਗਈਆਂ, ਵਾਰ ਵਿੱਚ ਨਾ ਹਮੇਸ਼ਾ ਕੋਈ ਜਿੱਤਦਾ ਹੈ, ਹਮੇਸ਼ਾ ਕੋਈ ਹਾਰਦਾ ਹੈ, ਪਰ ਤੁਸੀਂ 1962 ਵਾਰ ਨੂੰ ਨਾ ਕਦੀ ਸਰਚ ਕਰਕੇ ਦੇਖਿਓ, ਉੱਥੇ ਪਤਾ ਕੀ ਲਿਖਿਆ ਆਉਂਦਾ ਹੈ? ਨੋ ਵਿਨਰ। ਉੱਥੇ ਲਿਖਿਆ ਆਉਂਦਾ ਹੈ ਨੋ ਵਿਨਰ। ਠੀਕ ਹੈ ਜੀ। ਕਿਉਂ? ਕਿਉਂਕਿ ਹੋਇਆ ਕੀ ਸੀ, ਚਾਈਨਾ ਆਇਆ, ਸਾਡੇ ਲੋਕਾਂ ਨੂੰ ਮਾਰਿਆ, ਅੰਦਰ ਗਿਆ, ਵਾਪਸ ਆ ਗਿਆ, ਕੁਛ ਨਹੀਂ ਲਿੱਤਾ। ਯਾਰ ਇਹ ਬੜੀ ਅਜੀਬ ਜੀ ਵਾਰ ਹੈ। ਵਾਰ ਤੇ ਤਾਂ ਹੁੰਦੀ ਹੈ ਨਾ ਤੁਸੀਂ ਕੁਝ ਹਾਸਲ ਕਰਨਾ ਹੈ, ਵਾਰ ਤਾਂ ਹੁੰਦੀ ਹੈ ਤੁਸੀਂ ਕੁਝ ਲੈਣਾ ਹੈ। ਪਰ ਇੱਥੇ ਵਾਰ ਕਿਸ ਤਰ੍ਹਾਂ ਹੋਈ? ਤੁਸੀਂ ਕੁਝ ਕੀਤਾ ਹੀ ਨਹੀਂ। ਪਰ ਹੋਇਆ ਕੀ, ਜਿਹੜੇ ਆਲਰੇਡੀ ਅਕਸਾਈ ਚਿੰਨ ਸੀ, ਕਿੰਨਾ ਜੀ, 38,000 ਮੀਲ, ਉਹ ਉਹਨਾਂ ਕੋਲ ਹੀ ਰਹਿ ਗਿਆ। ਇਹ ਦੇਖ ਕੇ ਨਾ ਬਈ ਪਾਕਿਸਤਾਨ ਬੜਾ ਖੁਸ਼ ਹੋ ਗਿਆ। ਇਹ ਚੀਜ਼ ਚੱਲ ਰਹੀ ਹੈ, ਉਹ ਹੁੰਦਾ ਨਹੀਂ ਦੋ ਬੰਦਿਆਂ ਦੀ ਲੜਾਈ ਹੋ ਰਹੀ ਹੁੰਦੀ ਹੈ, ਤੁਹਾਡਾ ਇੱਕ ਦੁਸ਼ਮਣ ਹੈ ਜਿਹਨੂੰ ਤੁਸੀਂ ਉੱਦਾਂ ਤੇ ਮਾਰ ਨਹੀਂ ਸਕਦੇ, ਪਰ ਤੁਸੀਂ ਵੇਖ ਵੇਖ ਕੇ ਨਾ ਬੜਾ ਖੁਸ਼ ਹੁੰਦੇ ਹੋ, ਮਜ਼ਾ ਆ ਰਿਹਾ, ਕਿਆ ਬਾਤ ਹੈ। ਉਹ ਸੀ ਪਾਕਿਸਤਾਨ, ਆਪ ਤੇ ਮਾਰ ਨਹੀਂ ਸਕਦਾ, ਪਰ ਸਾਡੀ ਹਾਰ ਨੂੰ ਦੇਖ ਕੇ ਜਾਂ ਸਾਡੇ ਉੱਤੇ ਅਟੈਕ ਹੁੰਦਾ ਹੋਇਆ ਦੇਖ ਕੇ ਬੜਾ ਤੰਗ ਹੋ ਗਿਆ, ਸੌਰੀ ਬੜਾ ਖੁਸ਼ ਹੋ ਗਿਆ। ਪਤਾ ਕੀ ਕਰਦਾ? ਕਹਿੰਦਾ चाइना जी पाकिस्तान की तरफ से आपको तोहफा, ਚੱਕੋ ਜੀ ਸ਼ਖਸਗਮ ਵੈਲੀ, ਚੱਕੋ ਸ਼ਖਸਗਮ ਵੈਲੀ। ਕਹਿੰਦਾ ਹੁਣ ਇਹ ਸ਼ਖਸਗਮ ਜਿਹੜੀ ਵੈਲੀ ਹੈ, ਇਹ ਅਕਸਾਈ ਚਿੰਨ ਦੇ ਨਾਲ ਇੱਥੇ ਇਹਦਾ ਹਿੱਸਾ ਪੈਂਦਾ ਹੈ, ਅਰਾਊਂਡ ਹੇਅਰ, ਇੱਥੇ ਸੀਗੀ ਇਹ ਸ਼ਖਸਗਮ ਵੈਲੀ। ਠੀਕ ਹੈ। ਤੇ ਇਹਨਾਂ ਨੇ ਕੀ ਕੀਤਾ? ਹੀ ਗਿਫਟਡ ਦੈਟ ਟੂ ਚਾਈਨਾ। ਸੋਚੋ ਕਿ ਚਾਈਨਾ ਨੂੰ ਗਿਫਟ ਹੀ ਕਰ ਦਿੱਤੀ ਇਹ। ਤੇ ਉਸ ਤੋਂ ਬਾਅਦ LAC ਨੂੰ ਫਾਈਨਲਾਈਜ਼ ਕਰਨਾ ਹੀ ਪਿਆ। ਪਹਿਲਾਂ ਆਫੀਸ਼ੀਅਲ ਨਹੀਂ ਸੀ, ਪਰ ਹੁਣ ਇਹਨੂੰ ਫਾਈਨਲਾਈਜ਼ ਕਰਨਾ ਪਿਆ ਕਿ ਦੇਖੋ ਜੀ, ਨਾਓ ਦਿਸ ਇਜ਼ ਦ LAC। ਇਹਨੂੰ ਤੁਸੀਂ ਮੰਨਣਾ ਹੀ ਪਏਗਾ। ਹੁਣ ਜਿਹੜਾ ਇੱਥੇ ਵਾਲਾ ਪਾਰਟ ਹੈ ਅਕਸਾਈ ਚਿੰਨ ਵਾਲਾ, ਉਹ ਨਹੀਂ ਆ ਰਿਹਾ ਹਾਲੇ ਤੱਕ। ਦੇਖੋ ਜੀ ਸਾਡੇ ਕੋਲ, ਠੀਕ ਹੈ ਨਾ, ਇਹ ਵਾਲਾ ਪਾਰਟ, ਠੀਕ ਹੈ ਨਾ। ਅਸੀਂ ਅੱਜ ਵੀ ਇਹਨੂੰ ਹੀ ਮੰਨ ਰਹੇ ਹਾਂ, ਸੌਰੀ, ਚਲੋ ਇੱਧਰ ਇੱਦਾਂ ਅਸੀਂ ਇੱਥੇ ਤੱਕ ਹੀ ਹਾਂ ਹਲੇ। ਇਹ ਜਿਹੜਾ ਅਕਸਾਈ ਚਿੰਨ ਹੈ ਇਹ ਅੱਜ ਵੀ ਚਾਈਨਾ ਕੋਲ ਹੈ, ਸੋਚੋ। ਠੀਕ ਹੈ। ਸੋ ਦਿਸ ਇਜ਼ ਇਟ। ਤੋ ਇਹ LAC ਫਾਈਨਲ ਕੀਤੀ ਗਈ। ਜਦੋਂ ਦੇਖੋ ਹੁਣ ਇਹ ਸਭ ਚੀਜ਼ਾਂ ਹੋ ਰਹੀਆਂ ਸੀ ਜਾਂ ਇਹ ਸਭ ਚੀਜ਼ਾਂ ਹੁੰਦੀਆਂ ਰਹੀਆਂ ਨਾ, ਨਹਿਰੂ ਸਾਹਿਬ ਤੇ ਹੁਣ ਵਿਚਾਰੇ ਚਲੇ ਗਏ। ਹੁਣ ਅੱਗੇ ਵਾਲਿਆਂ ਨੇ ਕੁਝ ਸਾਂਭਣਾ ਸੀ, ਪਰ ਅੱਗੇ ਕੀ ਹੋਇਆ? 87 ਤੇ ਆ ਜਾਂਦੇ ਆ ਸਿੱਧਾ। 87 ਵਿੱਚ ਇਹ ਏਰੀਆ ਹੈ ਜੀ ਇੱਕ ਅਰਾਊਂਡ ਹੇਅਰ। ਇਸ ਏਰੀਆ ਦਾ ਨਾਮ ਹੈ ਸੁੰਦਰਦੋਂਗ ਵੈਲੀ। ਸੁੰਦਰੋਂਗ ਵੈਲੀ। ਇਹ ਜਿਹੜੀ ਸੁੰਦਰੋਂਗ ਵੈਲੀ ਹੈ ਭੂਟਾਨ ਦੇ ਕੋਲ ਹੈ। ਇੱਥੇ ਕੀ ਕੀਤਾ? ਚਾਈਨਾ ਨੇ ਅਟੈਕ ਕਰ ਦਿੱਤਾ। ਕਿਉਂ? ਕਿਉਂਕਿ ਆਪਾਂ ਅਰੁਣਾਚਲ ਪ੍ਰਦੇਸ਼ ਨੂੰ ਫੁੱਲ ਸਟੇਟਹੁੱਡ ਦੇ ਕੇ ਆਪਣੀ ਟੈਰੀਟਰੀ ਡਿਕਲੇਅਰ ਕਰਕੇ ਇੰਡੀਆ ਦਾ ਪਾਰਟ ਘੋਸ਼ਿਤ ਕਰਤਾ। ਅਸੀਂ ਕਹਿ ਦਿੱਤਾ that now Arunachal Pradesh is the part of India, is an inherent part of India। ਤੇ ਕਿਉਂਕਿ it is a proper part of India, ਚਾਈਨਾ ਕਹਿੰਦਾ ਯਾਰ ਇਹ ਤੇ ਸਾਡੀ ਟੈਰੀਟਰੀ ਹੈ। ਇੰਡੀਆ ਕਹਿੰਦਾ ਅਕਸਾਈ ਚਿੰਨ ਦੀ ਗੱਲ ਕਰੋ, ਕਹਿੰਦਾ ਨਾ ਜੀ ਅਰੁਣਾਚਲ ਦੀ ਗੱਲ ਕਰੋ। ਇਹਦਾ ਕਰਦੇ ਹੋਇਆ ਕਿ ਚਾਈਨਾ ਸੁੰਦਰੋਂਗ ਵੈਲੀ ਅਟੈਕ ਹੋ ਗਿਆ। ਚਾਈਨਾ ਕਹਿੰਦਾ ਇਦਾਂ ਦੇ ਮੰਨਦੇ ਨਹੀਂ ਆਪਾਂ, ਇਦਾਂ ਇਹਨਾਂ ਨੂੰ ਆਪਣੀ ਤਾਕਤ ਦਿਖਾਉਂਦੇ ਆ, ਇਦਾਂ ਆਪਣੀ ਤਾਕਤ ਦਿਖਾਉਂਦੇ ਆ ਇਹਨਾਂ ਨੂੰ। ਇਹ ਗੱਲ ਹੋ ਗਈ। ਹੁਣ ਤੁਸੀਂ ਸੋਚੋ ਜਦੋਂ ਇਹ ਚੀਜ਼ ਹੋ ਰਹੀ ਹੈ, ਤਣਾਅ ਦਾ ਮਾਹੌਲ ਇੰਨਾ ਪੈਦਾ ਹੋ ਰਿਹਾ ਹੈ, ਤੇ ਕੀ ਹੋਏਗਾ? ਕੁਛ ਵੀ ਨਹੀਂ, ਤੁਸੀਂ ਬੈਠੇ ਰਹੋਗੇ। ਪਰ ਸਰਕਾਰ ਉਸ ਟਾਈਮ ਰਾਜੀਵ ਗਾਂਧੀ ਦੀ ਸੀ। ਜੇ ਇੰਦਰਾ ਗਾਂਧੀ ਦੇ ਟਾਈਮ ਇਹ ਹੋਇਆ ਹੁੰਦਾ ਤੇ ਹੋ ਸਕਦਾ ਜੰਗ ਛਿੜ ਜਾਂਦੀ, ਪਰ ਲੀਡਰ ਟੂ ਲੀਡਰ ਡਿਪੈਂਡ ਕਰਦਾ ਹੈ। ਸਰਕਾਰ ਕਿਹਦੀ ਸੀ? ਰਾਜੀਵ ਗਾਂਧੀ ਦੀ। ਤੇ ਉੱਥੇ ਵੀ ਸਰਕਾਰ ਚੇਂਜ ਹੋ ਗਈ। ਉੱਥੇ ਮਾਓ ਵਰਗੇ ਬੰਦੇ ਨਹੀਂ ਰਹੇ ਹੁਣ ਕੱਟੜਪੰਥੀ, ਉੱਥੇ ਆ ਗਿਆ ਡੈਂਗ ਸ਼ਿਆਓਪਿੰਗ। ਚਾਈਨਾ ਦੀ ਹਿਸਟਰੀ ਨੂੰ ਜੇ ਸਮਝਣਾ ਹੈ ਨਾ, ਸਿਰਫ 3 ਬੰਦਿਆਂ ਨੂੰ ਸਮਝ ਲਓ। ਫਸਟ ਇਜ਼ ਮਾਓ ਜ਼ੇਡੁੰਗ, ਸੈਕੰਡ ਇਜ਼ ਡੈਂਗ ਸ਼ਿਆਓਪਿੰਗ ਐਂਡ ਥਰਡ ਇਜ਼ ਸ਼ੀ ਜਿਨਪਿੰਗ, ਜਿਹੜੇ ਕਰੰਟ ਲੀਡਰ ਹੈ। ਮਾਓ ਬਿਲਕੁਲ ਕਬਾਸਵਾ, ਬਿਲਕੁਲ ਹੀ ਨਹੀਂ। ਮੇਰੀ ਗੱਲ ਮੰਨੋਗੇ ਤੋੜ ਦੇਣੀ ਤੁਹਾਡੇ ਨਾਲ, ਮੈਨੂੰ ਨਹੀਂ ਪਰਵਾਹ ਕਿਸੇ ਚੀਜ਼ ਦੀ।
ਸਿਰਫ ਮੇਰੀ ਮੰਨੋ। ਡੈਂਗ ਸ਼ਿਓਪਿੰਗ ਵਾਜ਼ ਯਾਰ ਆਪਾਂ ਲੋਕਾਂ ਨੂੰ ਗਰੋਥ ਦੇਣੀ ਹੈ, ਆਪਾਂ ਇਕਨੋਮਿਕ ਰਿਫਾਰਮਸ ਕਰਨੇ ਆ। ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ। ਡੈਂਗ ਸ਼ਿਓਪਿੰਗ ਵਾਜ਼ ਦਾ ਪਰਸਨ ਜਿਹੜਾ ਐਕਚੁਅਲੀ ਚਾਈਨਾ ਨੂੰ ਇਹਨੇ ਬਣਾਇਆ, ਜਿਹੜਾ ਅੱਜ ਚਾਈਨਾ ਆਪਾਂ ਦੇਖਦੇ ਹਾਂ ਨਾ ਕਿ ਸ਼ੰਘਾਈ ਜੇ ਤੁਸੀਂ ਸਿਟੀ ਸਰਚ ਕਰੋਗੇ, ਇਟ ਇਜ਼ ਅ ਵੈਰੀ ਵੈਲ ਡਿਵੈਲਪਡ ਸਿਟੀ, ਇਹਦਾ ਵੱਡੇ ਵੱਡੇ ਸਕਾਈ ਸਕ੍ਰੈਪਰਸ ਨੇ। ਉਹ ਜਿਹੜੀ ਸਿਟੀ ਹੈ, ਉਹ ਜਿਹੜਾ ਚਾਈਨਾ ਇੱਕ ਇਕਨੋਮਿਕ ਪਾਵਰ ਹਾਊਸ ਬਣਿਆ, ਉਹ ਡੈਂਗ ਸ਼ਿਓਪਿੰਗ ਦੇ ਅੰਡਰ ਬਣਿਆ। ਤੇ ਜਦੋਂ ਉਹਨੇ ਇਕਨੋਮਿਕ ਪਾਵਰ ਹਾਊਸ ਬਣਨਾ ਸੀ, ਕਿਸੇ ਵੀ ਕੰਟਰੀ ਨੇ ਇਕਨੋਮਿਕ ਪਾਵਰ ਹਾਊਸ ਬਣਨਾ ਹੈ ਨਾ ਪਿਆਰਿਓ, ਤੇ ਉਹਨੂੰ ਪਹਿਲਾਂ ਪੋਲੀਟੀਕਲੀ ਸਟੇਬਲ ਹੋਣਾ ਪਏਗਾ ਤੇ ਨੇਬਰਸ ਨਾਲ ਬਣਾ ਕੇ ਰੱਖਣੀ ਪਏਗੀ। ਜੇ ਨੇਬਰਸ ਨਾਲ ਹੀ ਤੰਗੀ ਹੈ ਨਾ, ਇਕਨੋਮਿਕ ਪਾਵਰ ਹਾਊਸ ਨਹੀਂ ਬਣ ਸਕਦੇ। ਪੈਸਾ ਕਮਾਉਣ ਦੀ ਸਭ ਤੋਂ ਪਹਿਲੀ ਸ਼ਰਤ ਇਹ ਹੁੰਦੀ ਹੈ ਨਾ ਕਿ ਦੁਕਾਨ ਜਿਹੜੀ ਹੈ ਤੁਹਾਡੀ ਉਹ ਸਟੇਬਲ ਜਗ੍ਹਾ ਤੇ ਹੋਵੇ। ਜੇ ਕਿਸੇ ਨੂੰ ਲੱਗੇਗਾ ਕਿ ਇੱਥੇ ਤਾਂ ਕਦੇ ਵੀ ਜੰਗ ਛਿੜ ਸਕਦੀ ਹੈ, ਕਿਉਂ ਆਏਗਾ ਤੁਹਾਡੇ ਕੋਲ ਵੀ ਸਮਾਨ ਲੈਣ, ਕਿਉਂ ਤੁਹਾਨੂੰ ਠੇਕਾ ਦੇਗਾ। ਤੇ ਇਸੇ ਕਰਕੇ ਇੱਧਰ ਰਾਜੀਵ ਗਾਂਧੀ, ਉਧਰ ਡੈਂਗ ਸ਼ਿਓਪਿੰਗ, ਕੀ ਹੋਇਆ, ਮੀਟਿੰਗ ਕੀਤੀ ਤੇ ਬੋਲਿਆ ਯਾਰ ਇਹ ਜਿਹੜੀ ਸੁੰਦਰੁੰਗ ਵਾਲੀ ਗੱਲ ਹੋਈ ਹੈ, ਬੜੀ ਗਲਤ ਹੋਈ ਹੈ, ਇਹ ਆਪਾਂ ਨਹੀਂ ਕਰਨੀ, ਰਿਲੇਸ਼ਨਸ ਨੂੰ ਡਿਫਿਊਜ਼ ਕਰਦੇ ਹਾਂ, ਆਰਮੀ ਨੂੰ ਪਿੱਛੇ ਲੈ ਜਾਓ। ਤੇ ਇਹੀ ਹੋਇਆ ਬਈ, ਆਰਮੀ ਨੂੰ ਪਿੱਛੇ ਲੈ ਗਏ। ਠੀਕ ਹੈ ਜੀ। ਹੁਣ ਰਾਜੀਵ ਗਾਂਧੀ ਨੇ ਤੇ ਇਹ ਕਰ ਦਿੱਤਾ, ਉਸ ਤੋਂ ਵੀ ਅੱਗੇ ਹੋਰ ਚਾਈਨਾ ਵੱਡੀ ਪਾਵਰ ਬਣ ਗਿਆ, ਹੋਰ ਇਹਨਾਂ ਨੂੰ ਸਟੇਬਿਲਿਟੀ ਚਾਹੀਦੀ ਹੈ। ਤੇ ਕਿਹਦੀ ਗੱਲ ਆ ਗਈ, ਨਰਸਿਮਹਾ ਰਾਓ। ਨਰਸਿਮਹਾ ਰਾਓ ਮਿਲਣ ਗਏ ਚਾਈਨਾ ਵਿੱਚ ਤੇ ਉੱਥੇ ਕੀ ਹੋਇਆ, ਪੀਸ ਐਂਡ ਟ੍ਰੈਂਕੁਇਲਿਟੀ ਐਗਰੀਮੈਂਟ, ਦ ਮੋਸਟ ਇੰਪੋਰਟੈਂਟ ਐਗਰੀਮੈਂਟ ਜਿਹਨੇ ਇੰਡੀਆ ਚਾਈਨਾ ਦੇ ਰਿਲੇਸ਼ਨਸ ਨੂੰ, ਨਹਿਰੂ ਸਾਹਿਬ ਦੇ ਬਾਅਦ ਜੇ ਕੋਈ ਵਧੀਆ ਗੱਲ ਕੀਤੀ ਹੈ ਨਾ ਆਫਟਰ ਪੰਚਸ਼ੀਲ, ਅਗਰ ਕੋਈ ਵਧੀਆ ਗੱਲ ਹੋਈ ਹੈ ਇਨ ਦਾ ਇੰਡੀਆ ਚਾਈਨਾ ਰਿਲੇਸ਼ਨਸ, that is this peace and tranquility agreement। ਇਸ ਐਗਰੀਮੈਂਟ ਵਿੱਚ ਪਹਿਲੀ ਵਾਰ ਇਹ ਬੋਲਿਆ ਗਿਆ ਕਿ ਦੋਨੋਂ ਸਾਈਡਸ ਜਿਹੜੀਆਂ ਹੈ ਉਹ ਇੱਕ ਦੂਸਰੇ ਨੂੰ ਫੋਰਸ ਨਾ ਡਰਾਉਣਗੀਆਂ ਨਹੀਂ, ਤੇ ਤੁਸੀਂ ਆਰਮਸ ਨਹੀਂ ਯੂਜ਼ ਕਰਨੇ, ਆਰਮਡ ਵੈਪਨਸ। ਤੁਸੀਂ ਅੱਜ ਵੀ ਦੇਖੋ ਜਦੋਂ ਗਲਵਾਨ ਦੀਆਂ ਵੀਡੀਓਜ਼ ਆਈਆਂ ਸੀ, ਬਹੁਤ ਦਿਲ ਰੋਂਦਾ ਸੀ, ਪਰ ਉੱਥੇ ਜੇ ਤੁਸੀਂ ਦੇਖੋਗੇ ਆਰਮਸ ਨਹੀਂ ਯੂਜ਼ ਹੋਏ, ਬੰਦੂਕਾਂ ਨਹੀਂ ਯੂਜ਼ ਹੋਈਆਂ, ਉਹ ਇੱਕ ਦੂਸਰੇ ਨੂੰ ਡੰਡਿਆਂ ਡੁੰਡਿਆਂ ਨਾਲ ਮਾਰ ਰਹੇ ਸੀ, ਬਿਕੋਜ਼ ਆਫ ਦਿਸ ਐਗਰੀਮੈਂਟ, ਬਿਕੋਜ਼ ਆਫ ਦਿਸ ਐਗਰੀਮੈਂਟ। ਦੂਸਰੀ ਚੀਜ਼ ਇਹਦੇ ਵਿੱਚ ਕੀ ਹੋਈ, ਇਹਦੇ ਵਿੱਚ ਇਹ ਵੀ ਬੋਲਿਆ ਗਿਆ that both sides legally commit to respecting the status quo। status quo ਮਤਲਬ ਜਿੱਦਾਂ ਹੈ ਉਦਾਂ ਹੀ, as it is, ਚੇਂਜ ਨਹੀਂ ਕਰਨਾ। ਇਦਾਂ ਨਹੀਂ ਹੈ ਕਿ ਆਰਮੀ ਇਧਰੋਂ ਲੈ ਆਓ ਤੇ ਬਈ ਲੜੀ ਜੋ, ਮੈਂ ਆਪਣੀ ਆਰਮੀ ਨਾਲ ਲੜੀ ਜੋ, ਨਹੀਂ, ਜਿੱਦਾਂ ਹੈ ਉਦਾਂ ਹੀ ਰਹਿਣ ਦਿਓ, ਉਹਨੂੰ ਕਹਿੰਦੇ ਆਪਾਂ ਸਟੇਟਸ ਕੁਓ। ਆਪਾਂ ਉਹਦੀ ਗੱਲ ਕਰਨੀ ਆ। ਦੇਖਿਆ ਕਿੰਨੀ ਵੱਡੀ ਅਚੀਵਮੈਂਟ ਹੈ, ਪਰ ਇੱਥੇ ਗੱਲ ਨਹੀਂ ਰੁਕੀ, ਹੋਰ ਅੱਗੇ ਹੱਥ ਵਧਾਇਆ ਗਿਆ। ਕਿੱਦਾਂ, ਸ਼੍ਰੀ ਅਟਲ ਬਿਹਾਰੀ ਵਾਜਪੇਈ ਸਾਹਿਬ। ਦੂਸਰਾ ਸਭ ਤੋਂ ਇੰਪੋਰਟੈਂਟ ਐਗਰੀਮੈਂਟ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਤੇ ਬਈ ਗੱਲ ਹੀ ਮੁਕਾਤੀ। ਇਹ ਕਹਿੰਦੇ ਯਾਰ ਦੇਖੋ, ਜਦੋਂ ਤੱਕ ਬਾਰਡਰ ਡਿਸਪਿਊਟ ਨਹੀਂ ਹੁੰਦੀ ਨਾ ਰਿਜ਼ੋਲਵ, ਤਦ ਤੱਕ ਕੁਝ ਨਹੀਂ ਹੋ ਸਕਦਾ। ਤੁਸੀਂ ਜਿੰਨਾ ਮਰਜ਼ੀ ਟ੍ਰੇਡ ਕਰ ਲਓ, ਤੁਸੀਂ ਜਿੰਨਾ ਮਰਜ਼ੀ ਕੁਝ ਵੀ ਕਰ ਲਓ, ਪਰ ਬਾਰਡਰ ਡਿਸਪਿਊਟ ਨੂੰ ਸੋਲਵ ਕਰਨ ਦੀ ਗੱਲ ਕਰੋ। ਤੇ ਉਹਨਾਂ ਨੇ ਵੀ ਕਿਹਾ ਯਾਰ ਬਿਲਕੁਲ ਸਹੀ ਗੱਲ ਹੈ, ਬਾਰਡਰ ਡਿਸਪਿਊਟ ਨੂੰ ਤਾਂ ਸੋਲਵ ਕਰਨਾ ਚਾਹੀਦਾ। ਤੇ ਕੀ ਗੱਲ ਹੋਈ, ਦੈਟ 3 ਸਟੈਪ ਫਾਰਮੂਲਾ, 3 ਸਟੈਪ ਫਾਰਮੂਲਾ ਦਿੱਤਾ ਗਿਆ ਬਾਰਡਰ ਡਿਸਪਿਊਟਸ ਨੂੰ ਸੋਲਵ ਕਰਨ ਦਾ। ਪਹਿਲਾ ਸਟੈਪ ਕੀ ਹੈ, ਗਾਈਡਿੰਗ ਪ੍ਰਿੰਸੀਪਲਸ। ਦੋਨੋਂ ਬੈਠ ਕੇ ਪ੍ਰਿੰਸੀਪਲਸ ਬਣਾਓ, ਦੋਨੋਂ ਬੈਠ ਕੇ ਇੱਕ ਰੋਡ ਮੈਪ ਬਣਾਓ ਕਿ ਇਹ ਪ੍ਰਿੰਸੀਪਲਸ ਨੂੰ ਫੋਲੋ ਕਰਕੇ ਆਪਾਂ ਬਾਰਡਰ ਡਿਸਪਿਊਟ ਕਰਾਂਗੇ ਰਿਜ਼ੋਲਵ। ਸੈਕੰਡ ਥਿੰਗ ਹੈ ਡੀਮਾਰਕੇਸ਼ਨ ਆਫ ਦਾ ਟੈਰੀਟਰੀ। ਯਾਰ ਜੌਨਸਨ ਲਾਈਨ ਨੂੰ ਚੁਣਨਾ ਹੈ ਜਾਂ ਮੈਕਡੋਨਲਡ ਲਾਈਨ ਨੂੰ ਚੁਣਨਾ ਹੈ, ਬੈਠ ਕੇ ਇੱਕ ਵਾਰ ਸਲਾਹ ਕਰ ਲਓ, ਗੱਲ ਕਰ ਲਓ, ਡੀਮਾਰਕੇਟ ਕਰ ਲਓ, ਤੇ ਡੀਮਾਰਕੇਟ ਕਰਨ ਤੋਂ ਬਾਅਦ ਉਹਨੂੰ ਮੈਪ ਤੇ ਬਣਾਓ ਤੇ ਮੈਪ ਸਾਡੇ ਨਾਲ ਸ਼ੇਅਰ ਕਰੋ। ਫਿਰ ਅਸੀਂ ਉਸ ਮੈਪ ਤੇ ਚਰਚਾ ਕਰਾਂਗੇ, ਜੇ ਕੋਈ ਵੀ ਗੱਲ ਹੋਈ ਉਹਨੂੰ ਪੁਆਇੰਟ ਆਊਟ ਕਰਾਂਗੇ, ਫਿਰ ਗੱਲ ਕਰਾਂਗੇ, ਫਿਰ ਉਹ ਮੈਪਸ ਜਿਹੜੇ ਹੈ ਫਾਈਨਲੀ ਉਹਨਾਂ ਨੂੰ ਐਕਸੈਪਟ ਕਰ ਲਵਾਂਗੇ। ਦੇਖ ਰਹੇ ਹੋ ਕਿੰਨਾ ਵਧੀਆ ਸੋਲੂਸ਼ਨ ਲੱਭਿਆ ਅਟਲ ਬਿਹਾਰੀ ਵਾਜਪੇਈ ਸਾਹਿਬ ਨੇ। ਬਟ ਅਨਫੋਰਚੂਨੇਟਲੀ ਆਪਾਂ ਇਹ ਦੋ ਚੀਜ਼ਾਂ ਹੀ ਕੀਤੀਆਂ, ਆਪਾਂ ਐਕਸਚੇਂਜ ਆਫ ਮੈਪਸ ਆਫੀਸ਼ੀਅਲੀ ਕਦੀ ਕੀਤੇ ਹੀ ਨਹੀਂ, ਬਿਕੋਜ਼ ਜੇ ਇੱਥੇ ਤੱਕ ਪਹੁੰਚ ਗਏ ਫਿਰ ਬਹੁਤ ਪੰਗਾ ਪੈ ਜਾਣਾ, ਇਸੇ ਕਰਕੇ ਇਹ ਕਦੀ ਹੋਇਆ ਹੀ ਨਹੀਂ। ਦੂਸਰੀ ਚੀਜ਼ ਇਹਨਾਂ ਨੇ ਕੀਤੀ, ਚਾਈਨਾ ਨੂੰ ਸਟ੍ਰੈਟੇਜਿਕ ਪਾਰਟਨਰ ਬਣਾ ਲਿਆ ਆਪਣਾ। ਆਲਦੋ ਕੋਈ ਇਹਦੀ ਇੰਨੀ ਮਹੱਤਤਾ ਨਹੀਂ ਹੈ, ਪਰ ਸਿੰਬੋਲਿਕ ਜੈਸਚਰ ਸੀਗਾ that now India and China are in a strategic partnership। ਠੀਕ ਹੈ ਜੀ, ਤੇ ਇਹ ਆਪਾਂ ਗੱਲ ਇੱਥੇ ਕਰਾਂਗੇ। ਆਫਟਰ ਅਟਲ ਬਿਹਾਰੀ ਵਾਜਪੇਈ ਸਾਹਿਬ
2014 ਵਿੱਚ ਜਦੋਂ ਮੋਦੀ ਸਾਹਿਬ ਆਉਂਦੇ ਨੇ ਸਭ ਚੇਂਜ ਹੋ ਜਾਂਦਾ। ਮੋਦੀ ਸਾਹਿਬ ਤੇ ਉਧਰ ਆ ਗਏ ਆਪਣੇ ਸ਼ੀ ਜਿਨਪਿੰਗ। 2013 ਐਂਡ 14 ਜਿਹੜੇ ਇਹ 2 ਈਅਰ ਨੇ ਨਾ, ਇਹ ਇੰਡੀਆ ਚਾਈਨਾ ਰਿਲੇਸ਼ਨਸ ਵਾਸਤੇ ਬਹੁਤ ਹੀ ਇੰਪੋਰਟੈਂਟ ਨੇ। ਇਹ ਜਿਹੜੇ 2 ਈਅਰਸ ਹੈ ਇਹਦੇ ਵਿੱਚ ਸਾਰਾ ਕੁਝ ਚੇਂਜ ਹੋ ਗਿਆ। ਇੱਧਰ ਮੋਦੀ ਸਾਹਿਬ ਆ ਗਏ, ਵੈਰੀ ਸਟਰੋਂਗ ਲੀਡਰ, ਕਨਵਿਕਟਡ ਲੀਡਰ। ਉਸ ਤੋਂ ਬਾਅਦ ਦੂਸਰੀ ਸਾਈਡ ਆਪਣੇ ਆ ਗਏ ਸ਼ੀ ਜਿਨਪਿੰਗ ਜੀ, ਅਗੇਨ ਅ ਲੀਡਰ ਆਫ ਦ ਸਟੇਚਰ ਆਫ ਮਾਓ ਐਂਡ ਡੈਂਗ ਸ਼ਿਓਪਿੰਗ, ਕਿ ਬਾਈ ਜੀ ਆਪਾਂ ਤੇ ਵਧੀਆ, ਆਪਾਂ ਤੇ ਪੂਰਾ ਅੱਗੇ ਲੈ ਜਾਣਾ ਜੀ ਚਾਈਨਾ ਨੂੰ। ਇਧਰੋਂ ਮੋਦੀ ਸਾਹਿਬ ਆਪਾਂ ਇੰਡੀਆ ਨੂੰ ਜੀ ਗਲੋਬਲ ਪਾਵਰ ਬਣਾ ਦੇਣਾ। ਉਹਨਾਂ ਨੇ ਆਪਣਾ ਇੱਕ ਤੁਸੀਂ ਸੁਣਿਆ ਹੋਏਗਾ ਨਾ ਕਿ OBOR, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ, ਉਹਨੂੰ ਕੀਤਾ ਕਿ ਬਈ ਆਪਾਂ ਇਹ ਕਰਾਂਗੇ ਜੀ, ਬਿਲਕੁਲ ਕਰਾਂਗੇ, ਠੀਕ ਹੈ। ਹੁਣ ਮੋਦੀ ਸਾਹਿਬ ਵਾਸ ਮੋਰ ਅਲਾਈਨਡ ਟੂਵਰਡਸ US, ਉਹ ਕਹਿੰਦੇ ਕਿ ਆਪਾਂ US ਨਾਲ ਦੋਸਤੀ ਬਣਾਵਾਂਗੇ। ਇਸ ਚੀਜ਼ਾਂ ਚੱਲਦੀਆਂ ਰਹੀਆਂ, ਇੰਡੀਆ ਥੋੜਾ US ਦੇ ਕਲੋਜ਼ ਹੋਣ ਲੱਗ ਗਿਆ ਤੇ ਆਪਣਾ ਜਿਹੜਾ ਚਾਈਨਾ ਹੈ ਉਹ ਪਾਕਿਸਤਾਨ ਦੇ ਕਲੋਜ਼ ਹੋਣ ਲੱਗ ਗਿਆ। 2017 ਵਿੱਚ ਤੇ ਹੱਦ ਹੀ ਹੋ ਗਈ ਜਦੋਂ ਇਹਨਾਂ ਨੇ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਖੋਲ ਦਿੱਤਾ। ਦੇਖੋ ਜੀ ਕਿਦਾਂ, ਦਿਸ ਇਜ਼ ਪਾਕਿਸਤਾਨ ਆਕਿਊਪਾਈਡ ਕਸ਼ਮੀਰ, ਮਤਲਬ ਕਿ ਸਾਡਾ ਏਰੀਆ ਹੈ ਪਰ ਇਹਨਾਂ ਨੇ ਕਬਜ਼ਾ ਕੀਤਾ ਹੋਇਆ, POK। ਇਹਦੇ ਵਿੱਚੋਂ ਰੋਡ ਕੱਢਤੀ ਯਾਰ, ਇਹਦੇ ਵਿੱਚੋਂ ਰੋਡ ਕਰਕੇ ਸਿੱਧਾ ਕਿੱਥੇ ਆ ਰਹੀ ਹੈ, ਗਵਾਦਰ ਪੋਰਟ। ਇੰਡੀਆ ਦਾ ਆਬਜੈਕਸ਼ਨ ਹੈ ਦੈਟ ਤੁਸੀਂ ਕੀ ਇੱਥੇ ਰੋਡ ਕੱਢ ਸਕਦੇ ਹੋ। ਇੰਡੀਆ ਦਾ ਇਹ ਆਬਜੈਕਸ਼ਨ ਹੈ ਦੈਟ ਕੈਨ ਯੂ ਡੂ ਦਿਸ। ਸਵਾਲ ਹੈ ਨਹੀਂ, ਜਵਾਬ ਹੈ ਸੌਰੀ ਨਹੀਂ, ਤੁਸੀਂ ਨਹੀਂ ਕਰ ਸਕਦੇ, ਕਿਉਂਕਿ ਇਹ ਏਰੀਆ ਆਫੀਸ਼ੀਅਲੀ ਤੁਹਾਡਾ ਹੈ ਹੀ ਨਹੀਂ। ਕਬਜ਼ੇ ਵਾਲੇ ਏਰੀਆ ਤੇ ਥੋੜੀ ਯਾਰ ਬਿਲਡਿੰਗ ਬਣਾ ਸਕਦੇ ਹਾਂ ਆਪਾਂ, ਠੀਕ ਹੈ। ਸੋ ਇਹ ਚੱਲਦਾ ਰਿਹਾ। ਹੁਣ ਜਦੋਂ ਇਹ ਹੋ ਗਿਆ ਤੇ ਇੰਡੀਆ ਚਾਈਨਾ ਦਾ ਰਿਲੇਸ਼ਨ ਇਦਾਂ ਲੱਗ ਰਿਹਾ ਸੀ ਕਿ ਬਹੁਤ ਖਰਾਬ ਹੋ ਜਾਏਗਾ, ਤੇ ਬਈ ਹੋਇਆ ਕਿ ਨਹੀਂ ਖਰਾਬ, ਬਿਲਕੁਲ ਖਰਾਬ ਹੋਇਆ। ਕਿੱਦਾਂ, 2017 ਚ ਦੋਕਲਾਮ ਕ੍ਰਾਈਸਿਸ ਹੋ ਗਿਆ। ਦੋਕਲਾਮ ਕਿਹੜੀ ਜਗ੍ਹਾ ਹੈ, ਪਹਿਲੀ ਗੱਲ ਮੈਂ ਤੁਹਾਨੂੰ ਇਹ ਕਲੀਅਰ ਕਰਦਾ, ਦੋਕਲਾਮ ਜਿਹੜੀ ਜਗ੍ਹਾ ਹੈ ਇਟ ਇਜ਼ ਨਾਟ ਐਨ ਇੰਡੀਅਨ ਏਰੀਆ। ਦੋਕਲਾਮ ਜਿਹੜਾ ਏਰੀਆ ਸੀ, ਇੱਥੇ ਦੇਖੋ ਧਿਆਨ ਨਾਲ, ਜਿਹੜਾ ਦੋਕਲਾਮ ਦਾ ਏਰੀਆ ਹੈ ਇਹ ਐਕਚੁਅਲੀ ਭੂਟਾਨ ਦਾ ਪਾਰਟ ਹੈ। ਪਰ ਅਸੀਂ ਕਿਉਂ ਗਏ, ਹੁਣ ਤੁਸੀਂ ਕਹੋਗੇ ਯਾਰ ਸਾਡਾ ਫਿਰ ਕੀ ਰੋਲ ਹੈ ਜੇ ਭੂਟਾਨ ਦਾ ਪਾਰਟ ਹੈ। ਯਾਰ ਭੂਟਾਨ ਦੇ ਨਾਲ ਸਿੱਕਮ ਵੀ ਤਾਂ ਹੈ, ਸਾਡਾ ਸਿਲੀਗੁੜੀ ਕੋਰੀਡੋਰ ਵੀ ਤਾਂ ਹੈ, ਇਹ ਵਾਲਾ ਸਿਲੀਗੁੜੀ ਕੋਰੀਡੋਰ ਜਿਹੜਾ ਕਿ ਨਾਰਥ ਈਸਟ ਨਾਲ ਕਨੈਕਟ ਕਰਦਾ ਇੰਡੀਆ ਨੂੰ। ਅਸੀਂ ਇਹਨਾਂ ਦੀ ਰੱਖਿਆ ਵਾਸਤੇ ਇਹਨਾਂ ਨੂੰ ਬਚਾਉਣ ਲਈ ਗਏ ਸੀ। ਅਸੀਂ ਕਿਹਾ ਜੇ ਬਈ ਇੱਥੇ ਆ ਕੇ ਇਹਨੇ ਕਬਜ਼ਾ ਲੈ ਲਿਆ ਤੇ ਵਿਚਾਰਾ ਭੂਟਾਨ ਕੀ ਕਰ ਪਾਏਗਾ, ਕੀ ਕਰ ਪਾਏਗਾ ਭੂਟਾਨ। ਤੇ ਇਸ ਕਰਕੇ ਸਾਡੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਬਚਾਉਣਾ, ਤੇ ਇਹ ਸਭ ਚੀਜ਼ਾਂ ਹੋਈਆਂ। ਤੇ 2017 ਚ ਬਹੁਤ ਹੀ ਜਿਹਨੂੰ ਆਪਾਂ ਕਹਿੰਦੇ ਆ ਕਿ ਖਰਾਬ ਹੋ ਗਏ ਸੀ ਆਪਣੇ ਰਿਲੇਸ਼ਨਸ। ਪਰ ਮੋਦੀ ਸਾਹਿਬ ਤੇ ਸ਼ੀ ਜਿਨਪਿੰਗ ਸਾਹਿਬ ਬਹੁਤ ਇੰਟੈਲੀਜੈਂਟ ਸੀ। ਉਹਨਾਂ ਨੇ ਕਿਹਾ ਯਾਰ ਜੇ ਇਦਾਂ ਹੀ ਚੱਲਦਾ ਰਿਹਾ ਨਾ, ਇਦਾਂ ਗੱਲ ਨਹੀਂ ਬਣਨੀ। ਤੇ ਸ਼ੀ ਜਿਨਪਿੰਗ ਸਾਹਿਬ ਨੇ 2018 ਵਿੱਚ ਇੱਕ ਜਗ੍ਹਾ ਹੈ ਵੂਹਾਨ, ਵੂਹਾਨ ਤੇ ਬੜੀ ਫੇਮਸ ਹੈ, ਕੋਵਿਡ ਨਿਕਲਿਆ ਸੀ ਇੱਧਰੋਂ, ਬਹੁਤ ਫੇਮਸ ਜਗ੍ਹਾ ਹੈ ਵੂਹਾਨ। ਬੁਲਾ ਲਿਆ ਮੋਦੀ ਸਾਹਿਬ ਨੂੰ, ਤੇ ਮੋਦੀ ਸਾਹਿਬ ਨੂੰ ਬੁਲਾ ਕੇ ਕਹਿੰਦੇ ਕਿ ਬਈ ਆਪਾਂ ਨਾ ਬੈਠ ਕੇ ਇਨਫੋਰਮਲ ਗੱਲਾਂ ਕਰਾਂਗੇ ਤੇ ਆਪਾਂ ਗੱਲ ਕਰਾਂਗੇ ਵੀ ਕਿਸ ਤਰ੍ਹਾਂ ਇੰਡੀਆ ਚਾਈਨਾ ਦੇ ਰਿਲੇਸ਼ਨਸ ਨੂੰ ਹੋਰ ਵਧੀਆ ਕੀਤਾ ਜਾ ਸਕਦਾ ਹੈ। ਤੇ ਮੋਦੀ ਸਾਹਿਬ ਗਏ, ਆ ਤੁਸੀਂ ਫੋਟੋ ਦੇਖ ਰਹੇ ਹੋ। ਜਦੋਂ ਮੋਦੀ ਸਾਹਿਬ ਗਏ ਉੱਥੇ ਬਹੁਤ ਵਧੀਆ ਗੱਲਾਂ ਹੋਈਆਂ ਤੇ ਇੱਕ ਵਰਡ ਨਿਕਲ ਕੇ ਆਇਆ ਜਿਹਨੂੰ ਆਪਾਂ ਕਹਿੰਦੇ ਆ ਵੂਹਾਨ ਸਪਿਰਿਟ। ਵੂਹਾਨ ਸਪਿਰਿਟ ਦਾ ਮਤਲਬ ਇਹ ਹੈ ਸਿੰਪਲੀ ਕਿ ਜੇ ਕੋਈ ਵੀ ਪ੍ਰੋਬਲਮ ਹੈ ਇਨਫੋਰਮਲੀ ਦੋ ਕੰਟਰੀਜ਼ ਬਹਿ ਕੇ ਆਪਸ 'ਚ ਰਿਜ਼ੋਲਵ ਕਰ ਸਕਦੀਆਂ ਹੈ ਵਿਦਾਊਟ ਐਨੀ ਡਾਊਟ, ਵਿਦਾਊਟ ਐਨੀ ਪ੍ਰੋਬਲਮ। ਇਹ ਗੱਲ ਹੋਈ, ਬਹੁਤ ਅੱਛਾ ਚੱਲ ਰਿਹਾ ਇੱਥੇ। ਦੇਖੋ ਕਿੰਨਾ ਵਧੀਆ ਚੱਲ ਰਿਹਾ 2018 ਤੱਕ, ਬਹੁਤ ਅੱਛੇ ਰਿਲੇਸ਼ਨ ਚੱਲ ਰਿਹਾ ਹੈ। ਹੁਣ ਜਦੋਂ ਇੱਕ ਗੈਸਟ ਨੇ ਤੁਹਾਨੂੰ ਆਪਣੇ ਘਰੇ ਬੁਲਾ ਲਿਆ, ਹੁਣ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਵੀ ਉਸ ਗੈਸਟ ਨੂੰ ਬੁਲਾਓ। ਤੇ ਕੀ ਕੀਤਾ ਆਪਾਂ, ਕੀਤੀ ਮਮੱਲਪੁਰਮ ਸਮਿਟ, ਠੀਕ ਹੈ ਜੀ, ਚੇਨਈ ਦੇ ਕੋਲ ਜਗ੍ਹਾ ਹੈ, ਉੱਥੇ ਜਾ ਕੇ ਇਹ ਸਮਿਟ ਹੋਈ ਤੇ ਉੱਥੇ ਵੀ ਗਾਈਡਿੰਗ ਪ੍ਰਿੰਸੀਪਲਸ ਹੋਏ, ਉੱਥੇ ਵੀ ਚੇਨਈ ਕਨੈਕਟ ਦੀ ਗੱਲ ਹੋਈ। ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਹਿਸਟਰੀ ਚੱਲ ਰਹੀ ਹੈ ਦੈਟ ਸਟਾਰਟਿੰਗ ਫਰੋਮ ਦਾ ਬਾਰਡਰ ਡਿਸਪਿਊਟ, ਕਿ ਜਿਹੜੇ ਏਰੀਆਜ਼ ਵਿੱਚ ਬਾਰਡਰ ਡਿਸਪਿਊਟ ਪਿਆ ਕਿਉਂਕਿ LAC ਆਪਾਂ ਮੰਨ ਨਹੀਂ ਰਹੇ, ਤਾਂ ਹੀ ਆਪਾਂ ਹੌਟ ਸਪ੍ਰਿੰਗਸ, ਡੈਪਸਾਂਗ ਪਲੇਨਸ ਇਹਨਾਂ ਤੇ ਅਟਕੇ ਪਏ ਆ ਨਾ। ਇਹ ਜਿਹੜੇ ਸਾਰੇ ਸਟੈਪਸ ਹੈ, these are one step closer
टू रेजोल्यूशन ऑफ डिस्प्यूट्स। पर प्रॉब्लम की आंदी है जी 19 ਤੋਂ ਬਾਅਦ 2020 ਆ ਗਿਆ ਤੇ 2020 ਚ ਕੋਵਿਡ ਆ ਗਿਆ। ਕੋਵਿਡ ਵਿੱਚ ਚਾਈਨਾ ਬਹੁਤ ਹੋ ਗਿਆ ਜੀ ਮਜਬੂਰ। ਚਾਈਨਾ ਨੂੰ ਕਰਨੀ ਪਈ ਵੁਲਫ ਵਾਰੀਅਰ ਡਿਪਲੋਮੇਸੀ। ਸਾਰੀ ਦੁਨੀਆ ਚਾਈਨਾ ਤੇ ਇਲਜ਼ਾਮ ਲਾ ਰਹੀ ਹੈ, ਸਾਰੀ ਦੁਨੀਆ ਕਹਿ ਰਹੀ ਹੈ ਕਿ ਬਈ ਚਾਈਨਾ ਨੇ ਗਲਤ ਕੀਤਾ ਤੇ ਚਾਈਨਾ ਨੇ ਆਪਣਾ ਐਗਰੈਸਿਵ ਸਟੈਂਸ ਦਿਖਾਇਆ। ਵੁਲਫ ਵਾਰੀਅਰ ਇਹਨਾਂ ਦੀ ਇੱਕ ਮੂਵੀ ਹੈ ਨਾ ਜਿਹਦੇ ਵਿੱਚ ਕੋਰਸਿਵ ਡਿਪਲੋਮੇਸੀ ਯਾਨੀ ਕਿ ਇੱਕ ਇਹੋ ਜਿਹੀ ਡਿਪਲੋਮੇਸੀ ਜਿਹਦੇ ਵਿੱਚ ਨਾ ਤੁਹਾਡੀ ਗਲਤੀ ਹੈ, ਤੁਹਾਨੂੰ ਕੋਈ ਡਾਂਟ ਰਿਹਾ ਹੈ ਤੇ ਤੁਸੀਂ ਇਹ ਨਹੀਂ ਕਹੋਗੇ ਯਾਰ ਆਮ ਸੌਰੀ, ਤੁਸੀਂ ਅੱਗੇ ਉਹਨੂੰ ਹੀ ਗਾਲਾਂ ਕੱਢਣੀ ਸ਼ੁਰੂ ਕਰ ਦੋਗੇ। ਕਿਉਂ? ਰਿਵਰਸ ਸਾਈਕੋਲੋਜੀ ਕਿ ਜੇ ਤੁਸੀਂ ਆਪਣੇ ਆਪ ਨੂੰ ਸਟਰੋਂਗ ਦਿਖਾ ਰਹੇ ਹੋ ਚਾਹੇ ਤੁਹਾਡੀ ਗਲਤੀ ਵੀ ਹੈ ਨਾ ਅਗਲਾ ਕੁਝ ਕਹੇਗਾ ਨਹੀਂ। ਇਹੀ ਸੇਮ ਚੀਜ਼ ਚਾਈਨਾ ਨੇ ਕੀਤੀ। ਪੂਰਾ ਵਰਲਡ ਬਲੇਮ ਕਰ ਰਿਹਾ, ਇਹ ਕਹਿੰਦੇ ਨੋ 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 ਵੀ ਆਰ ਵੈਰੀ ਸਟਰੋਂਗ, ਵੀ ਆਰ ਵੈਰੀ ਸਟਰੋਂਗ। ਸਟਰੋਂਗ ਦਿਖਾਉਣ ਦੇ ਚੱਕਰ 'ਚ ਗਲਵਾਨ ਕਰਤਾ। 2020 ਚ ਗਲਵਾਨ ਹੋ ਗਿਆ। ਨਾਓ ਸਟਾਰਟ ਆਫ ਦਾ ਵੀਡੀਓ ਕੀ ਸੀ ਕਿ ਜੋ ਗਲਵਾਨ ਚ ਹੋਇਆ ਹੈ ਉਹਨੂੰ ਥੋੜਾ ਜਿਹਾ ਵਾਪਸ ਕੀਤਾ, ਪਰ ਹੁਣ ਆਪਾਂ ਆ ਗਏ ਹਾਂ ਗਲਵਾਨ ਚ ਕਿ ਹੋਇਆ ਕੀ ਗਲਵਾਨ ਵਿੱਚ। ਸੋ ਇਨ ਗਲਵਾਨ ਜਿਹੜੇ ਟਰੂਪ ਸੀ ਉਹ ਡੈਪਸਾਂਗ ਪਲੇਨਸ, ਪੈਂਗੋਂਗ ਸੋ ਉਹਦੇ ਵਿੱਚ ਅੱਗੇ ਅੱਗੇ ਨੂੰ ਆ ਗਏ। ਪੈਟਰੋਲਿੰਗ ਪੁਆਇੰਟਸ ਜਿਨ੍ਹਾਂ ਦੀ ਗੱਲ ਹੋ ਰਹੀ ਹੈ, देयर आर सम पॉइंट्स, सी द मैप। ठीक है जी, आ देखो इत्थे पॉइंट्स ने जिथे ना आपां एग्री किया होया कि इंडियन जिहड़ी आर्मी है, सपोज करो इत्थे पॉइंट है, इत्थे डिसाइड किया कि इंडियन आर्मी इत्थे तक आएगी, चाइनीज आर्मी इत्थे तक आएगी। आ जिहड़ा विच दा एरिया है ना ये सिर्फ पेट्रोलिंग पॉइंट है। कदी जाके आपां गश्त कर लांगे, कदी तुसीं आके गश्त कर लो, सिंपल चीज़। पर गलवान तो बाद होया कि दोनों इत्थे कॉमन एरिया च पहुंच गए, इत्थे आके टसल होनी शुरू हो गई प्यारियों, जो कि बहुत ही हानिकारक सी क्योंकि जो आमने सामने जावांगे तो लड़ाई होवेगी ही होवेगी। ते हुण हाल दी कड़ी ये बोलिया गया है कि बई तुसी वापस जाओ, ये जिहड़ियां भी चीज़ां हो रही ने, ये सब जो चीज़ां चल रही ने इनू आपां खत्म करना है। नाउ प्यारियों दिस वॉज द होल हिस्टरी ऑफ द बॉर्डर डिस्प्यूट। जे तुहानू लग रहा है कि घंटे की अपनी क्लास हो चुकी है, बहुत लंबी वीडियो बन गई, सानू कहा जाता है ना, मैं जो बाकियों ने पूछना है कहते यार लंबी वीडियो बन जाती है तो चलती नहीं। बट आई बिलीव इन डिटेलिंग्स। मैनू लगता है कि ਜਿਹੜੇ प्यारे बच्चे या कोई भी एस्पिरेंट सानू देख रहा है उन्होंने डिटेल विच पता होना चाहिए, क्योंकि सानू पता ही नहीं कि इशू की है। तो मैं अज यही कोशिश की सी तुहानू पूरी हिस्टरी पता लगे दैट ये चलिया किधरों आ रहा है इशू। जे तुहानू लग रहा है कि सर कुछ रह गया, तुसी कमेंट कर दो, मैं वो भी कवर करांगा। जे तुहानू लग रहा है कि सर स्टोरी ठीक सुनाई, थोड़ा जिहा मैनू दस दो कि सर तुसी ठीक दस्सिया। जे तुहानू लग रहा है कि नहीं सर कुछ समझ ही नहीं लग्या, प्लीज़ वो भी लिख दो, बिकॉज मैं भी अपने आप को इंप्रूव करूँगा। ठीक है जी। पेपर पॉइंट ऑफ व्यू नाल हुण आपां करांगे की इंपॉर्टेंट है। फर्स्ट थिंग इज रीजनस फॉर अनरिजॉल्वड बॉर्डर डिस्प्यूट। मतलब कि यार इन्ने साल हो गए, आपां इन्नी हिस्ट्री देख ली, अपने वाजपेयी साहब ने ये करता, नरसिम्हा राव ने ये करता, पर हले भी बॉर्डर डिस्प्यूट सॉल्व क्यों नहीं होया। स्टार्टिंग में वीडियो इदां ही कीती सी ना कि वीडियो सॉरी कि जिहड़ा अपना इंडिया चाइना बॉर्डर डिस्प्यूट है कि वो रिजॉल्व हो गया, आंसर इज नो। क्यों नहीं होया? ਇਹ ਉਹਦੇ ਰੀਜ਼ਨਸ ਨੇ ਜਿਹੜੇ ਐਜ਼ ਇਟ ਇਜ਼ ਤੁਸੀਂ ਮੇਨਸ ਵਿੱਚ ਲਿਖ ਸਕਦੇ ਹੋ। ਮੈਂ ਤੁਹਾਡੇ ਨਾਲ PDF ਸ਼ੇਅਰ ਕਰ ਦੂੰਗਾ। ਪਹਿਲਾ ਕੀ ਲਿਖਿਆ ਹੈ, ਸਟ੍ਰੈਟੇਜਿਕ ਸੈਕਸ਼ਨਸ, ਕੁਝ ਜਿੱਦਾਂ ਡੈਪਸਾਂਗ ਪਲੇਨਸ ਹੈ, ਪੈਂਗੋਂਗਸ ਹੋਵੇ, ਤੁਸੀਂ ਦੇਖ ਹੀ ਲਿਆ ਇੰਨੇ ਸਟ੍ਰੈਟੇਜਿਕ ਹੈ ਕਿ ਜਿਹਦਾ ਵੀ ਉਹਦੇ ਉੱਤੇ ਹੋਲਡ ਹੋਏਗਾ ਨਾ ਉਹ ਵਾਰ ਜਿੱਤ ਜਾਏਗਾ ਤੇ ਕੋਈ ਉਹ ਛੱਡਣਾ ਨਹੀਂ ਚਾਹੁੰਦਾ। ਸੈਕੰਡ ਕੀ ਲਿਖਿਆ ਹੈ, ਗਰੋਇੰਗ ਪਾਵਰ ਇੰਬੈਲੈਂਸ। ਦੇਖੋ ਇੱਕ ਨਾ ਬੜੇ ਡਾਇਲੌਗ ਆਉਂਦੇ ਹੁੰਦੇ ਸੀ ਗੁੱਗੂ ਗਿੱਲ ਸਾਹਿਬ ਦੇ ਕਿ यारी कहते जिहड़ी लाणी हुंदी है ना वो बराबर वालियां नाल लाईदी है ओए, इदां कहंदे हुंदे सी। मतलब जदों तुसीं बराबरी ते होगे ना, तुसीं अगले बंदे नाल वधिया नैगोशिएट कर सकदे हो, तुहानूं इनफीरियोरिटी कॉम्पलैक्स नहीं होएगा, तुसीं किसी गैर मंगां ते हाँ नहीं करोगे। यही गल है कि इम्बैलेंस वध रहा है, चाइना होर पावरफुल हो रहा है।
ਮੈਂ ਇਹ ਨਹੀਂ ਕਹਿ ਰਿਹਾ ਕਿ ਇੰਡੀਆ ਘੱਟ ਹੋ ਰਿਹਾ ਹੈ, ਪਰ ਜੇ ਆਪਾਂ ਇਹ ਲੈਵਲ ਹੈ ਚਾਈਨਾ ਉੱਪਰ ਵੱਧਦਾ ਗਿਆ ਉਹ ਵੀ ਪ੍ਰੋਬਲਮੈਟਿਕ ਹੈ ਨਾ। ਇਸੇ ਕਰਕੇ ਵਧੀਆ ਨੈਗੋਸ਼ੀਏਸ਼ਨਸ ਨਹੀਂ ਹੋ ਪਾ ਰਹੇ। ਫਿਰ ਅੱਗੇ ਦੇਖੀਏ, growing power, अच्छा, perceived threat from India's geopolitical interests, perceived threat from India's geopolitical interests, मतलब ਤੁਸੀਂ ਇਦਾਂ ਸਮਝੋ ਕਿ ਜਿਹੜੀ ਇੰਡੀਆ ਦੀ ਪਾਲਿਸੀ ਹੈ ਉਹ ਹੈ ਕਿ ਬਈ ਆਪਣੇ ਨੇਬਰਸ ਨੂੰ ਨਾਲ ਲੈ ਕੇ ਚੱਲਣਾ, ਪਰ ਨੇਬਰ ਵਿੱਚ ਕੌਣ ਹੈ? ਆਪਣੇ ਬੈਠਾ ਚਾਈਨਾ, ਆਪਣੇ ਬੈਠਾ ਪਾਕਿਸਤਾਨ, ਹੁਣ ਨੇਪਾਲ ਵੀ ਪੰਗਾ ਲੈਣ ਲੱਗ ਗਿਆ। ਇਹ ਸਾਰੇ ਤਾਂ ਇੰਡੀਆ ਨੂੰ ਥੱਲੇ ਲਾਉਣ ਆ ਰਿਹਾ। ਇਹ ਜੀਓ ਪੋਲੀਟੀਕਲ ਰਾਈਵਲਰੀ ਹੈ, ਇਹਦੇ ਚੱਲਦੇ ਆਪਾਂ ਯੂਐਸ ਦੇ ਨਜ਼ਦੀਕ ਜਾ ਰਹੇ ਹਾਂ। ਤੇ ਜਦੋਂ ਆਪਾਂ ਇਹੋ ਜਿਹੀ ਗੱਲ ਕਰਾਂਗੇ, ਯੂਐਸ ਦੇ ਨੇੜੇ ਜਾਵਾਂਗੇ ਨਾ, ਤੇ ਚਾਈਨਾ ਸਾਡੇ ਤੋਂ ਪਿੱਛੇ ਜਾਏਗਾ ਹੀ ਜਾਏਗਾ, ਕਿਉਂਕਿ ਯੂਐਸਏ ਤੇ ਚਾਈਨਾ ਦੀ ਗਲੋਬਲ ਲੈਵਲ ਤੇ ਰਾਈਵਲਰੀ ਹੈ ਨਾ। ਜਿਹੜਾ ਵੱਡਾ ਯੁੱਧ ਚੱਲ ਰਿਹਾ ਉਹ ਤੇ ਇਹਨਾਂ ਦਾ ਚੱਲ ਰਿਹਾ, ਤੇ ਇਸੇ ਕਰਕੇ ਉਹ ਕਦੇ ਨਹੀਂ ਚਾਹੇਗਾ ਕਿ ਯੂਐਸ ਨੂੰ ਸਪੋਰਟ ਮਿਲੇ। ਤੇ ਨੈਕਸਟ ਪੁਆਇੰਟ ਇਜ਼ ਰਾਈਜ਼ਿੰਗ ਇੰਡੀਆਜ਼ ਰੋਲ ਇਨ ਜੀਓਪੋਲਿਟਿਕਸ, ਕਿਉਂਕਿ ਇੰਡੀਆ ਹੁਣ ਕੁਆਡ ਦਾ ਮੈਂਬਰ ਬਣ ਰਿਹਾ ਹੈ। ਇੰਡੀਆ ਨੂੰ ਯੂਕਰੇਨ ਤੱਕ ਨੇ ਬੋਲਿਆ ਕਿ ਬਾਈ ਤੁਸੀਂ ਸਾਡੀ ਮਦਦ ਕਰ ਦਿਓ। ਜਦੋਂ ਇਹ ਸਭ ਚੀਜ਼ਾਂ ਹੋ ਰਹੀਆਂ ਨੇ ਨਾ, ਤੇ ਵੀ ਹੈਵ ਟੂ ਥਿੰਕ ਦੈਟ ਇੰਡੀਆ ਹੁਣ ਛੋਟਾ ਮੋਟਾ ਪਲੇਅਰ ਨਹੀਂ ਰਹਿ ਗਿਆ, ਠੀਕ ਹੈ ਜੀ। ਤੇ ਇਸ ਕਰਕੇ ਇਹ ਸਭ ਚੀਜ਼ਾਂ ਹੋ ਰਹੀਆਂ ਨੇ, ਇਟ ਇਜ਼ ਪ੍ਰੋਬਲਮੈਟਿਕ। ਨਾਓ ਹੱਲ ਦੀ ਗੱਲ ਕਰ ਲਈਏ, what are the solutions? ਕੋਈ solutions ਹੈ ਇਸ ਚੀਜ਼ ਦੇ? ਤੁਹਾਨੂੰ ਲੱਗ ਰਿਹਾ ਹੈ ਕਿ ਕੁਝ ਵਧੀਆ ਕਰ ਸਕਦੇ ਹਾਂ? ਬਿਲਕੁਲ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਜੀਓਪੋਲੀਟੀਕਲ, ਯੂਐਸਏ ਨੂੰ ਥੋੜਾ ਕਹਿਣਾ ਪੈਣਾ ਹੈ ਕਿ ਬਈ ਤੁਸੀਂ ਚਾਈਨਾ ਨਾਲ ਗੱਲ ਕਰੋ ਜਾਂ ਸਾਡੇ ਨਾਲ ਗੱਲ ਕਰੇ ਕਿ ਥੋੜਾ ਆਪਾਂ ਵਧੀਆ ਕੰਮ ਕਰ ਲਈਏ। ਰਸ਼ੀਆ ਦੀ ਸੁਣਦਾ ਹੈ ਚਾਈਨਾ, ਉਹਨੂੰ ਸਮਝਾ ਸਕਦਾ ਹੈ ਕਿ ਯਾਰ ਤੂੰ ਪਹਿਲਾਂ ਰਿਜ਼ੋਲਵ ਕਰ ਲੈ। ਫਿਰ ਆਂਦਾ ਹੈ ਜੀ ਜੀਓ ਇਕਨੋਮਿਕ, ਚਾਈਨਾ ਨੂੰ ਬੋਲੋ ਕਿ ਯਾਰ ਤੂੰ ਇੰਨਾ ਡੈਫਿਸਿਟ ਸਾਡੇ ਤੇ ਕਰਤਾ, ਮਤਲਬ ਕਿ ਦੇਖੋ ਕਿੰਨਾ ਲਿਖਿਆ $73 ਬਿਲੀਅਨ, ਪਰ ਯਾਰ ਮੇਰੇ ਤੋਂ ਵੀ ਤਾਂ ਕੁਝ ਖਰੀਦ ਲੈ। ਆਪਣੀ ਤੁਸੀਂ ਇਕਨੋਮੀ ਸਾਰੀ ਬੰਦ ਕੀਤੀ ਹੋਈ ਹੈ ਨਾ। ਇਹ ਉਹਨਾਂ ਨੂੰ ਸਮਝਾਉਣਾ ਪੈਣਾ ਹੈ। ਫਿਰ ਹੈ ਕੌਨਫੀਡੈਂਸ ਬਿਲਡਿੰਗ ਮੈਜਰਸ, ਜਿਸ ਤਰ੍ਹਾਂ ਕਿ ਵੁਹਾਨ ਸਪਿਰਿਟ, ਜਿਸ ਤਰ੍ਹਾਂ ਕਿ ਮਮਲਪੁਰਮ ਸਮਿਟ, ਉਸ ਤਰ੍ਹਾਂ ਦੇ ਹੋਰ ਮੈਜਰਸ ਕਰਨੇ ਪੈਣੇ ਆ, ਠੀਕ ਹੈ ਜੀ। ਕੌਂਗੇਜਮੈਂਟ, ਸੀ ਰਾਜਾ ਮੋਹਨ ਸਾਹਿਬ ਜਿਹੜੇ ਆਰਟੀਕਲਸ ਲਿਖਦੇ ਨੇ, ਉਹਨਾਂ ਨੇ ਇਹ ਸ਼ਬਦ ਆਜ਼ਾਦ ਕੀਤਾ ਸੀ ਕੌਂਗੇਜਮੈਂਟ। ਇਹ ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ ਹੈ ਕੰਟੇਨਮੈਂਟ ਪਲੱਸ ਐਂਗੇਜਮੈਂਟ। ਇਹਦਾ ਮਤਲਬ ਹੈ ਕੰਟੇਨ ਕਰਨਾ, ਕਿਸੇ ਨੂੰ ਰੋਕਣਾ, ਕੰਟੇਨ ਕਰਨਾ ਕਿਸੇ ਨੂੰ, ਉਹਦੀ ਪਾਵਰ ਘੱਟ ਕਰਨਾ, ਐਂਗੇਜ ਕਰਨਾ ਕਿ ਨਾਲ ਦੇ ਨਾਲ ਗੱਲਬਾਤ ਵੀ ਕਰੀ ਜਾਓ। ਕਹਿੰਦੇ ਨੇ ਕੀਪ ਯੋਰ ਐਨੀਮੀਜ਼ ਕਲੋਜ਼ਰ, ਕੀਪ ਯੋਰ ਫਰੈਂਡਸ ਕਲੋਜ਼ ਐਂਡ ਕੀਪ ਯੋਰ ਐਨੀਮੀਜ਼ ਕਲੋਜ਼ਰ, ਕਿ ਭਾਈ ਕੰਟੇਨ ਕਰੋ, ਕੋਈ ਚੱਕਰ ਨਹੀਂ ਹੈ ਉਹਦਾ। ਜੇ ਤੁਸੀਂ ਪ੍ਰੋਬਲਮ ਆ ਰਹੀ ਹੈ ਨਾ, ਉਹਨੂੰ ਘਟਾਓ, ਪਰ ਨਾਲ ਉਹਦੇ ਗੱਲਬਾਤ ਕਰਦੇ ਰਹੋ, ਟ੍ਰੇਡ ਕਰਦੇ ਰਹੋ। ਮਿਲੀਟੈਰੀਲੀ ਪੰਗਾ ਲੈਣਾ ਲਓ, ਪਰ ਟ੍ਰੇਡ ਤੇ ਕਰਦੇ ਰਹੋ। ਦਿਸ ਇਜ਼ ਦਾ ਥਿੰਗ। ਉਸ ਤੋਂ ਬਾਅਦ ਟੂਰਿਜ਼ਮ ਐਂਡ ਕਲਚਰ ਪ੍ਰਮੋਸ਼ਨ, ਯਾਰ ਉਹ ਬੁੱਧਿਸਟ ਨੇ ਤੇ ਸਾਡੇ ਇੱਥੇ ਗਿਆ ਹੈ, ਠੀਕ ਹੈ ਨਾ, ਉਹ ਬੁੱਧਿਸਟ ਇਲਾਕਾ ਸਾਰਾ, ਉਹ ਉੱਥੇ ਟੂਰਿਜ਼ਮ ਆਪਾਂ ਪ੍ਰਮੋਟ ਕਰ ਸਕਦੇ ਹਾਂ ਨਾ। ਸੋ ਦੈਟ ਇਜ਼ ਦਾ ਥਿੰਗ, ਠੀਕ ਹੈ। ਟੂਰਿਜ਼ਮ ਐਂਡ ਕਲਚਰ ਪ੍ਰਮੋਸ਼ਨ ਬਿਲਕੁਲ ਆਪਾਂ ਕਰ ਸਕਦੇ ਹਾਂ। ਉਸ ਤੋਂ ਬਾਅਦ ਮੋਦੀ ਜੀ ਐਂਡ ਸ਼ੀ ਜਿਨਪਿੰਗ, ਇਹ ਦੋਨੋਂ ਲੀਡਰਸ, ਆਪਣੇ ਆਪਣੇ ਦੇਸ਼ ਵਿੱਚ ਬਹੁਤ ਰਿਸਪੈਕਟ ਹੈ ਇਹਨਾਂ ਦੀ, ਲੋਕ ਇਹਨਾਂ ਦੀ ਗੱਲ ਮੰਨਦੇ ਆ। ਤੇ ਕਿਉਂਕਿ ਲੋਕ ਇਹਨਾਂ ਦੀ ਗੱਲ ਮੰਨਦੇ ਆ, ਜੇ ਉਹ ਕੋਈ ਔਖਾ ਫੈਸਲਾ ਵੀ ਲੈਣ ਬਾਰਡਰ ਡਿਸਪਿਊਟ ਨੂੰ ਲੈ ਕੇ, ਤੇ ਲੋਕ ਮੰਨਣਗੇ ਪਿਆਰਿਓ। ਇਹੀ ਚੀਜ਼ ਨੂੰ ਆਪਾਂ ਦੇਖਣਾ ਹੈ। ਉਸ ਤੋਂ ਬਾਅਦ ਇੰਟਰਨਲ ਬੈਲੈਂਸਿੰਗ, ਦੋ ਤਰ੍ਹਾਂ ਦੀ ਬੈਲੈਂਸਿੰਗ ਹੁੰਦੀ ਹੈ ਜੀ, ਇੰਟਰਨਲ ਐਂਡ ਐਕਸਟਰਨਲ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ। ਇੰਟਰਨਲ ਬੈਲੈਂਸਿੰਗ ਦਾ ਮਤਲਬ ਹੈ ਕਿ ਤੁਸੀਂ ਇੱਕ ਕੰਟਰੀ ਆਪਣੀ ਕੈਪੇਬਿਲਿਟੀ ਮਿਲਟਰੀ ਦੀ ਇੰਨੀ ਵਧਾ ਲੇ ਕਿ ਉਹ ਦੂਸਰੀ ਕੰਟਰੀ ਨਾਲ ਬੈਲੈਂਸ ਬਣ ਜੇ। ਦੂਸਰੀ ਹੁੰਦੀ ਹੈ ਐਕਸਟਰਨਲ ਬੈਲੈਂਸਿੰਗ, ਜੇ ਤੁਸੀਂ ਆਪਣੀ ਕੈਪੇਬਿਲਿਟੀ ਨਹੀਂ ਵਧਾ ਸਕਦੇ, ਤੁਸੀਂ ਯੂਐਸ ਨਾਲ ਐਗਰੀਮੈਂਟ ਕਰ ਲਓ, ਤੁਸੀਂ ਨੇਟੋ ਜੁਆਇਨ ਕਰ ਲਓ, ਠੀਕ ਹੈ, ਕਿ ਕੁਛ ਨਹੀਂ ਕਰਨਾ, ਤੁਸੀਂ ਆਪਣੀ ਜਿਹੜੀ ਪਾਵਰ ਹੈ ਉਹ ਦੂਸਰੇ ਦੀ ਪਾਵਰ ਨਾਲ ਬੈਲੈਂਸ ਕਰਨੀ ਹੈ, ਬਸ। ਹੁਣ ਇੰਟਰਨਲ ਬੈਲੈਂਸਿੰਗ ਜਦੋਂ ਆਪਾਂ ਕਹਿ ਰਹੇ ਹਾਂ, ਕਿੱਦਾਂ ਹੋ ਸਕਦੀ ਹੈ? ਇੰਡੀਆ ਦੀ ਮਿਲਟਰੀ ਜਿਹੜੀ ਹੈ ਉਹ ਹੋਰ ਜ਼ਿਆਦਾ ਪੈਸਾ ਲਗਾਇਆ ਜਾਏ, ਇੰਡੀਆ ਦੀ ਇਕਨੋਮੀ ਨੂੰ ਹੋਰ ਵਧਾਇਆ ਜਾਵੇ। all these things can be done। and last ਵਿੱਚ ਹੈ ਸਾਈਕੋਲੋਜੀਕਲ ਵਾਰਫੇਅਰ, ਜਿਹੜਾ ਕਿ ਚਾਈਨੀਜ਼ ਸਟ੍ਰੈਟੇਜਿਸਟ ਸੁਨਜ਼ੂ ਨੇ ਕਿਹਾ ਹੈ, ਠੀਕ ਹੈ ਜੀ। ਉਹ ਕਹਿੰਦੇ ਨੇ ਸਾਈਕੋਲੋਜੀਕਲ ਵਾਰਫੇਅਰ ਕਰੋ। ਸਾਈਕੋਲੋਜੀਕਲ ਵਾਰਫੇਅਰ ਕੀ ਹੈ? ਇੱਕ ਛੋਟੀ ਜਿਹੀ ਕਹਾਣੀ ਨਾਲ ਦੱਸੂਗਾ। ਜਦੋਂ
ਤੁਸੀਂ ਦੇਖਿਆ ਹੋਏਗਾ ਨਾ, ਬਹੁਤ ਦੇਰ ਪਹਿਲਾਂ ਆਪਣੇ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਇੱਕ ਪਰਸਨ ਜਿਹੜੇ ਆਰਮੀ ਤੋਂ ਬਿਲੋਂਗ ਕਰਦੇ ਨੇ, ਉਹ ਕਹਿ ਰਹੇ ਨੇ ਕਿ ਯਾਰ ਖਾਣਾ ਬੜਾ ਗਲਤ ਮਿਲਦਾ ਆਰਮੀ 'ਚ ਖਾਣਾ ਨਹੀਂ ਸਹੀ ਦਿੱਤਾ ਜਾਂਦਾ। ਇਹ ਇੱਦਾਂ ਦਾਲ ਦਿਖਾ ਰਿਹਾ ਤੇ ਕਹਿ ਰਿਹਾ ਕਿ ਇਹ ਜਿਹੜੀ ਦਾਲ ਹੈ ਨਾ, ਇਹ ਖਾ ਕੇ ਕਿਸ ਤਰ੍ਹਾਂ ਆਪਾਂ ਲੜਾਂਗੇ। ਬਹੁਤ ਵੀਡੀਓ ਵਾਇਰਲ ਹੋਈ, ਆਪੋਜੀਸ਼ਨ ਨੇ ਬੜਾ ਮੁੱਦਾ ਚੱਕਿਆ, ਹਰ ਜਗ੍ਹਾ ਇਹ ਮੁੱਦਾ ਆ ਗਿਆ। ਤੇ ਜਦੋਂ ਹਰ ਜਗ੍ਹਾ ਇਹ ਮੁੱਦਾ ਆ ਗਿਆ ਨਾ, ਉਸੇ ਟਾਈਮ ਚਾਈਨਾ ਨੇ ਕੀ ਕੀਤਾ, ਇੱਕ ਵੀਡੀਓ ਆਪਣੀ ਤਰਫੋਂ ਵਾਇਰਲ ਕਰਤੀ। ਇਹਦੇ ਰਿਪਲਾਈ ਵਿੱਚ ਕੀ ਵਾਇਰਲ ਕੀਤਾ ਕਿ ਇੱਕ ਡਰੋਨ ਆ ਰਿਹਾ ਹੈ, ਉਹਦੇ ਪਿੱਛੇ ਇੱਕ ਹੋਰ ਡਰੋਨ ਆ ਰਿਹਾ ਹੈ, 10-15 ਡਰੋਨਸ ਇਕੱਠੇ ਹੋ ਗਏ ਤੇ ਉਹਨਾਂ ਨੇ ਨਾ ਕੁਝ ਫੜਿਆ ਹੋਇਆ, ਇੱਦਾਂ ਦਾ ਕੁਝ ਪੈਕੇਟ ਉਹਨਾਂ ਦੇ ਟੰਗਿਆ। ਤੇ ਜਦੋਂ ਕੈਮਰਾ ਕਲੋਜ਼ ਆਉਂਦਾ, ਪਤਾ ਕੀ ਲੱਗਦਾ ਹੈ ਕਿ ਉਹ ਪੈਕੇਟਸ ਵਿੱਚ ਘੱਟੋ ਘੱਟ 10 ਤੋਂ 15 ਖਾਣੇ ਦੀਆਂ ਥਾਲੀਆਂ ਪੈਕ ਹੈ। ਤੇ ਜਦੋਂ ਉਹ ਡਰੋਨ ਰੁਕਦਾ ਹੈ, ਆਰਮੀ ਵਾਲਾ ਆ ਕੇ ਉਹ ਥਾਲੀ ਚੱਕਦਾ, ਉਹਨੂੰ ਖੋਲਦਾ ਤੇ ਉਹਦੇ ਵਿੱਚ ਤਾਂ ਬੈਸਟ ਚਾਈਨੀਜ਼ ਪਲੈਟਰ ਯੂ ਕੈਨ ਇਮੈਜਿਨ ਉੱਥੇ ਪਿਆ। ਤੇ ਬਾਅਦ 'ਚ ਉਹ ਕਹਿੰਦੇ ਨੇ ਦਿਸ ਇਜ਼ ਹਾਊ ਵੀ ਟੇਕ ਕੇਅਰ ਆਫ ਆਵਰ ਆਰਮੀ। ਕਿ ਇਹ ਵੀਡੀਓ ਜਦੋਂ ਇੰਡੀਅਨ ਆਰਮੀ ਕੋਲ ਜਾਏਗੀ, ਉਹਨਾਂ ਦਾ ਕਿੰਨਾ ਮਨੋਬਲ ਘੱਟ ਹੋਏਗਾ। ਇਹੀ ਇਹਨਾਂ ਦੀ ਸਟ੍ਰੈਟਜੀ ਸੀ ਕਿ ਅਸੀਂ ਇਹ ਦਿਖਾਈਏ ਕਿ ਤੁਹਾਡੀ ਸਰਕਾਰ ਤੇ ਤੁਹਾਨੂੰ ਖਾਣਾ ਵੀ ਚਾਹੀਦਾ ਨਹੀਂ ਦੇ ਰਹੀ, ਤੁਸੀਂ ਸਾਡੇ ਨਾਲ ਕਿਸ ਤਰ੍ਹਾਂ ਲੜੋਗੇ। ਇਹ ਇਹਨਾਂ ਦੀ ਸਟ੍ਰੈਟਜੀ ਸੀ। ਦਿਸ ਇਜ਼ ਸਾਈਕੋਲੋਜੀਕਲ ਵਾਰਫੇਅਰ, ਤੁਹਾਡੇ ਦਿਮਾਗ ਨਾਲ ਖੇਲਣਾ। ਠੀਕ ਹੈ ਪਿਆਰਿਓ, ਸੋ ਦੈਟ ਇਜ਼ ਇਟ। ਤੁਹਾਨੂੰ ਪੂਰੀ ਵੀਡੀਓ ਘੰਟੇ ਤੋਂ ਉੱਪਰ ਬਣ ਚੁੱਕੀ ਹੈ। ਤੁਹਾਨੂੰ ਲੱਗ ਰਿਹਾ ਹੈ ਕੋਈ ਵੀ ਫਾਇਦਾ ਹੋਇਆ ਇਸ ਵੀਡੀਓ ਦਾ, ਚਾਈਨਾ ਦਾ ਇਸ਼ੂ ਅੰਡਰਸਟੈਂਡ ਹੋਇਆ, ਤੇ ਪਲੀਜ਼ ਕਮੈਂਟਸ ਵਿੱਚ ਜ਼ਰੂਰ ਦੱਸਿਓ, ਲਾਈਕ ਕਰਿਓ ਤੇ ਸਬਸਕ੍ਰਾਈਬ ਕਰੋ ਜੀ ਚੈਨਲ ਨੂੰ। ਕੋਈ ਵੀ ਤੁਹਾਨੂੰ ਲੱਗ ਰਿਹਾ ਐਨੀ ਡਾਊਟ ਹੈ, ਕਮੈਂਟਸ ਵਿੱਚ ਪੁੱਛ ਸਕਦੇ ਹੋ ਜੀ। ਠੀਕ ਹੈ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ ਫॉर ਵਾਚਿੰਗ।